वजह की फतेह अभी बड़ी जपजी बाणी दी पौड़ी नंबर 4 है and I've said this before, I'm going to say it now कि I still feel little nervous talking about जपजी दियां इन्हां पौड़ियां बारे because इन्हां पौड़ियां दी व्याख्या करनी या इन्हां पौड़ियां बारे बोलना difficult है बहुत। रीजन ਇਹਦਾ डिफिकल्ट है क्योंकि सारियां पौड़ियां जड़ियां स्पेशली जड़ियां पहलियां 5 हैं जड़ियां ਇਹ ਸਾਧਨ ਪੱਖ ਵਾਲੀਆਂ ਪੌੜੀਆਂ ਹਨ। मैंने साधन पक्ष वाली पौड़ी ਦਾ ਮਤਲਬ ਹੈ ਕਿ ਇਹ ਸਮਝਣਾ ਘੱਟ ਤੇ ਇਹਦੇ ਉੱਤੇ ਚੱਲਣ ਵਾਲੀਆਂ ਜ਼ਿਆਦਾ ਪੌੜੀਆਂ ਹਨ। ਇਹ ਸਾਧਨ ਪੱਖ ਹੈ ਦੁਨੀਆ ਦਾ ਇਨ ਦਾ ਸੈਂਸ ਕਿ ਇਹਦੇ ਵਿੱਚ ਤੁਸੀਂ ਜੋ ਅਗਰ ਕਰੋਗੇ ਤਾਂ ਸਮਝ ਆਏਗੀ ਤੁਹਾਨੂੰ ਤੇ ਜੇ ਅਗਰ ਉਹ ਫੋਲੋ ਨਹੀਂ ਕੀਤਾ ਜਾਂ ਕੀਤਾ ਨਹੀਂ ਕਿਸੇ ਨੇ ਸਿਰਫ ਮੀਨਿੰਗ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਗਰ ਤੇ ਫਿਰ ਉਹ ਖਾਏਗਾ ਤੁਹਾਨੂੰ ਬਹੁਤ ਫਿਰ ਮੁਸ਼ਕਿਲ ਹੋਏਗੀ ਉਹਨਾਂ ਨਾਲ ਰਿਲੇਟ ਕਰਨਾ ਇਹਨਾਂ ਪੌੜੀਆਂ ਦੇ ਨਾਲ ਕਿਉਂਕਿ ਇਹ ਉਹਨਾਂ ਵਾਸਤੇ ਲਿਖੀਆਂ ਗਈਆਂ ਉਸ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਲਿਖੀਆਂ ਗਈਆਂ ਜਿਸ ਜਿਗਿਆਸੂ ਦੇ ਅੰਦਰ ਪ੍ਰਮਾਤਮਾ ਮਿਲਣ ਦੀ ਤੜਪ ਹੈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਮਿਲਣ ਦੀ ਆਸ ਹੈ ਜਿਨ੍ਹਾਂ ਦੇ ਅੰਦਰ ਮਰਨ ਤੋਂ ਪਹਿਲੇ ਨਾਮ ਦੀ ਵਾਰਮਥ ਮਿਲਣ ਦੀ ਆਸ ਜਿਹੜਾ ਕਰਦਾ ਉਹਨਾਂ ਵਾਸਤੇ ਲਿਖੀਆਂ ਗਈਆਂ ਪੌੜੀਆਂ ਔਰ ਇੱਥੇ ਖਾਲੀ ਨਿਰੀ ਨੌਲੇਜ ਨਹੀਂ ਹੈ ਜਪਜੀ ਦੀਆਂ ਇਹਨਾਂ ਪੌੜੀਆਂ ਵਿੱਚ ਮਹਾਰਾਜ ਸਟਰੋਂਗਲੀ ਇਨਕਰੇਜ ਕਰਦੇ ਹਨ ਇਸ ਬਾਤ ਤੇ ਪ੍ਰੋਸੀਡ ਕਰਨ ਵਾਸਤੇ ਸੋ ਤੁਸੀਂ ਦੇਖੋਗੇ ਐਜ਼ ਵੀ ਮੂਵ ਅਲੋਂਗ ਇਨ ਦਿਸ ਪੌੜੀ ਦੋ ਕਿ ਮਹਾਰਾਜ ਬਾਰ-ਬਾਰ ਇਨਕਰੇਜ ਕਰਨਗੇ ਤੁਹਾਨੂੰ ਵੀ ਇਹ ਕਰ ਕੰਮ ਪਰ ਇਹ ਸਾਰੇ ਕਰ ਨਹੀਂ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਸਾਰਿਆਂ ਵਿੱਚ ਪ੍ਰਭੂ ਮਿਲਣ ਦੀ ਆਸ ਨਹੀਂ ਹੈ ਸਾਰਿਆਂ ਵਿੱਚ ਪ੍ਰਮਾਤਮਾ ਨੂੰ ਦੇਖਣ ਦੀ ਆਸ ਨਹੀਂ ਹੈ ਸਾਰਿਆਂ ਨੂੰ ਉਸ ਨਾਮ ਦੀ ਜਿਹੜੀ ਸ਼ਕਤੀ ਜਿਹੜੀ ਹੈ ਉਹਦੇ ਨਾਲ ਮਿਲਣ ਦੀ ਜਾਂ ਉਹਦੀ ਵਾਰਮਥ ਲੈਣ ਦੀ ਇਸ ਦੁਨੀਆ ਵਿੱਚ ਸਾਰੇ ਨਹੀਂ ਚਾਹੁੰਦੇ ਸਾਨੂੰ ਮਿਲਣ ਮੋਸਟ ਆਫ ਅਸ ਆਰ many of us are very happy with the status quo position ਜਿਹੜੀ ਹੈ ਹੁਣ ਤੇ status quo position ਇਹ ਹੈ ਕਿ ਸਵੇਰੇ ਉਠੋ ਆਪਣਾ ਜੋ ਵੀ ਕਰਨਾ ਹੈ ਕਰੋ ਸਵੇਰ ਦੇ ਕਿਰਿਆ ਕਰਮ ਜਿਹੜੇ ਹਨ ਬ੍ਰਸ਼ ਕਰੋ ਨਹਾ ਲਓ and everything and then have your breakfast go to work and then and then come back home and do something if everybody can mute themselves please I'll really appreciate it yeah and today मैं बना रहा I don't know whether you'll be able to do it you're in the car but ਸਾਰੇ so ਬੰਦਾ ਸ਼ਾਮੀ ਆਂਦਾ ਕੰਮ ਤੋਂ ਵਾਪਸ and then you watch some TV or whatever and do some things and play with your children or talk to your kids if their kids are at home if you're a little middle age or the end you talk to your wife or husband or whatever and then comes next morning and you do the same thing and then comes the weekend and then you have some social events and then you attend those and then you go to the Gurdwara on Sunday and then you spend some time there you have your langar you talk to a few people you listen to a little bit of kirtan and listen to a little katha and you come back home and then you start the process all over again for the next week ਵਿਚਕਾਰ ਕੋਈ ਬ੍ਰੇਕ ਆਉਂਦੇ ਹਨ ਕੋਈ ਆ ਗਿਆ ਫੈਮਿਲੀ ਫਰੈਂਡ ਵਿਜ਼ਿਟ ਕਰਨ ਵਾਸਤੇ ਜਾਂ ਕੋਈ ਵਕੇਸ਼ਨ ਲਾ ਲਿੱਤੀ ਜਾਂ ਕੁਝ ਹੋ ਗਿਆ but the life continues and many people most of us are pretty happy with that scenario ਥੋੜੇ ਬਹੁਤ ਦੁੱਖ ਤਕਲੀਫਾਂ ਸਾਰੇ ਦੇ ਰਸਤੇ ਚ ਆਉਂਦੀਆਂ ਨੇ ਉਹ ਆ ਗਈਆਂ ਉਹਨੂੰ ਝੇਲ ਲਿੱਤਾ ਕੋਈ ਖੁਸ਼ੀਆਂ ਵੀ ਆਉਂਦੀਆਂ ਨੇ ਵਿਆਹ ਸ਼ਾਦੀ ਵੀ ਹੋ ਜਾਂਦੀ ਹੈ ਕੋਈ ਬੱਚੇ ਦਾ ਜਨਮ ਹੋ ਗਿਆ ਕੋਈ ਇਹੋ ਜਿਹੀ ਗੱਲ ਹੋ ਗਈ so most people actually ਇਹ ਜਪਜੀ ਦੀਆਂ ਪੌੜੀਆਂ ਉਹਨਾਂ ਵਾਸਤੇ ਹੈ ਹੀ ਨਹੀਂ ਇਹ ਉਹਨਾਂ ਵਾਸਤੇ ਨਹੀਂ ਹੈ ਜਿਨ੍ਹਾਂ ਦੀ ਸੁਰਤ ਉਸ ਲੈਵਲ ਦੀ ਹੈ ਇਹ ਜਪਜੀ ਦੀਆਂ ਪੌੜੀਆਂ ਉੱਚੀ ਸੁਰਤ ਦੇ ਮਾਲਕ ਵਾਸਤੇ ਹਨ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹਨ ਜਿਹੜਾ ਜਿਗਿਆਸੂ ਇਸ ਲਾਅ ਦੇ ਵਿੱਚ ਖੁਸ਼ ਨਹੀਂ ਹੈ ਜਿਹੜਾ ਵੈਜੀਟੇਬਲ ਨਹੀਂ ਹੈ ਜਿਹੜਾ ਲਾਈਫ ਵਿੱਚ ਜਿਸ ਨੂੰ ਹੋਰ ਕੁਝ ਚਾਹੀਦਾ ਹੈ ਲਾਈਫ ਵਿੱਚੋਂ ਔਰ ਉਹ ਹੈ ਮੋਖ ਦੁਆਰ ਉਹ ਹੈ ਬੌਂਡੇਜ ਹੈ ਫਰਮ ਬਰਥ ਆਫ ਡੈਥ ਤੋਂ ਵਿੱਚੋਂ ਹਾਂਜੀ ਜੇ ਉਸ ਨੂੰ ਉਹ ਜਿਹੜੀ
ਜਿਹੜੀ ਲੈਵਲ ਆਫ ਹੈਪੀਨੈਸ ਚਾਹੀਦੀ ਹੈ, ਜਿਹੜੀ ਹਮੇਸ਼ਾ ਰਹੇ ਉਹਦੀ ਲਾਈਫ ਵਿੱਚ, ਉਹ ਆਨੰਦ ਤੇ ਖੇੜਾ ਚਾਹੀਦਾ ਹੈ ਜਿਸ ਨੂੰ, ਜਿਹੜਾ ਇਹ ਜਪਜੀ ਦੀਆਂ ਇਹ ਪੌੜੀਆਂ ਉਹਨਾਂ ਜਿਗਿਆਸੂ ਵਾਸਤੇ ਲਿਖੀਆਂ ਗਈਆਂ, ਜਿਹੜੇ ਚਾਹੁੰਦੇ ਹਨ, ਜਿਨ੍ਹਾਂ ਦੇ ਅੰਦਰ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ, ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਮਿਲਣ ਦੀ ਆਸ ਹੈ, ਜਿਨ੍ਹਾਂ ਦੇ ਅੰਦਰ ਇੱਕ ਲੋ ਲੱਗ ਗਈ ਹੈ ਅੰਦਰ ਕਿ ਮੈਨੂੰ ਮਿਲਣਾ ਹੈ, ਮੈਨੂੰ ਦੇਖਣਾ ਹੈ, ਮੈਨੂੰ ਕਰਨਾ ਹੈ ਕੰਮ, ਮੈਨੂੰ ਮਰਨ ਤੋਂ ਪਹਿਲੇ ਨਾਮ ਦੇ ਨਾਲ ਰਿਲੇਸ਼ਨਸ਼ਿਪ ਮੇਰੀ ਐਸਟੈਬਲਿਸ਼ ਹੋਵੇ, ਮਰਨ ਤੋਂ ਪਹਿਲੇ ਪ੍ਰਮਾਤਮਾ ਦਰਸ ਦੀ ਇੱਕ ਅੰਦਰਲੀ ਪ੍ਰਭੂ ਮਿਲਣ ਦੀ ਆਸ ਅੰਦਰੋਂ ਸਟਰੋਂਗ ਜਿਹੀ ਹੋ ਜਾਵੇ। ਪ੍ਰਭੂ ਮਿਲਣ ਦੀ ਆਸ ਜਿਹੜੀ ਹੈ, ਜਾਂ ਪ੍ਰਭੂ ਨੂੰ ਮਿਲਣ ਦੀ ਆਸ, ਜਾਂ ਪ੍ਰਮਾਤਮਾ ਨਾਲ ਰਿਲੇਸ਼ਨਸ਼ਿਪ ਰੱਖਣ ਦੀ ਆਸ ਸਾਰਿਆਂ ਦੇ ਅੰਦਰ ਪੈਦਾ ਨਹੀਂ ਹੋ ਸਕਦੀ ਅਨਫੋਰਚੂਨੇਟਲੀ। ਕਿਹਦੇ ਅੰਦਰ ਪੈਦਾ ਹੁੰਦੀ ਹੈ? ਜਿਹਦੇ ਅੰਦਰ ਬਾਣੀ ਦੀ ਰੋਸ਼ਨੀ ਬਹੁਤ ਜ਼ਿਆਦਾ ਹੋਵੇ, ਜਿਹਦੇ ਅੰਦਰ ਗੁਰਬਾਣੀ ਦੀ ਰੋਸ਼ਨੀ ਬਹੁਤ ਜ਼ਿਆਦਾ ਅੰਦਰ ਕੰਮ ਕਰ ਰਹੀ ਹੋਵੇ, ਜਿਹਦੇ ਨਾਲ ਗੁਰਬਾਣੀ ਦਾ ਰਿਸ਼ਤਾ ਬਹੁਤ ਗਹਿਰਾ ਹੋਵੇ, ਜਿਹੜੀ ਬਾਣੀ ਬਹੁਤ ਪੜ੍ਹਦਾ ਹੋਵੇ, ਜਾਂ ਬਹੁਤ ਸਮਝਦਾ ਹੋਵੇ, ਜਾਂ ਬਹੁਤ ਕੀਰਤਨ ਕਰਦਾ ਹੋਵੇ, ਉਸ ਬੰਦੇ ਦੀ ਪ੍ਰੋਬੇਬਿਲਿਟੀ ਪ੍ਰਭੂ ਮਿਲਣ ਦੀ ਆਸ ਜਗਾਣੀ ਵੀ ਉਸਦਾ ਕੰਮ ਹੈ ਸਾਰਿਆਂ ਦੇ ਅੰਦਰ। ਇਹ ਆਪ ਜਗਾਣੀ ਤੁਹਾਡੇ ਵੱਸ ਵਿੱਚ ਨਹੀਂ ਹੈ, ਅਰਦਾਸ ਤੁਹਾਡੇ ਵੱਸ ਵਿੱਚ ਹੈ। ਹੁੰਦਾ ਕੀ ਹੈ ਕਿ ਗੁਰਬਾਣੀ ਬਹੁਤਾ ਪੜ੍ਹਨ ਦੇ ਨਾਲ, ਜਾਂ ਗੁਰਬਾਣੀ ਨਾਲ ਰਿਲੇਸ਼ਨਸ਼ਿਪ ਸਟਰੋਂਗ ਹੋਣ ਦੇ ਨਾਲ, ਜਦੋਂ ਉਹ ਵਾਰਮਥ ਤੁਹਾਡੇ ਅੰਦਰ ਜਾਂਦੀ ਹੈ ਤੇ ਗੁਰਬਾਣੀ ਇਨਕਰੇਜ ਕਰਦੀ ਹੈ ਇਸ ਪਾਸੇ ਬਹੁਤ, ਤੇ ਆਸ ਵੀ ਬੰਧਾਉਂਦੀ ਹੈ ਗੁਰਬਾਣੀ ਬਹੁਤ। ਹਰ ਲਾਈਨ ਵਿੱਚ ਇਨਕਰੇਜਮੈਂਟ ਮਿਲੇਗੀ ਤੁਹਾਨੂੰ ਇਸ ਬਾਰੇ। ਸੋ ਅਗਰ ਬਹੁਤ ਜ਼ਿਆਦਾ ਗੁਰਬਾਣੀ ਨਾਲ ਕਲੋਜ਼ਨੈਸ ਹੋਏਗੀ, ਜਦੋਂ ਬਹੁਤ ਜ਼ਿਆਦਾ ਗੁਰਬਾਣੀ ਦੀ ਵਾਰਮਥ ਅੰਦਰ ਆਏਗੀ ਤੁਹਾਡੇ ਅੰਦਰ, ਤੇ ਤੁਹਾਡੀ ਪ੍ਰੋਬੇਬਿਲਿਟੀ ਵੱਧ ਜਾਏਗੀ ਬਹੁਤ। ਪਹਿਲੀ ਤੇ ਪ੍ਰੋਬੇਬਿਲਿਟੀ ਵਧੇਗੀ ਕਿ ਪ੍ਰਮਾਤਮਾ ਨਾਲ ਮਿਲਣ ਦੀ ਆਸ ਦੀ ਅੰਦਰੋਂ ਇੱਛਾ ਪੈਦਾ ਹੋਏਗੀ ਤੁਹਾਡੇ, ਤੁਸੀਂ ਰੋਕ ਨਹੀਂ ਸਕਦੇ ਉਸ ਇੱਛਾ ਨੂੰ। ਤੁਹਾਨੂੰ ਕੀਰਤਨ ਸਿੱਖਣ ਦੀ ਇੱਛਾ ਖੁਦ ਬਖੁਦ ਪੈਦਾ ਹੋਏਗੀ ਤੁਹਾਨੂੰ, ਮੈਂ ਕੀਰਤਨ ਕਰਾਂ, ਮੈਂ ਬਹੁਤ ਸਾਰਾ ਕੀਰਤਨ ਕਰਾਂ, ਦਿਨ ਰਾਤ ਉਹਦੇ ਗੁਣ ਗਾਵਾਂ। ਔਰ ਇਹ ਨਹੀਂ ਕਿ ਮੈਂ ਨਵੇਂ ਰਾਗ ਸਿੱਖ ਲਵਾਂ, ਉਹ ਵੀ ਹੈ, ਨਵੀਆਂ ਤਾਲਾਂ ਸਿੱਖ ਲਵਾਂ, ਉਹ ਵੀ ਹੈ, ਲੇਕਿਨ ਇੱਕ ਕੀਰਤਨ ਉਹਨਾਂ ਰਾਗਾਂ ਤੇ ਤਾਲਾਂ ਤੋਂ ਅੱਗੇ ਵੀ ਹੈ, ਉਹਨਾਂ ਸੁਰਾਂ ਤੋਂ ਅੱਗੇ ਹੈ ਕੀਰਤਨ। ਜਿਹੜੀ ਵਾਜੇ ਦੀਆਂ, ਜੇ ਹਾਰਮੋਨੀਅਮ ਦੀਆਂ ਜਾਂ ਕਿਸੇ ਤੰਤੀ ਵਾਜੇ ਦੀਆਂ ਸੁਰਾਂ ਤੋਂ ਅਲੱਗ ਹੈ, ਜਿਹੜਾ ਉੱਤੇ ਹੈ ਕੀਰਤਨ ਜਿਹੜਾ ਉਹਦਾ, ਤਾਂ ਉੱਥੋਂ ਇਨਕਰੇਜਮੈਂਟ ਮਿਲਦੀ ਹੈ। ਸੋ ਪਹਿਲੀ, ਸੋ ਦੇਖੋ, ਪਹਿਲੇ ਕਹਿ ਹਨ ਪਹਿਲੀਆਂ ਪੌੜੀਆਂ ਵਿੱਚ ਕਿ ਪ੍ਰਮਾਤਮਾ ਹੁਕਮ ਹੈ, ਉਹਦਾ ਸੱਚਾ ਹੈ, ਪਛਾਣ ਨਹੀਂ ਸਕਦੇ ਉਹਦੇ ਹੁਕਮ ਨੂੰ। ਜੇ ਉਹਦੇ ਹੁਕਮ ਦੇ ਜਿਹੜਾ ਪ੍ਰਮਾਤਮਾ ਨੂੰ ਮਿਲਣਾ ਹੈ ਅਗਰ, ਤੇ ਮਿਲਣ ਦਾ ਰਸਤਾ ਦੱਸਿਆ ਨੇ ਕਿ ਉਹਦੇ ਹੁਕਮ ਦੀ ਰਜ਼ਾ ਵਿੱਚ ਚੱਲੋ, ਉਹਦੀਆਂ ਖੁਸ਼ੀਆਂ ਪ੍ਰਾਪਤ ਕਰ ਲਓ, ਉਸਨੂੰ ਖੁਸ਼ ਕਰ ਲਓ ਕਿਸੇ ਵੀ ਤਰੀਕੇ ਨਾਲ। ਤੇ ਦੱਸਿਆ ਨੇ ਕਿ ਜੇ ਉਹਨੂੰ ਖੁਸ਼ ਕਰਨਾ ਹੈ ਤੇ ਫਿਰ ਉਹਦੇ ਵਰਗਾ ਬਣ ਜਾਓ ਬੇਸਿਕਲੀ, ਹੈ ਨਾ। ਉਹਦੇ ਵਰਗਾ ਬਣਨ ਵਾਸਤੇ ਕੀ ਕਿ ਉਹਦੇ ਨਿਯਮ ਦੇ ਅਨੁਕੂਲ ਚੱਲੋ, ਉਹਦੇ ਪ੍ਰਤੀਕੂਲ ਨਾ ਚੱਲੋ, ਉਹਦੇ ਨਿਯਮ ਦੇ, ਜੋ ਉਹ ਚਾਹੁੰਦਾ ਹੈ ਨਾ ਆਪਣੀ ਲਾਈਫ ਢਾਲ ਲਵੋ ਉਸ ਤਰ੍ਹਾਂ। ਤੇ ਜੇ ਢਾਲ ਲਵੇ ਬੰਦਾ ਕੋਈ, ਤੇ ਫਿਰ ਵਾਹ ਹੈ ਉਹਦੀ, ਫਿਰ ਗੱਲ ਬਣ ਗਈ ਉਹਦੀ। ਤੇ ਇਸ ਪੌੜੀ ਵਿੱਚ ਦੱਸਿਆ ਨੇ ਕਿ ਢਾਲੋਗੇ ਕਿਸ ਤਰ੍ਹਾਂ ਲਾਈਫ ਨੂੰ। ਇਸ ਪੌੜੀ ਵਿੱਚ ਸਮਾਧਾਨ ਹੈ ਉਸ ਲਾਈਨ ਦਾ ਕਿ ਕੀ ਕਰੋਗੇ ਤੁਸੀਂ, ਕਿਸ ਤਰ੍ਹਾਂ ਅਨੁਕੂਲ ਜੀ ਸਕਦੇ ਹੋ, ਕਿਸ ਤਰ੍ਹਾਂ ਬਾਣੀ ਦੇ ਹਿਸਾਬ ਦੇ ਨਾਲ, ਜਾਂ ਆਪਣੇ ਆਪ ਨੂੰ ਹੁਕਮ ਦੇ ਰਜ਼ਾ ਵਿੱਚ ਕਿਸ ਤਰ੍ਹਾਂ ਬੰਦਾ ਚਲਾ ਸਕਦਾ ਆਪਣੇ ਆਪ ਨੂੰ, ਕੀ ਹੈਲਪ ਕਰੇਗਾ ਤੁਹਾਨੂੰ ਹੁਕਮ ਦੀ ਰਜ਼ਾ ਵਿੱਚ ਚਲਾਉਣ ਵਾਸਤੇ। ਤੇ ਇਸ ਤੋਂ ਪਿਛਲੀ ਪੌੜੀਆਂ ਵਿੱਚ ਇਹ ਵੀ ਦੱਸ ਦਿੱਤਾ ਸੀ ਨਾ ਕਿ ਪ੍ਰਮਾਤਮਾ ਨੂੰ ਯਾਦ ਬਹੁਤਾ ਕਰਦੇ ਆ। ਹੁਣ ਦੇਖੋ, ਉਹਨਾਂ ਵਾਸਤੇ ਗੱਲਾਂ ਨਹੀਂ ਆਈਆਂ, I want to warn you here, ਇੱਥੇ ਇਹ ਪੌੜੀ ਉਹਨਾਂ ਵਾਸਤੇ ਨਹੀਂ ਹੈ ਜਿਹੜੇ ਪ੍ਰਮਾਤਮਾ ਨੂੰ ਆਪਣੇ ਕੁਝ ਸਵਾਰਥ ਵਾਸਤੇ ਯਾਦ ਕਰਦੇ ਨੇ, ਆਪਣੇ ਸੁੱਖਾਂ ਵਾਸਤੇ। ਹਾਂਜੀ, ਕੋਈ ਚੀਜ਼ ਚਾਹੀਦੀ ਹੈ, ਮੈਨੂੰ ਬਿਮਾਰ ਹੋ ਗਿਆ, ਠੀਕ ਕਰ ਦਿਓ, ਪੈਸੇ ਨਹੀਂ ਹੈ ਦੇ ਦਿਓ, ਘਰ ਵੱਡਾ ਲੈਣਾ ਦੇ ਦਿਓ, ਕਾਰ ਨਹੀਂ ਹੈ ਮੇਰੇ ਕੋਲ ਅੱਛੀ, ਉਹ ਤੁਸੀਂ ਦੇ ਦਿਓ, ਮੇਰੇ ਬੱਚੇ ਪੜ੍ਹ ਨਹੀਂ ਰਹੇ, ਮੇਰੀ ਗੱਲ ਸੁਣਦੇ ਨਹੀਂ ਹਨ, ਇਹ ਮੇਰਾ ਠੀਕ ਕਰ ਦਿਓ, ਮੇਰੇ ਘਰ 'ਚ ਕੋਈ ਪ੍ਰੋਬਲਮ ਆ ਗਈ, ਉਹਨੂੰ ਠੀਕ ਕਰ ਦਿਓ। ਹਾਂਜੀ, ਮੈਂ ਬਿਮਾਰ ਹੋ ਗਿਆ, ਮੈਨੂੰ ਠੀਕ ਕਰ ਦਿਓ, ਮੈਨੂੰ ਮਰਨ ਤੋਂ ਬੜਾ ਡਰ ਲੱਗਦਾ ਹੈ, ਉਹ ਡਰ ਮੇਰਾ ਮਿਟਾ ਦਿਓ। ਹਾਂਜੀ, ਇਹ ਉਹਨਾਂ ਜਿਗਿਆਸੂਆਂ ਵਾਸਤੇ ਨਹੀਂ, ਇਹ ਉਹਨਾਂ ਵਾਸਤੇ ਹੈ
ਜਿਹਦੀ ਮੰਗ ਉਹ ਹੈ, ਜਿਹਦੀ ਭਾਈ ਸਾਹਿਬ ਭਾਈ ਵੀਰ ਸਾਹਿਬ ਨੇ ਬੜਾ ਸੋਹਣਾ ਲਿਖਿਆ ਤੇ ਸਕਾਮ ਨਿਸ਼ਕਾਮ ਮੰਗ ਤੇ ਦੂਸਰੀਆਂ ਮੰਗਾਂ, ਬਹੁਤ ਸੋਹਣਾ ਲੇਖ ਹੈ। ਇਫ ਯੂ ਗੈਟ ਅ ਟਾਈਮ ਦੋ, मैं कहना उस तो खूबसूरत को लिख I'm going to quote some of these lines from Santhya today and explain and go over it, you know how beautifully that has been explained in that volume. So ਦੋ ਤਰ੍ਹਾਂ ਦੀਆਂ, ਇੱਕ ਤੇ ਕਾਮਨਾ ਹੁੰਦੀ ਹੈ ਆਪਣੇ ਸਵਾਰਥ ਵਾਸਤੇ ਕਾਮਨਾ ਹੈ, ਇੱਕ ਨਿਸ਼ਕਾਮ ਹੁੰਦੀ ਹੈ ਕਾਮਨਾ, ਮੈਨੂੰ ਕੁਝ ਨਹੀਂ ਚਾਹੀਦਾ ਹੋਰ, ਮੇਰੇ ਕੋਲ ਜੋ ਦਿੱਤਾ ਹੈ ਮੇਰੀ ਜ਼ਰੂਰਤਾਂ ਤੁਸੀਂ ਪੂਰੀਆਂ ਕਰ ਦਿੱਤੀਆਂ, ਮੈਂ ਜਿਸ ਹਾਲਾਤ ਵਿੱਚ ਤੁਸੀਂ ਮੈਨੂੰ ਰੱਖਿਆ ਮੈਂ ਖੁਸ਼ ਹਾਂ, ਜਿਹੜਾ ਘਰ ਦਿੱਤਾ ਉਹਦੇ ਵਿੱਚ ਖੁਸ਼ ਹਾਂ, ਜਿਹੜਾ ਹਸਬੈਂਡ ਵਾਈਫ ਮਿਲੀ ਹੈ ਮੈਂ ਉਹਦੇ ਨਾਲ ਹੈਪੀ ਹਾਂ, ਜਿਹੜੀਆਂ ਮੈਨੂੰ ਚੀਜ਼ਾਂ ਤੁਸੀਂ ਦੁਨੀਆ ਦਿੱਤੀਆਂ ਉਹਦੇ ਨਾਲ ਮੈਂ ਬੜਾ ਖੁਸ਼ ਹਾਂ, ਜਿਹੜੀ ਕਾਰ ਤੁਸੀਂ ਮੈਨੂੰ ਦਿੱਤੀ ਹੈ, ਜਿਹੜੇ ਬੱਚੇ ਮੈਨੂੰ ਦਿੱਤੇ ਹੈ, ਜਿਹੜੇ ਹਸਬੈਂਡ ਜਿਹੜਾ ਵਾਈਫ, ਜਿੰਨਾ ਕੰਮ ਜਿੰਨੇ ਪੈਸੇ, ਜਿਹੜਾ ਬਿਜ਼ਨਸ ਤੁਸੀਂ ਮੈਨੂੰ ਦਿੱਤਾ ਹੈ ਉਹ ਮੇਰੇ ਵਾਸਤੇ ਬੈਸਟ ਸੀ ਹੈ, ਤਾਂ ਮੈਂ ਉਹਦੇ ਤੋਂ ਖੁਸ਼ ਹਾਂ, ਮੈਨੂੰ ਕੋਈ ਕੰਪਲੇਨ ਨਹੀਂ, ਇਹ ਪਹਿਲਾ ਸਟੇਜ ਹੈ। ਤੇ ਹੁਣ ਜੇ ਇਹ ਇੱਥੋਂ ਤੁਸੀਂ ਖੁਸ਼ ਹੋ ਅਗਰ ਸਭ, ਫਿਰ ਅਗਲੀ ਸਟੇਜ ਸ਼ੁਰੂ ਹੁੰਦੀ ਹੈ, ਫਿਰ ਹੈ ਕਿ ਫਿਰ ਮੰਗ ਬੰਦਾ ਕੀ ਕਰੇ ਹੋਣਗੇ, ਹੈ ਨਾ। ਤੇ ਜੇ ਤੇ ਜਿਹੜੀ ਜਿੰਨੀਆਂ ਹਾਲੇ ਵੀ ਮੰਗਾਂ ਜਿਹੜੀਆਂ ਉਹ ਵਾਲੀਆਂ ਹਨ, ਦਾਤ ਜਾਣੇ ਨਿਸ਼ਾਨ ਵਾਲੀ ਮੰਗ ਹੈ ਹਾਲੇ ਵੀ, ਵਿਦਿਆ ਵਿਖਮ ਵਿਚਾਰ ਵਾਲੀ ਮੰਗ ਹੈ ਹਾਲੇ ਵੀ, ਤੇ ਉਸ ਮੰਗ ਤੋਂ ਉੱਪਰਲੀ ਸਟੇਜ ਜਿਹੜੀ ਹੈ ਇਹ ਪੌੜੀ ਐਡਰੈਸ ਕਰਦੀ ਹੈ ਉਸ ਮੰਗਾਂ। ਤੇ ਪਹਿਲੀ ਲਾਈਨ ਵਿੱਚ ਹੀ ਸਟੇਜ ਸੈੱਟ ਕਰ ਦਿੰਦੇ ਹਨ ਕਿ ਸਾਚਾ ਸਾਹਿਬ ਸਾਚ ਨਾ ਹੈ, ਸੱਚਾ ਕਹਿੰਦੇ ਨੇ ਉਸ ਨੂੰ ਜਿਹੜਾ ਹਮੇਸ਼ਾ ਰਹੇ, ਸੱਚ ਜਿਹੜਾ ਹੋਵੇ, ਝੂਠਾ ਨਹੀਂ ਹੈ, ਝੂਠ ਹੈ ਜਿਹੜਾ ਅੱਜ ਹੈ ਤੇ ਕੱਲ ਨਹੀਂ ਹੈ। ਇੱਥੇ ਸੱਚੇ ਦੇ ਮਤਲਬ ਆਏ ਹਨ ਜਿਹੜਾ ਹਮੇਸ਼ਾ ਰਹਿਣ ਵਾਲਾ, ਜਿਹਦੇ ਚ ਕੋਈ ਬਦਲਾਵ ਨਾ ਆਵੇ। ਤੇ ਸਾਹਿਬ ਕਹਿੰਦੇ ਹਨ ਮਾਲਕ ਨੂੰ, ਜਿਹੜਾ ਮਾਲਕ ਹੋਵੇ ਉਹਨੂੰ ਸਾਹਿਬ ਕਹਿੰਦੇ ਹਨ, ਤੇ ਜਿਹੜਾ ਉੱਚੀ ਪੋਜੀਸ਼ਨ ਤੇ ਹੋਵੇ, ਜਿਹਦੇ ਹੱਥ ਵਿੱਚ ਸਾਰਾ ਕੁਝ ਹੋਵੇ, ਉਹ ਸਾਹਿਬ ਹੁੰਦਾ, ਉਹ ਸਾਹਿਬ ਕਿਹਾ ਜਾਂਦਾ। ਉਹ ਸਾਹਿਬ ਸੱਚਾ ਹੈ ਬੜਾ, ਉਹ ਇਹੋ ਜਿਹਾ ਮਾਲਕ ਨਹੀਂ ਹੈ ਜਿਹੜਾ ਅੱਜ ਹੈ ਤੇ ਕੱਲ ਨਹੀਂ ਹੈ, ਜਾਂ ਉਹਦੇ ਬਦਲਾਵ ਆ ਜਾਏਗਾ, ਜਾਂ ਉਹਦੇ ਕੁਝ ਚੇਂਜਸ ਆ ਜਾਣਗੀਆਂ, ਜਾਂ ਉਹ ਬਦਲ ਜਾਏਗਾ ਕੱਲ, ਜਾਂ ਕੱਲ ਬੁੱਢਾ ਹੋ ਜਾਏਗਾ, ਜਵਾਨ ਹੈ, ਜਾਂ ਕੱਲ Surinder ji, can you make me the co-host now? I think I already did that, Virji. Oh, ma'am, I was on the iPhone. I'm now back on the computer. Sweetie, then I'll just make up. Okay, no problem. So, साचा साहिब है, तो साहिब खाली आप सच्चा नहीं है, खाली नाए या नाम ਉਹ ਸੱਚ, ਇੱਕ ਤੇ ਸਾਹਿਬ ਆਪ ਸੱਚਾ ਹੈ, ਤੇ ਉਸ ਦਾ ਬਣਾਇਆ ਹੋਇਆ ਨਾਮ, ਉਸ ਦੀ ਬਣਾਈ ਹੋਈ ਤਾਕਤ, ਉਸ ਦਾ ਵਿਚਰ ਰਿਹਾ ਹੁਕਮ, ਜੋ ਪਹਿਲੇ ਸੁਮੀਤ ਦੀਦੀ ਨੇ ਕੁਐਸਚਨ ਪੁੱਛਿਆ ਸੀ, ਲਿਖ ਨਾਵੇਂ ਧਰਮ ਬਹਾਲਿਆ, ਇਹ ਜਿਹੜਾ ਧਰਮ ਜਿਹੜਾ ਬਹਾਲ ਕੀਤਾ ਹੈ ਉਹਨਾਂ ਨੇ, ਇਹ ਵੀ ਸੱਚਾ ਹੈ, ਇਹ ਵੀ ਕਿਧਰੇ ਜਾਣ ਵਾਲਾ ਨਹੀਂ, ਉਹਦੇ ਹੁਕਮ ਦੇ ਅਧੀਨ ਹੈ ਸਾਰਾ ਸੱਚਾ ਉਹਦਾ ਨਾਮ। ਤੇ ਆਪ ਸੱਚਾ ਹੈ, ਨਾਮ ਵੀ ਸੱਚਾ ਹੈ, ਨਾਮ ਵੀ ਹਮੇਸ਼ਾ ਰਿਹਾ ਹੈ ਤੇ ਰਹੇਗਾ ਅੱਗੇ, ਕੋਈ ਬਦਲਣ ਵਾਲਾ ਨਹੀਂ ਉਸਨੂੰ, ਕੋਈ ਮਾਈਕਾ ਲਾਲ ਕਹਿਣ ਵਾਲਾ ਨਹੀਂ ਹੈ ਉਹਦਾ ਨਾਮ ਨੂੰ। ਜਦੋਂ ਆਪ ਨਿਰਗੁਣ ਰੂਪ ਵਿੱਚ ਸੀ, ਜਦੋਂ ਜਬ ਆਕਾਰ ਇੱਕ ਕਛ ਨਾ ਦ੍ਰਿਸ਼ਟੇਤਾ, ਪਾਪ ਪੁਪਤਮ ਕਹਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ ਵਾਲੀ ਅਵਸਥਾ ਸੀ, ਤਾਂ ਵੀ ਸੱਚਾ ਸੀ ਉਹ। ਜਦੋਂ ਅਰਬਦ ਗਰਬਦ ਤੰਦੂ ਧਾਰਾ, ਤਾਂ ਵੀ ਸੱਚਾ ਸੀ ਉਹ ਸੱਚ ਹਮੇਸ਼ਾ ਸੱਚਾ ਹੈ, ਉਦੋਂ ਨਾਮ ਉਹਦਾ ਹਮੇਸ਼ਾ ਸੱਚ ਰਿਹਾ ਹੈ, ਉਹਦਾ ਉਹ ਰਹੇਗਾ, ਉਹ ਹਮੇਸ਼ਾ ਰਹਿਣਾ ਹੈ। ਇਸ ਵਾਸਤੇ ਗੁਰਮੁਖ ਜਨ ਕਿਸੇ ਦੇ ਜਾਣ ਤੇ ਰੋਂਦੇ ਨਹੀਂ ਹਨ, ਬਿਕਾਜ਼ ਉਹਨਾਂ ਨੂੰ ਪਤਾ ਹੈ ਕਿਧਰੇ ਗਿਆ ਨਹੀਂ, ਇਹ ਇੱਥੇ ਹੀ ਹੈ, ਕਿੱਥੇ ਜਾਣਾ ਇਸਨੇ, ਉਹ ਪਹਿਲੇ ਵੀ ਇੱਥੇ ਹੀ ਸੀ, ਉਹ ਹੁਣ ਵੀ ਇੱਥੇ ਹੀ ਹੈ। ਸਰੀਰ ਵਟਾ ਲਿੱਤਾ, ਸਰੀਰ ਵਟਾਉਣ ਨਾਲ ਕੋਈ ਜਾਂਦਾ ਨਹੀਂ ਇੱਥੋਂ, ਇਹ ਇੱਕ ਮੈਂ ਇਹ ਆਣਾ ਜਾਣਾ ਉਹਦੇ ਹੁਕਮ ਵਿੱਚ ਹੈ, ਤਾਂ ਸਰੀਰ ਜਿਹੜੇ ਸਰੀਰ ਬੰਦਾ ਵਟਾ ਲੈਂਦਾ ਹੈ। ਲੇਕਿਨ ਇੱਥੇ ਇਸ ਪੌੜੀ ਤੇ ਅਗਰ ਕੋਈ ਚੱਲ ਪਏ, ਕੋਈ ਇਸ ਪੌੜੀ ਤੇ ਸਿਰਫ ਪੌੜੀ ਨੰਬਰ 4 ਦੇ ਉੱਤੇ, ਤੇ ਉਹਦਾ ਆਣਾ ਜਾਣਾ ਬੰਦ ਹੋ ਜਾਏਗਾ, ਉਹਦੀ ਜ਼ਿੰਦਗੀ ਵਿੱਚ ਖੇੜਾ ਆ ਜਾਏਗਾ, ਉਹਦੀ ਜ਼ਿੰਦਗੀ ਵਿੱਚ ਉਹਦੀਆਂ ਜਿਹੜੀਆਂ ਮੰਗਾਂ ਹਨ ਸਾਰੀਆਂ ਨਿਸ਼ਕਾਮ ਹੋ ਜਾਣਗੀਆਂ। ਉਹ ਉੱਚ ਕੋਟੀ ਦੇ ਜਿਗਿਆਸੂ ਦੇ ਦਰਸ਼ਨ, ਉੱਚ ਕੋਟੀ ਦੇ ਜਿਗਿਆਸੂ ਦੀਆਂ ਭਾਵਨਾ ਤੋਂ ਛੂ ਸਕਦਾ ਉਸਨੂੰ,
ਕਿਉਂਕਿ ਇੱਕ ਤੇ ਸਾਹਿਬ ਸੱਚਾ ਹੈ, ਨਾਲ ਉਹਦਾ ਨਾਮ ਵੀ ਸੱਚਾ ਹੈ, ਤੇ ਭਾਖਿਆ ਭਾਉ ਅਪਾਰ। ਅਪਾਰ ਕਹਿੰਦੇ ਹਨ ਬੇਅੰਤ ਨੂੰ, ਬਹੁਤ ਦੂਰ, ਜਿਹੜਾ ਜਿਹਦੀ ਕੋਈ ਲਿਮਿਟ ਨਾ ਹੋਵੇ, ਜਿਹਦੀ ਕੋਈ, ਹੈ ਨਾ। ਤੇ ਭਾਉ ਕਹਿੰਦੇ ਹਨ ਪਿਆਰ ਨੂੰ, ਸੱਚੇ ਪਿਆਰ ਨੂੰ। ਇਹ ਕੋਈ ਲੈਣ ਦੇਣ ਵਾਲੇ ਪਿਆਰ ਦੀ ਗੱਲ ਨਹੀਂ ਕਰ ਰਿਹਾ ਮੈਂ, ਕਿ ਮੈਂ ਪਿਆਰ ਕਰਾਂਗਾ ਤੇਰੇ ਨਾਲ, as long as these conditions are true then I will love you, as long as these conditions are then broken then my love is no longer exists with you। ਉਸ ਪਿਆਰ ਦੇ ਉਹ ਮੋਹ ਹੈ। ਹਾਂਜੀ, ਇਹ ਪਿਆਰ ਹੁੰਦਾ ਜਿਹਦੀ ਲੈਣ ਦੇਣ ਨਹੀਂ ਹੈ ਕੋਈ। no matter what you do to me I'll still love you। ਤੁਸੀਂ ਮੈਨੂੰ ਜੁੱਤੀਆਂ ਮਾਰੋ, ਚਾਹੇ ਮੈਨੂੰ ਜੋ ਮਰਜ਼ੀ ਮੈਨੂੰ ਕਰੋ, ਮੇਰਾ ਪਿਆਰ ਤੁਹਾਡੀ ਤਰਫ ਕੱਟੇਗਾ ਨਹੀਂ ਕਦੀ ਵੀ, ਚਾਹੇ ਕੁਝ ਵੀ ਹੋ ਜਾਏ, ਚਾਹੇ ਜਿਸ ਹਾਲਤ ਵਿੱਚ ਤੂੰ ਰੱਖੇ ਤੂੰ, it doesn't matter to me। ਚਾਹੇ ਭੀਖ ਮੰਗਾਵੇ ਤੂੰ ਜਾਂ ਰਾਜਾ ਬਣਾ ਦੇਵੇ, it has no meaning to me at all those things। ਤੂੰ ਮੇਰਾ ਹੈ ਤੇ ਮੈਂ ਤੇਰਾ ਹਾਂ, ਤੂੰ ਜਿਸ ਹਾਲਤ, ਜੋ ਮਰਜ਼ੀ ਤੂੰ ਮੇਰੇ ਨਾਲ ਕਰ ਲੈ, it doesn't matter। ਮਾਰ ਲੈ, ਕੁਝ ਕਰ ਲੈ, ਕਿਸੇ ਵੀ ਹਾਲਤ ਵਿੱਚ ਰੱਖ ਲੈ, ਮੈਂ ਤੇਰਾ ਹਾਂ, ਮੈਂ ਖੁਸ਼ ਹਾਂ ਤੇਰੇ ਤੋਂ, ਜਿਸ ਤਰ੍ਹਾਂ ਵੀ ਤੇਰੇਗਾ ਮੈਂ ਖੁਸ਼ ਹਾਂ। ਤੇ ਉਹ ਪਿਆਰ ਜਿਹੜਾ ਭਾਖਿਆ ਭਾਉ, ਭਾਖਿਆ ਮਾਨੇ ਜਾਣਿਆ ਜਾਣਾ ਕਿਸੇ ਤੋਂ, ਜਾਂ ਉਹਦੀ ਪਹਿਚਾਣ ਕਰਾ ਦੇਣੀ। ਕਈਆਂ ਨੇ ਭਾਖਿਆ ਦੇ ਮੀਨਿੰਗ ਲੈਂਗੁਏਜ ਹੀ ਲਿਖੇ। ਆਸਾ ਦੀ ਵਾਰ ਦੀ ਤੁੱਕੇ ਵਿੱਚ ਹੀ ਭਾਖਿਆ ਵਰਡ ਆਇਆ, ਅਪਾਖਿਆ ਕਾ ਪੁੱਠਾ ਬੱਕਰਾ ਖਾਣਾ। ਉੱਥੇ ਅਪਾਖਿਆ ਆਇਆ ਹੈ, ਦੂਸਰੀ ਅਪਾਖਾ ਬੋਲਣ ਵਾਲਾ, ਭਾਵ ਅਸੀਂ ਨਹੀਂ ਕੋਈ ਹੋਰ। ਹਾਂਜੀ, ਇੱਥੇ ਭਾਖਿਆ ਵਰਡ ਆਇਆ ਹੈ। ਕਈ ਆਥਰਸ ਨੇ ਲੈਂਗੁਏਜ ਲਿਖਿਆ ਹੈ, ਕਈ ਬਈ ਉਹਦੀ ਲੈਂਗੁਏਜ ਪਿਆਰ ਵਾਲੀ ਹੈ, ਕਈਆਂ ਨੇ ਲਿਖਿਆ ਇਹਦੇ ਮੀਨਿੰਗ ਹੈ ਜਾਣਿਆ ਜਾਂਦਾ ਹੈ। ਉਹ ਜਾਣਿਆ ਜਾਂਦਾ ਹੈ, ਉਹਦੀ ਪਹਿਚਾਣ, ਤੇ ਉਸਦੀ ਪਹਿਚਾਣ ਜਾਂ ਉਹਦੀ ਲੈਂਗੁਏਜ, it doesn't matter how you take it, is the same meaning though। ਉਹਦੀ ਪਹਿਚਾਣ ਉਹਦਾ ਪਿਆਰ ਹੈ। ਤੇ ਮਹਾਰਾਜ ਕਹਿੰਦੇ ਕਿਤਨਾ ਪਿਆਰ ਹੈ, ਭਾਵ ਕਹਿੰਦੇ ਨਾ ਅਪਾਰ ਹੈ ਪਿਆਰ ਉਹਦਾ, ਤੁਸੀਂ ਤੋਲ ਨਹੀਂ ਸਕਦੇ ਉਸਨੂੰ, ਉਹਦੇ ਦੇ ਨਹੀਂ ਸਕਦੇ ਵਾਪਸ ਦਿੱਤਾ ਹੋਇਆ ਉਹਨੂੰ। ਉਹਦੇ ਹਰ ਚੀਜ਼ ਵਿੱਚ ਪਿਆਰ ਹੈ। ਦੋ ਅੱਖਾਂ ਦਿੱਤੀਆਂ ਹਨ ਨਾ ਹੋਣ ਤੇ ਫਿਰ ਦੇਖੋ ਕੀ ਹੁੰਦਾ। ਦੋ ਬਾਹਾਂ ਦਿੱਤੀਆਂ ਹਨ, ਲਾ ਲਵੇ ਤੇ ਫਿਰ ਦੇਖੋ। ਦੋ ਕੰਨ ਦਿੱਤੇ ਹਨ ਤੇ ਸੁਣਾਈ ਨਾ ਦੇਵੇ, ਫਿਰ ਦੇਖੋ। ਦੋ ਪੈਰ ਦਿੱਤੇ ਹਨ, ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਇਨ ਵਰਡ ਸੁਖਮਨੀ ਸਾਹਿਬ ਵਿੱਚ। ਤੇ ਇਹ ਦੇਣ ਵਾਲਾ ਉਹ ਹੈ, ਤੇ ਕਿਉਂਕਿ ਉਹ ਬਣਿਆ ਹੀ ਪਿਆਰ, ਉਹਦੀ ਜਾਣ ਪਛਾਣ ਹੀ ਪਿਆਰ ਨਾਲ ਹੈ, ਉਹਦੀ ਭਾਖਿਆ ਹੀ ਪਿਆਰ ਹੈ। ਉਹ ਭਾਉ ਖਾਲੀ ਉਹਦੀ ਨਹੀਂ ਹੈ, ਅਪਾਰ ਹੈ ਉਹ ਭਾਉ ਦਾ। ਉਹਦੀ ਜਾਣ ਪਛਾਣ, ਉਹਦੇ ਨਾਲ ਜਾਣ ਪਛਾਣ, ਸੋ ਜਿਸ ਬੰਦੇ ਦੀ ਜਾਣ ਪਛਾਣ ਹੀ ਪਿਆਰ ਹੋਏ, ਜਿਹਦੀ ਭਾਖਿਆ ਹੀ ਪਿਆਰ ਹੋਵੇ, ਤੇ ਉਸਨੂੰ ਪਿਆਰ ਬਿਨਾਂ ਕਿਸ ਤਰ੍ਹਾਂ ਬੰਦਾ ਜਿੱਤ ਸਕਦਾ ਹੈ? ਉਸਨੂੰ ਪਿਆਰ ਬਿਨਾਂ ਤੁਸੀਂ ਕਿਸ ਤਰ੍ਹਾਂ ਜਿੱਤ ਸਕਦੇ ਹੋ? ਉਸਨੂੰ ਪ੍ਰੇਮਾ ਭਗਤੀ ਬਿਨਾਂ ਤੁਸੀਂ ਕਿਸ ਤਰ੍ਹਾਂ ਉਹਨੂੰ ਨੋਟਿਸ ਕੀਤੇ ਸਕਦੇ ਹੋ? ਉਹਦੇ ਦਰਬਾਰ ਵਿੱਚ ਨਹੀਂ ਨੋਟਿਸ ਹੋ ਸਕਦੇ। ਦਸਮ ਪਿਤਾ ਨੇ ਇਹ ਗੱਲਾਂ ਜਿਹੜੀਆਂ ਸਵਈਆਂ ਚ ਰੋਜ਼ ਜਿਹੜੀਆਂ ਪੜ੍ਹਦੀਆਂ, ਜਿਨ ਪ੍ਰੇਮ ਕੀਓ, ਇਹ ਗੱਲ ਬਿਲਕੁਲ 100% ਉਹਨਾਂ ਨੇ ਇੱਕ ਲਾਈਨ ਵਿੱਚ ਕਲੈਰਿਟੀ ਦੇ ਦਿੱਤੀ ਕਿ ਜਿਨ ਪ੍ਰੇਮ ਕੀਓ, ਕਿਉਂਕਿ ਪ੍ਰੇਮ ਤੋਂ ਬਿਨਾਂ ਉਹਦੀ ਪ੍ਰਾਪਤੀ ਨਹੀਂ ਹੈ। ਕਿਉਂ ਨਹੀਂ ਹੈ ਪ੍ਰਾਪਤੀ? ਕਿਉਂਕਿ ਉਹ ਆਪ ਪ੍ਰੇਮ ਹੈ, ਉਹ ਆਪ ਸੱਚ ਹੈ, ਉਹ ਆਪ ਸਾਹਿਬ ਹੈ, ਤੇ ਉਹਦੀ ਭਾਖਿਆ ਭਾਉ ਅਪਾਰ ਹੈ। ਕਿਉਂਕਿ ਆਪ ਪ੍ਰੇਮ ਨਾਲ ਭਰਿਆ ਹੋਇਆ ਹੈ, ਤੇ ਸਾਡੀਆਂ ਮੰਗਾਂ ਜਿਹੜੀਆਂ, ਜਿਹਦੀ ਮੰਗ ਨਿਸ਼ਕਾਮ ਨਹੀਂ ਹੈ, ਉਹਨੇ ਤੇ ਉਹ ਪਹਿਲੀ ਪੌੜੀ ਵਿੱਚ ਆ ਚੁੱਕਿਆ ਕਿ ਉਹ ਮੰਗ ਕੇ ਥੱਕ ਜਾਂਦੇ ਆ, ਉਹ ਦਾਤਾ ਦਿੰਦਾ ਜਾਂਦਾ, ਉਹ ਮੰਗਦੇ ਰਹਿੰਦੇ ਹਨ, ਕਿਉਂਕਿ ਭਿਖਾਰੀ ਜਿਹੇ ਹੋਏ ਸਾਰੇ ਅਸੀਂ। ਉਹ ਮੰਗ ਕੇ ਉਹ ਦੇ ਕੇ ਸਰੀਰ ਵਟਾ ਕੇ ਉਹਨੇ ਦੇਣਾ ਥੱਕਣਾ ਨਹੀਂ, ਤੇ ਤੁਸੀਂ ਮੰਗਣਾ ਥੱਕਣਾ ਨਹੀਂ। ਉਹ ਦੇਣ ਵਿੱਚ ਕੋਈ ਸੰਕੋਚ ਨਹੀਂ ਹੈ, ਉੱਥੇ ਕੋਈ ਇਹੋ ਜਿਹਾ ਸੰਕੋਚ ਨਹੀਂ ਹੈ ਕਿ ਤੂੰ ਮੈਨੂੰ ਯਾਦ ਨਹੀਂ ਕੀਤਾ, ਇਸ ਵਾਸਤੇ ਤੂੰ ਨਹੀਂ ਅੰਮ੍ਰਿਤ ਵੇਲੇ ਉੱਠਿਆ, ਜਾਂ ਤੂੰ ਨਹੀਂ ਕੁਝ ਕੀਤਾ ਹੈ, ਤੂੰ ਕੀਰਤਨ ਨਹੀਂ ਕਰਦਾ। ਉਹ ਜੀ ਕੋਈ ਭਾਵਨਾ ਨਹੀਂ ਹੈ ਅੰਦਰ। ਕੋਈ ਆਖੇ ਮੰਗੇ ਦੇ ਦਾਤ ਕਰੇ ਦਾਤਾਰ, ਤਾਂ ਉਹ ਫਿਰ ਉਸ ਭਾਵ ਵਾਲੇ, ਉਸ ਸੱਚੇ ਸਾਹਿਬ ਨੂੰ, ਨਾਮ ਵਾਲੇ ਸੱਚੇ ਨੂੰ, ਜਿਹਦੀ ਭਾਖਿਆ ਭਾਵ ਅਪਾਰ ਹੈ, ਉਹਦੇ ਕੋਲੋਂ ਦਾਤਾ ਮੰਗਦੇ ਹਨ ਲੋਕ। ਅਸੀਂ ਰੋਜ਼ ਮੰਗਦੇ ਹਾਂ, ਮੈਂ ਵੀ ਮੰਗਦਾ ਹਾਂ ਰੋਜ਼, ਸਾਰੇ ਮੰਗਦੇ ਹਾਂ, ਤੇ ਮੰਗਣ 'ਚ ਕੋਈ ਸ਼ਰਮ ਨਹੀਂ। ਗੱਲ ਪ੍ਰੋਬਲਮ ਉੱਥੇ ਇਹ ਹੈ ਕਿ ਜਿੱਥੇ ਸਿਰਫ ਆਪਣੀਆਂ ਹੀ ਮੰਗਾਂ ਮੰਗੀਆਂ ਜਾਣ, ਉਹਨੂੰ ਨਾ ਮੰਗੇ ਬੰਦਾ,
ਉੱਥੇ ਪ੍ਰੋਬਲਮ ਆਈ, ਉੱਥੇ ਉਹਨਾਂ ਨੇ ਸੰਕੋਚ ਕੀਤਾ, ਉੱਥੇ ਇਸ਼ੂ ਆਇਆ ਇਸ ਪੌੜੀ ਵਿੱਚ। ਹੁਣ ਦੇਖੋ ਇੱਕ ਗੱਲ ਤੁਸੀਂ ਇੱਕ ਬੰਦੇ ਨਾਲ ਤੁਹਾਨੂੰ ਬੜਾ ਪਿਆਰ ਹੋਵੇ, A B ਨਾਲ ਬਹੁਤ ਪਿਆਰ ਕਰਦਾ ਹੋਵੇ, B ਕੋਲ ਜਿਹੜੀ ਚੀਜ਼ ਮੰਗੇ B ਬਗੈਰ ਸੰਕੋਚ ਤੋਂ A ਨੂੰ ਦੇ ਦੇਵੇ, ਜਿਗਿਆਸੂ ਨੂੰ ਦੇ ਦੇਵੇ, ਬਗੈਰ ਕੁਝ ਸਮਝੇ ਹੋਏ, ਹਾਂਜੀ ਤੈਨੂੰ ਚਾਹੀਦੀ ਹੈ ਲੈ ਲੈ, ਪੈਸੇ ਚਾਹੀਦੇ ਨੇ ਇਹ ਲੈ ਲੈ, ਇਹ ਚਾਹੀਦਾ ਇਹ ਵੀ ਤੈਨੂੰ ਦੇ ਦਿੱਤਾ ਸਾਰਾ ਕੁਝ। ਹੁਣ ਜੇ ਇਹ ਸਮਝ ਲਓ ਕਿ A ਕੋਲ ਜੋ ਵੀ ਇਕੱਠਾ ਕੀਤਾ ਨਾ ਸਮਾਨ, ਸਾਰਾ B ਨੇ ਦਿੱਤਾ ਹੋਇਆ ਸਾਰਾ ਸਮਾਨ। ਸਾਡੇ ਜੀਵਨ 'ਚ ਸੇਮ ਹੈ। ਇੱਕ ਚੀਜ਼ ਦੱਸ ਦਿਓ ਜਿਹੜੀ ਤੁਹਾਡੀ ਆਪਣੀ ਹੈ, ਕੁਝ ਆਪਣਾ ਨਹੀਂ ਹੈ ਤੁਹਾਡਾ, ਸਭ ਕੁਝ ਦਿੱਤਾ ਹੋਇਆ ਹੈ ਤੁਹਾਨੂੰ। ਇਹਦੇ ਸਰੀਰ ਜਦੋਂ ਆਏ ਸੀ ਤੇ ਬੰਦਾ ਨੰਗਾ ਹੀ ਆਉਂਦਾ, ਕੁਝ ਨਹੀਂ ਲੈ ਕੇ ਆਉਂਦਾ ਨਾਲ, ਤੇ ਜਾਣ ਵਕਤ ਵੀ ਸੇਮ ਹੀ ਹੈ। ਤੇ ਜੇ ਤੁਹਾਡੇ ਕੋਲ ਕੋਈ ਚੀਜ਼ ਆਪਣੀ ਨਹੀਂ ਹੈ, ਬਣਾਈ ਹੋਈ, ਹੁਣ ਦੇਖੋ ਇਹ ਬੜੀ ਵੱਡੀ ਪ੍ਰੋਬਲਮ ਹੈ ਨਾ। ਹੁਣ ਅਗਰ A ਨੇ ਸਭ ਕੁਝ B ਕੋਲ ਲਿੱਤਾ ਹੋਵੇ, ਆਪਣਾ ਕੁਝ ਨਾ ਹੋਵੇ, B ਦਿੰਦਾ ਜਾਏ ਹਮੇਸ਼ਾ, ਹੁਣ B ਨੂੰ ਕੀ ਦਵੇ ਉਹ? ਹੁਣ ਇੱਥੇ ਤੇ ਇਸ਼ੂ ਇਹੀ ਰੇਜ਼ ਹੋਇਆ ਨਾ ਇੱਥੇ। ਹੁਣ ਮੈਂ ਕੀ ਕਰਾਂ? ਹੁਣ ਦੱਸੋ, ਹੁਣ ਜੇ ਮੇਰੇ ਕੋਲ ਕੋਈ ਚੀਜ਼ ਆਪਣੀ ਦੇਣ ਵਾਲੀ ਤੁਹਾਨੂੰ ਨਹੀਂ ਹੈ, ਤੁਹਾਨੂੰ ਖੁਸ਼ ਕਰਨ ਵਾਲੀ ਕੋਈ ਚੀਜ਼ ਨਹੀਂ ਹੈ ਮੇਰੇ ਕੋਲ, ਬੜੀ ਵੱਡੀ ਸਮੱਸਿਆ ਪੈਦਾ ਹੋਗੀ ਨਾ ਇੱਥੇ। ਹੁਣ ਜੀ ਉਸ ਜਿਗਿਆਸੂ ਵਾਸਤੇ ਤੇ ਬਹੁਤ ਵੱਡੀ ਸਮੱਸਿਆ ਹੈ। ਨਾਰਮਲੀ ਵੈਸੇ ਦੋ ਬੰਦਿਆਂ ਦੇ ਪਿਆਰ ਦੇ ਵਿੱਚ ਲੈਣ ਦੇਣ ਹੁੰਦਾ ਹੈ। ਵਿਆਹ ਸ਼ਾਦੀਆਂ ਤੇ ਜਾਂਦੇ ਆ ਲੋਕ, ਲੋਕ ਫਿਰ ਕਈ ਮੈਂ ਦੇਖਿਆ ਆਪਣੇ ਘਰਾਂ ਵਿੱਚ ਦੇਖਿਆ, ਲੋਕ ਲਿਖ ਕੇ ਰੱਖਦੇ ਫਲਾਣੇ ਨੇ ਕਿੰਨੇ ਪੈਸੇ ਦਿੱਤੇ ਸਨ ਉਸ ਵੇਲੇ, ਹੁਣ X ਅਮਾਉਂਟ, ਫਿਰ ਉਹ ਕਹਿੰਦੇ ਜੀ X ਪਲੱਸ ਕਰ ਦਿਓ, X ਤੋਂ ਥੱਲੇ ਨਾ ਹੋਵੇ, ਤਾਂ ਵੀ ਉਹ X ਤੋਂ ਬਹੁਤ 2X ਨਹੀਂ ਕਰਦੇ, ਉਹ ਲੋਕ ਡਬਲ ਨਹੀਂ ਕਰਦੇ। ਦੇਖਦੇ ਨਾ ਲੈਣ ਦੇਣ ਹੈ ਨਾ ਆਪਸ ਵਿੱਚ, ਕਿ ਉਹ ਜਿੰਨਾ ਹੈ ਉਤਨਾ ਹੀ ਕਰੋ ਕੰਮ ਤੁਸੀਂ, ਪਰ ਇੱਥੇ ਤੇ ਲੈਣ ਦੇਣ ਹੈ ਹੀ ਨਹੀਂ ਨਾ ਕੋਈ, ਇੱਥੇ ਤਾਂ ਵਾਪਸ ਦੇ ਹੀ ਨਹੀਂ ਸਕਦੇ ਕੁਝ। ਤੇ ਦਾਤ ਕਰੇ ਦਾਤਾਰ, ਮਤਲਬ ਦਾਤਾ ਤੇ ਹਮੇਸ਼ਾ ਦਿੰਦਾ ਰਹਿੰਦਾ। ਕੁਐਸਚਨ ਇਹ ਹੈ ਕਿ ਫਿਰ ਕੀ ਅੱਗੇ ਰੱਖੀਏ, ਇਹ ਕੁਐਸਚਨ ਇਹ ਬੜੀ ਵੱਡੀ ਸਮੱਸਿਆ ਹੈ, ਬਹੁਤ ਵੱਡੀ। ਜਿੱਤ ਦਿਸੇ ਦਰਬਾਰ ਦਾ ਮਤਲਬ ਹੈ ਜਿੱਥੇ ਤੁਸੀਂ ਰੈਕਗਨਾਈਜ਼ ਹੋ ਜਾਏ ਉਹਦੇ ਦਰਬਾਰ 'ਚ, ਉਹਨੂੰ ਦਿਸ ਪਵੇ ਕੁਝ ਭਾਵ, ਉੱਥੇ ਕੋਈ ਰੈਕਗਨਾਈਜ਼ ਹੋ ਜਾਏ ਚੀਜ਼, ਉੱਥੇ ਉਹ ਪਛਾਣਿਆ ਜਾਵੇ ਉਸ ਦਰਬਾਰ ਵਿੱਚ, ਜਾਂ ਉਹਦੀ ਚੀਜ਼ ਦਿੱਤੀ ਹੋਈ, ਜਾਂ ਉਹਦੀ ਕੋਈ ਚੀਜ਼ ਦਿੱਤੀ ਹੋਈ ਉਸ ਦਰਬਾਰ ਵਿੱਚ ਪਛਾਣੀ ਜਾਏ, ਭਾਵ ਪਰਮਾਤਮਾ ਦੀ ਨਜ਼ਰਾਂ ਵਿੱਚ ਤੁਸੀਂ ਆ ਜਾਵੋ। ਪਰਮਾਤਮਾ ਦੀ ਨਜ਼ਰਾਂ ਦੇ ਵਿੱਚ ਤੁਹਾਡੀ, ਉਹਦੀ ਨਜ਼ਰ ਵਿੱਚ ਤੁਸੀਂ ਆ ਜਾਏ। ਬੰਦਾ ਕੀ ਕਰੇ? ਬੰਦਾ ਹੁਣ ਦੇਖੋ ਇਹ ਹੈ ਤੇ ਬਹੁਤ ਵੱਡੀ ਇਸ਼ੂ ਹੈ ਨਾ, ਰੇਜ਼ ਕੀਤਾ ਨੇ, ਕੁਐਸਚਨ ਹੈ ਇੱਥੇ, ਫਿਰ ਕੇ ਅੱਗੇ ਰੱਖੀ ਕੀ ਕਰੇ ਬੰਦਾ ਅੱਗੇ। ਹਾਂਜੀ, ਸਿਰਫ ਸਲਾਹ ਦਾ ਹੀ ਰਸਤਾ ਦੱਸਣਗੇ ਨਾ ਅੱਗੇ, ਜਿਹੜੀ ਤੁਸੀਂ ਕਰ ਸਕਦੇ, ਉਹ ਵੀ ਤੁਹਾਡੇ ਹੱਥ ਵਿੱਚ ਨਹੀਂ ਹੈ, ਕਿਉਂਕਿ ਉੱਥੇ ਵੀ ਪਹਿਲੇ ਕਿਹਾ ਜਾਣ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਉਹ ਵੀ ਗੱਲ ਕਲੈਰਿਟੀ ਆ ਚੁੱਕੀ ਹੈ ਪਹਿਲੇ। ਉਹ ਵੀ ਨਹੀਂ ਕਰ ਸਕਦੇ ਤੁਸੀਂ, ਜੇ ਉਹ ਨਾ ਚਾਹੇ ਤੇ ਅਰਦਾਸ ਕਰ ਸਕਦੇ ਹੋ, ਅਰਦਾਸ ਵੀ ਨਹੀਂ ਕਰ ਸਕਦੇ ਜੋ ਅਰਦਾਸ ਨਾ ਕਰਵਾਏ ਮੂੰਹ ਚੋਂ। ਤੁਹਾਡੀਆਂ ਭਾਵਨਾ ਅੰਦਰ ਦੀਆਂ ਡਿਕਟੇਟ ਕਰਦੀਆਂ ਇਹ ਸਭ ਚੀਜ਼ਾਂ ਸਾਰੀਆਂ। I'm going to stop here for a second though। ਹੁਣ ਤੱਕ ਦੀ ਜਿਹੜੀ ਡਿਸਕਸ਼ਨ ਜਿਹੜੀ ਆਈ ਹੈ, ਜਿਹੜੀ ਇਹ ਬੜੀ ਉਸ ਉੱਚ ਕੋਟੀ ਦੇ, ਮੈਂ going to repeat it again, sometime repetition is good। ਇਹ ਉਸ ਕੋਟੀ ਦੇ, ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ, ਜਿਹੜਾ ਜਿਗਿਆਸੂ ਸੱਚੀ ਅੰਦਰੋਂ ਪਰਮਾਤਮਾ ਮਿਲਣ ਦੀ ਆਸ ਰੱਖਦਾ ਹੈ, ਜਿਹੜਾ ਜਿਗਿਆਸੂ ਸੱਚੀ ਅੰਦਰੋਂ ਉਹਦੇ ਜੀਵਨ ਵਿੱਚ, ਉਹਦੇ ਮਨ ਵਿੱਚ ਇੱਕ ਬਹੁਤ ਵੱਡੀ ਅੰਦਰੋਂ ਪ੍ਰਭੂ ਮਿਲਣ ਦੀ ਤੜਪ ਹੈ, ਜਿਹਦੇ ਅੰਦਰ ਇਹ ਭਾਵਨਾ ਹੈ ਕਿ ਮੈਂ ਮਰਨ ਤੋਂ ਪਹਿਲੇ ਉਸ ਪ੍ਰਭੂ ਨੂੰ ਦੇਖਣਾ, ਜਾਂ ਉਹਦੇ ਮਿਲਾਪ ਵਿੱਚ ਮੈਂ ਆਪਣੀ ਖੁਸ਼ੀ ਮਹਿਸੂਸ ਕਰਾਂਗਾ, ਤੇ ਜੀਵਨ ਦਾ ਗੋਲ ਬਣਾ ਲਿਆ ਆਪਣਾ। ਇਹ ਪੌੜੀ ਉਸਨੂੰ ਸੋਭਦੀ ਹੈ, ਉਹ ਪੌੜੀ। ਤੇ ਵੈਸੇ ਜਦ ਜਿਹਦੀ ਰੋਜ਼ ਪਾਠ ਕਰਦੇ ਹਾਂ ਅਸੀਂ, ਬਟ ਫਟੋਫਟ ਕਰ ਜਾਂਦੇ ਹਾਂ 10-15 ਮਿੰਟਾਂ ਤੇ ਫੋਕਸ ਨਹੀਂ ਕਰ ਪਾਉਂਦੇ ਇਹਦੇ ਉੱਤੇ ਜ਼ਿਆਦਾ। I'm going to stop here for a second and see if somebody has a question or comment or something before I move forward। ਵਰਿੰਦਰ ਜੀ, ਤੁਸੀਂ ਇੱਕ ਕਿਹਾ ਇੱਕ ਕੀਰਤਨ ਸੁਰਾਂ ਤੋਂ ਅੱਗੇ ਹੈ, ਕੀਰਤਨ ਕਰਨ ਵਾਲਿਆਂ ਲਈ ਇਹ ਬਹੁਤ ਜ਼ਰੂਰੀ ਹੈ, ਐਕਸਪਲੇਨ ਕਰੋਗੇ? ਇਹ ਮੈਂ ਕੀ ਐਕਸਪਲੇਨ ਕਰਾਂ? ਇਹ ਜਿਹੜੇ ਕੀਰਤਨ, ਜਿਹੜੇ ਇੱਕ ਟਾਈਮ ਆਉਂਦਾ ਹੈ ਕਰਦਿਆਂ ਇਹ ਆਪਣੇ ਐਕਸਪੀਰੀਅੰਸਸ ਐਂਡ ਪਰਸਨਲ ਜਿਹੜੇ ਕਰਦਿਆਂ ਜੇ ਤੇ ਕੀਰਤਨ ਕਿਸੇ ਨੇ ਸਿੱਖਿਆ ਹੈ ਸਿਰਫ ਉਹ ਸੁਰਾਂ ਸਿੱਖਣ ਵਾਸਤੇ, ਜਾਂ ਰਾਗ ਸਿੱਖਣ ਵਾਸਤੇ, ਜਾਂ ਤਾਲ ਸਿੱਖਣ ਵਾਸਤੇ, ਜਾਂ ਅੱਜ ਕੱਲ ਉਹ ਇਨਾਮ ਬੜੇ ਦਿੰਦੇ ਹਨ, ਪਹਿਲੀ ਪ੍ਰਾਈਜ਼ ਆਈ ਹੈ ਤੇ ਦੂਸਰੀ ਆਈ ਹੈ, ਉਹ ਵਿਚਾਰੇ ਬੱਚੇ ਮੈਂ ਦੇਖੇ ਕਈ ਵਾਰੀ
ਪੂਰਾ ਸਾਲ ਕੀਰਤਨ ਨਹੀਂ ਕਰਦੇ, ਇਸ ਪਾਸੇ ਧਿਆਨ ਹੈ। ਉਹ ਮੁਕਾਬਲੇ ਜਦੋਂ ਆਉਂਦੇ ਨੇ ਤੇ ਫਿਰ ਧੜਾ ਧੜ ਪ੍ਰੈਕਟਿਸ ਸ਼ੁਰੂ ਹੁੰਦੀਆਂ ਨੇ ਬੜੀਆਂ, ਜਿਹੜੇ ਤੇ ਇੱਕ ਕੀਰਤਨ ਇੱਕ ਸਿਰਫ ਸਲਾਹ ਕਰਦਿਆਂ ਵਾਲਾ ਕੀਰਤਨ ਇੱਕ ਅਵਸਥਾ ਆਉਂਦੀ ਹੈ ਜਿਹੜੀ ਮੈਂ ਉਹਦੇ ਡਿਸਕ੍ਰਾਈਬ ਨਹੀਂ ਕਰ ਸਕਦਾ। ਜਿਨ੍ਹਾਂ ਨੂੰ ਐਕਸਪੀਰੀਐਂਸਸ ਹਨ, ਉਹ ਕੀਰਤਨ ਸੁਰਾਂ ਤੋਂ ਅੱਗੇ ਹੈ। ਕੀਰਤਨ ਉਹਦੇ ਵਿੱਚ ਵੈਰਾਗ ਹੈ ਬਹੁਤ ਜ਼ਿਆਦਾ, ਉਹਦੇ ਵਿੱਚ ਬਹੁਤ ਪਿਆਰ ਹੈ। ਉਹ ਉਸ ਸੱਚੇ ਦੀ ਲਿਵ ਜੋੜਦਾ ਹੈ। ਤੁਹਾਡੀ ਜਿਹੜੇ ਕਰਦੇ ਹਨ ਉਹਨਾਂ ਨੂੰ ਪਤਾ ਹੈ, ਪਰ ਮੈਂ ਹੁਣ ਡਿਸਕ੍ਰਾਈਬ ਕੀ ਕਰਾਂ ਇਸ ਨੂੰ, ਪਿਆਰ ਵਿੱਚ ਉਹਦੇ ਨਾਲ ਜੁੜ ਜਾਣਾ ਔਰ ਡੂੰਘੇ ਪਿਆਰ ਵਿੱਚ ਜਾ ਕੇ ਉਹ ਫਿਰ ਜਿਹੜੇ ਐਕਸਪੀਰੀਐਂਸਸ ਉਸ ਕੀਰਤਨ ਵਿੱਚ ਜਿਹੜੇ ਹੁੰਦੇ ਹਨ, ਉਹ ਉਸੇ ਬੰਦੇ ਨੂੰ ਪਤਾ ਹੈ ਜਿਹੜੇ ਉਹਦੇ ਨਾਲ ਹੁੰਦੇ ਹਨ। ਜਿਹਦੇ ਨਾਲ ਮੈਂ ਕੀ ਬੋਲਣਾ, ਮੈਂ ਆਪਣੇ ਬਾਰੇ ਜ਼ਿਆਦਾ ਬੋਲਣਾ ਵੀ ਨਹੀਂ ਚਾਹੁੰਦਾ ਕਿ ਕੀ ਕਵਾਂ ਮੈਂ ਉਹਦੇ ਉੱਤੇ। ਬਟ ਐਨੀਵੇ that's about what I can say. ਇਹ ਹੁਣ ਜਿਹਨੇ ਨਹੀਂ ਖਾਦੀ ਮਿਠਾਈ ਹੈ ਵਾਲੀ ਉਹਨੂੰ ਉਹ ਨਹੀਂ ਐਕਸਪੀਰੀਅੰਸ ਕਰ ਸਕਦੇ। ਹੁਣ ਇਹ ਨੌਲੇਜ ਲੈਣ ਦਾ ਨਹੀਂ ਹੈ, ਇਹ ਇੱਕ ਐਕਸਪੀਰੀਅੰਸ ਦਾ ਹੈ। ਐਕਸਪੀਰੀਅੰਸ ਸੋ ਇਹ ਜਿਹੜੇ ਕਰਦੇ ਹਨ ਉਹਨਾਂ ਨੂੰ ਪਤਾ, ਉਹਨਾਂ ਨੂੰ ਅੱਗੇ। ਐਨੀ ਅਦਰ ਕੁਐਸਚਨਸ ਔਰ ਕਮੈਂਟਸ? ਗਾਵੇ ਕੋ ਤਾਣ। ਹਾਂਜੀ, ਫੁੱਲਾ ਜੀ ਦਾ ਕੁਐਸਚਨ ਤੁਸੀਂ ਪੁੱਛ ਲਓ ਪਹਿਲੇ। ਹਾਂਜੀ ਸੁਣੋ। ਹਾਂਜੀ, ਗਾਵੇ ਕੋ ਤਾਣ। ਹਾਂਜੀ, ਐਕਸਪਲੇਨ ਕਰਦੇ। ਹਾਂ, ਮੈਂ ਜਦੋਂ ਕਿਹਾ ਸੀ ਪਹਿਲੇ ਵੀ ਦੱਸਿਆ ਸੀ ਕਿ ਪ੍ਰਮਾਤਮਾ ਦੇ ਗੁਣ ਗਾਇਨ ਜਿਹੜੇ ਹਨ, ਜਿਹਦੇ ਅੰਦਰ ਪ੍ਰਮਾਤਮਾ ਜਿਸ ਨੂੰ ਸ਼ਕਤੀ ਦਵੇ, ਜਿਸ ਨੂੰ ਉਹਦੇ ਅੰਦਰ ਦਾਤ ਦਵੇ, ਜਿਸ ਨੂੰ ਹੈ, ਤੇ ਉਹੀ ਬੰਦਾ ਗੁਣ ਗਾਇਨ ਕਰ ਸਕਦਾ ਹੈ। ਠੀਕ। ਚਾਹੇ ਉਹ ਨਿਸ਼ਕਾਮ ਹੋਏ ਚਾਹੇ ਦੂਸਰੀ ਹੋਵੇ ਗੁਣ ਗਾਇਨ ਕਰਨ ਵਾਲੀ। ਸਾਰੇ ਇਹ ਵੀ ਅਰਦਾਸ ਨਹੀਂ ਕਰ ਸਕਦੇ ਕਿ ਮੈਨੂੰ ਠੀਕ ਕਰ ਦਿਓ। ਇਹ ਮੈਂ ਦੱਸ ਦਿਆਂ ਤੁਹਾਨੂੰ, ਇਹ ਅਵਸਥਾ ਉੱਚੀ ਹੈ ਉਹਦੇ ਨਾਲੋਂ ਜਿਹੜਾ ਸਮਝਦਾ ਪ੍ਰਮਾਤਮਾ ਕੋਈ ਹੈ ਹੀ ਨਹੀਂ। ਅਗਰ ਯਾਦ ਰੱਖਣਾ, ਜੇ ਅਰਦਾਸ ਕੀਤੀ ਜਾ ਰਹੀ ਹੈ ਆਪਣੇ ਵਾਸਤੇ ਵੀ, ਮੈਨੂੰ ਠੀਕ ਕਰ ਦਿਓ, ਜਾਂ ਮੇਰੇ ਤੇ ਬਖਸ਼ਿਸ਼ ਕਰ ਦਿਓ, ਮੇਰਾ ਘਰ ਨਵਾਂ ਦੇ ਦਿਓ, ਜਾਂ ਮੈਨੂੰ ਇਹ ਠੀਕ ਕਰ ਦਿਓ, ਮੈਨੂੰ ਪੈਸੇ ਦੇ ਦਿਓ, ਮੇਰੇ ਬੱਚਿਆਂ ਨੂੰ ਠੀਕ ਕਰ ਦਿਓ, ਉਹ ਅਵਸਥਾ ਫਿਰ ਵੀ ਉੱਚੀ ਹੈ ਉਹਨਾਂ ਨਾਲੋਂ ਜਿਹੜੇ ਇਸ ਪਾਸੇ ਆਉਂਦੇ ਹੀ ਨਹੀਂ, ਜਿਹੜੇ ਕੁਝ ਮੰਗਦੇ ਹੀ ਨਹੀਂ, ਜਿਹੜੇ ਪ੍ਰਮਾਤਮਾ ਨੂੰ ਦਿੱਤੀਆਂ ਚੀਜ਼ਾਂ ਦਾ ਐਕਸੈਪਟ ਹੀ ਨਹੀਂ ਕਰਦੇ। ਉਹ ਬੰਦੇ ਫਿਰ ਵੀ ਬੈਠੇ ਰਹਿਣ, ਲੇਕਿਨ ਉਹ ਵੀ ਤਾਂ ਕਰ ਸਕੇ ਹਨ ਜਦੋਂ ਪ੍ਰਮਾਤਮਾ ਉਹਨਾਂ ਤੇ ਬਖਸ਼ਿਸ਼ ਕਰਦਾ ਹੈ, ਜਦੋਂ ਉਹਨਾਂ ਤੇ ਮਿਹਰ ਹੁੰਦੀ ਹੈ ਤੇ ਤਾਣ ਮਿਲਦਾ ਹੈ ਉਹਨਾਂ ਨੂੰ ਉਸ ਗੁਣ ਗਾਣ ਵਿੱਚ, ਚਾਹੇ ਉਹਨਾਂ ਦੀ ਮੰਗ ਨਿਸ਼ਕਾਮ ਨਾ ਵੀ ਹੋਵੇ ਤਾਂ ਵੀ। That's what those real meanings are. ਹਾਂਜੀ ਫੂਲਾ ਜੀ, ਪਲੀਜ਼। ਵੀਰ ਜੀ, ਜਦੋਂ ਤੁਸੀਂ ਸਮਝਾਉਂਦੇ ਹੋ ਉਦੋਂ ਤੇ ਪਤਾ ਲੱਗ ਜਾਂਦਾ, ਬਾਅਦ ਵਿੱਚ ਫਿਰ ਭੁੱਲ ਜਾਂਦਾ ਹੈ। ਇਸ ਲਈ ਮੈਂ ਸੰਥਿਆ ਦਾ ਪੇਜ 79 ਪ੍ਰਿੰਟ ਕੀਤਾ ਹੈ। ਉਹਦੇ ਵਿੱਚ ਬਹੁਤ ਬਰੀਫ ਵਿੱਚ ਪਹਿਲੀਆਂ 5 ਪੌੜੀਆਂ ਦਾ ਨਿਚੋੜ ਲਿਖਿਆ ਹੈ। ਸੋ ਯਾਦ ਰੱਖਣ ਵਾਸਤੇ ਉਹ ਪੇਜ ਬੜਾ ਜ਼ਰੂਰੀ ਹੈ। ਸੋ ਫਿਰ ਤੁਸੀਂ ਪਾ ਦਿਓ ਬੇਸ਼ੱਕ, ਅਗਰ ਤੁਸੀਂ ਪਿਕਚਰ ਲੈ ਕੇ ਪਾਣਾ ਤੇ ਸ਼ਾਇਦ people can read it, if that might be helpful. ਹਾਂ, ਪ੍ਰਾਕਥਨ ਪੇਜ 79 ਤੇ ਹੈ, ਸੰਥਿਆ ਨੰਬਰ 1 ਚ। ਹਾਂਜੀ, ਤੁਸੀਂ ਪਾ ਦਿਓ ਬੇਸ਼ੱਕ। ਮੈਂ ਕੁਝ ਮਤਲਬ ਕਿ I was going to read few lines from the different page today, but thank you Vijay for sharing that. I appreciate that. Yeah, I know sometimes when you're explaining things and then it becomes clearer, then ਇਹ ਹਮੇਸ਼ਾ ਹੁੰਦਾ ਸਟੂਡੈਂਟ ਤੇ ਟੀਚਰ ਦਾ। ਕਈ ਵਾਰੀ ਟੀਚਰ ਜਦੋਂ ਕੋਈ ਚੀਜ਼ ਪੜ੍ਹਾ ਰਿਹਾ ਹੋਵੇ ਤਾਂ ਉਸ ਵੇਲੇ ਸਮਝ ਆ ਜਾਂਦੀ ਹੈ, ਫਿਰ 2 ਦਿਨਾਂ ਬਾਅਦ ਜਦੋਂ ਨਾ ਹੋਵੇ ਕੋਲ ਤੇ ਫਿਰ ਬੰਦੇ ਨੂੰ ਮੁਸ਼ਕਿਲ ਆਉਂਦੀ ਵੀ ਕੀ ਕਿਹਾ ਸੀ ਉਸ ਵੇਲੇ, ਸਮਝ ਨਹੀਂ ਆਈ ਚੀਜ਼। ਸਾਡਾ ਲੈਵਲ ਨਹੀਂ ਨਾ ਉਹ ਵੀ ਅਸੀਂ ਯਾਦ ਰੱਖ ਸਕੀਏ। ਨਹੀਂ, ਸਭ ਦਾ ਲੈਵਲ ਹੈ। ਜਿਹੜੀਆਂ ਚੀਜ਼ਾਂ ਯਾਦ ਰੱਖਣ ਵਾਲੀਆਂ ਹੁੰਦੀਆਂ ਫੂਲਾ ਵੀਰ ਜੀ, ਉਹ ਬੰਦਾ ਯਾਦ ਰੱਖਦਾ ਹੈ। ਇਹ ਗੱਲ ਮੈਂ ਤੁਹਾਡੀ ਮੰਨਣ ਨੂੰ ਤਿਆਰ ਨਹੀਂ ਹਾਂ। ਨਹੀਂ, ਸਮਝ ਤੇ ਲੱਗ ਜਾਂਦੀ ਹੈ ਜੀ, ਪਰ ਫਿਰ ਦੁਬਾਰਾ ਜਿਹੜੀ ਚੀਜ਼ ਤੁਹਾਨੂੰ ਇੰਟਰਸਟ ਹੈ ਨਾ ਵੀਰ ਜੀ, ਜਿਹੜੀ ਚੀਜ਼ ਤੁਹਾਨੂੰ ਬਹੁਤ ਚੰਗੀ ਲੱਗੇ ਨਾ, ਕੋਈ ਚੀਜ਼ ਅਗਰ ਤੁਹਾਨੂੰ ਜਿਹਦੇ ਬਿਨਾਂ ਤੁਸੀਂ ਰਹਿ ਨਾ ਸਕੋ, ਉਹ ਚੀਜ਼ ਇੱਕ ਵਾਰੀ ਕਹੀ ਵੀ ਚੀਜ਼ ਬੰਦਾ ਜ਼ਿੰਦਗੀ ਕਦੀ ਨਹੀਂ ਭੁੱਲਦਾ। ਇੱਕ ਗੱਲ ਯਾਦ ਰੱਖਿਓ ਮੇਰੀ ਗੱਲ। It all depends ਵੀਰ ਜੀ, ਤੁਹਾਡਾ ਸ਼ੌਕ, it all depends how badly we want something, ਤੁਸੀਂ ਦੇਖੋ ਕਈਆਂ ਨੂੰ ਜ਼ਿੰਦਗੀ ਤੁਹਾਨੂੰ ਬੜੇ ਬੰਦੇ ਮਿਲਣਗੇ ਜਿਨ੍ਹਾਂ ਨੂੰ ਕਿਸੇ ਐਸਪੈਕਟ ਆਫ ਲਾਈਫ ਨਾਲ ਬਹੁਤ ਇੰਟਰਸਟ ਹੈ। ਫੋਰ ਐਗਜ਼ਾਮਪਲ, ਕਿਸੇ ਨੂੰ ਸਟਾਕ ਮਾਰਕੀਟ 'ਚ ਬਹੁਤ ਇੰਟਰਸਟ ਹੈ, ਕਿਸੇ ਨੂੰ ਗੋਲਫ ਖੇਡਣ 'ਚ ਬੜਾ ਇੰਟਰਸਟ ਹੈ। ਉਹ ਸਵੇਰੇ 5 ਵਜੇ ਉੱਠ ਕੇ ਗੋਲਫ ਖੇਡਣ ਚਲੇ ਜਾਣਗੇ, 6 ਵਜੇ, ਚਾਹੇ ਜਿੰਨੇ ਮਰਜ਼ੀ ਥੱਕੇ ਹੋਣ। ਕਿਉਂ? ਉਹਨਾਂ ਨੂੰ ਥਕਾਵਟ ਹੀ ਨਹੀਂ ਮਹਿਸੂਸ ਨਹੀਂ ਹੁੰਦੀ ਗੋਲਫ ਖੇਡਣ 'ਚ। ਉਹਨਾਂ ਨੂੰ ਤੇ ਉਹ ਤੇ ਵੇਟ ਕਰਦੇ ਹਨ ਵੀ ਕਦੋਂ ਆਏ ਇਸ ਵੇਲਾ ਹੋ, ਉੱਠੀਏ ਸਵੇਰੇ ਤੇ ਜਾਈਏ ਖੇਡਣ, ਚਾਹੇ ਜਿੰਨੇ ਮਰਜ਼ੀ ਥੱਕੇ ਹੋਣ, ਸੈਟਰਡੇ ਸਵੇਰ ਹੋਵੇ ਚਾਹੇ ਸੰਡੇ ਸਵੇਰ ਹੋਵੇ। ਕਿਉਂ? ਕਿਉਂਕਿ ਉਹਨਾਂ ਨੂੰ ਉਹ ਕਰਨਾ ਚੰਗਾ ਲੱਗਦਾ ਹੈ। ਉਹਨਾਂ ਨੂੰ ਉਹਦੇ ਵਿੱਚ ਕਰਨ 'ਚ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਉਹਨਾਂ ਨੂੰ। ਤੇ ਭਗਤਾਂ ਨਾਲ ਵੀ ਰਿਲੇਸ਼ਨਸ਼ਿਪ ਉਹ ਸਿਮਿਲਰ ਹੀ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਭਗਤਾਂ ਨਾਲ ਵੀ ਜਿਹੜੀ ਚੀਜ਼ ਇਨਸਾਨ ਨੂੰ ਬਹੁਤ ਚੰਗੀ ਲੱਗੇ,
ਉਹ ਇਨਸਾਨ ਐਜ਼ ਅ ਜਨਰਲ ਰੂਲ ਮੈਂ ਦੇਖਿਆ ਫੂਲਾ ਵੀਰ ਜੀ ਕਿ ਉਹ ਬੰਦਾ ਫਿਰ ਉਹਨਾਂ ਚੀਜ਼ਾਂ ਤੇ ਫੋਕਸ ਜਿਹੜਾ ਹੈ ਨਾ ਜ਼ਿਆਦਾ ਕਰਦਾ ਹੈ, ਉਹ ਚੀਜ਼ ਸੰਭਾਲ ਕੇ ਰੱਖਦਾ ਹੈ, ਉਹ ਨੰਬਰ 1, ਤੇ ਉਹ ਚੀਜ਼ ਭੁੱਲਦਾ ਵੀ ਨਹੀਂ ਇਤਨੀ ਜਲਦੀ, ਔਰ ਜਿਹੜੀਆਂ ਚੀਜ਼ਾਂ ਤੇ ਫੋਕਸ ਘੱਟ ਹੁੰਦਾ ਜਿਨ੍ਹਾਂ ਤੇ, ਫਿਰ ਉਹ ਚੀਜ਼ਾਂ ਦਿਮਾਗ 'ਚ ਕਈ ਵਾਰੀ ਅੱਧੀ ਰਹਿੰਦੀ ਹੈ ਤੇ ਅੱਧੀ ਗੱਲ ਨਹੀਂ ਰਹਿੰਦੀ, ਤੇ ਕਈ ਚੀਜ਼ਾਂ ਜਿਹੜੀਆਂ ਦਿਮਾਗ 'ਚ ਬਿਲਕੁਲ ਇੰਪੋਰਟੈਂਟ ਨਹੀਂ ਹਨ ਜਿਹੜੀਆਂ, ਉਹ ਤੇ ਫਿਰ ਇੱਕ ਕੰਨ ਤੋਂ ਸੁਣਦਾ ਤੇ ਦੂਸਰੇ ਕੰਨ 'ਚ ਬਾਹਰ ਚਲੀ ਜਾਂਦੀ ਹੈ। ਇਹ obvious ਹੈ ਲਾਈਫ ਦੇ ਲੈਸਨਸ ਹਨ, but it's nice Fula which is doing that though. So any other questions or any other comments so far? ਵੀਰ ਜੀ ਇੱਕ ਥਾਟ ਹੈਗੀ ਸੀ ਕਿ ਜਿੱਥੇ ਵੀਰ ਜੀ ਚਿੰਤਾ ਹੋਏ ਨਾ ਤੇ ਉੱਥੇ ਨਾ ਚਿੰਤਨ ਹੋਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਬਹੁਤ ਮੁਸ਼ਕਿਲ ਹੈ। I cannot ਚਿੰਤਨ ਜੋ ਹੈ ਉਹ it is very hard, ਤੇ ਉਸ ਵੇਲੇ ਜੋ ਹੈ ਉਹ ਆਦਮੀ ਆਖੇ ਕਿ ਇਹ ਆਪਣੀ ਜੋ ਨਾ ਲਗਨ ਹੈਗੀ ਹੈ ਉਹ ਨਾ ਪਰਮਾਤਮਾ ਨਾਲ ਜੋ ਹੈ ਲਾਈਕ ਜੋੜ ਲਏ, ਤੇ that is hard, very difficult. How do you get to that stage? You get to that stage by establishing a closer relationship with Gurbani, so that whatever is going on in your life, no matter how difficult it is, you have a feeling inside कि जो हो रहा है मेरे नाल ठीक हो रहा है, मेरे नाल माड़ी तो माड़ी तुहाडे सामने जिहड़ी गल हो रही है, ये गल जिहड़ी है ये हुक्म हिसाब नाल हो रही है, और जो मेरे नाल हो रहा है ये ठीक हो रहा है मेरे नाल, और जो मेरे नाल होएगा आगे वो भी ठीक होएगा। पर ये इतना ईजी नहीं है अपने आप को समझाना, बिकॉज कहना आसान है और करना बड़ा मुश्किल है। पर मैं एक गल दावे नाल कह सकदा हां कि गुरबाणी ज्यादा पढ़न नाल वीर जी, गुरबाणी दे नेड़े ज्यादा आण नाल, गुरबाणी दी वार्मथ ज्यादा लैण नाल, बंदे दे अंदर सहनशीलता, बंदे दे अंदर दुख झेलण दी समर्था, बंदे दे अंदर हुक्म नूं मनण दी अवस्था पहले नालों बेटर हो जाती है। पूरी तरह जाए ना जाए मैं ਉਹਦਾ दावा नहीं कर सकदा, ਉਹ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ, ਪਰ ਮੈਂ ਬਿਲਕੁਲ 100% ਤੁਹਾਨੂੰ ਮੰਨਣਾ ਤੁਹਾਡੀ ਗੱਲ ਨੂੰ, ਜਿਹਦੇ ਅੰਦਰ ਦੁੱਖ ਬਹੁਤ ਜ਼ਿਆਦਾ ਹੋਵਣ ਲਾਈਫ ਦੇ ਅੰਦਰ, ਜਾਂ ਕੋਈ ਇਹੋ ਜਿਹਾ ਇਸ਼ੂ ਆ ਜਾਏ ਲਾਈਫ ਦੇ ਅੰਦਰ, ਉਹਦਾ ਸਾਰਾ ਫੋਕਸ ਉਸ ਦੁੱਖ ਤੇ ਇਸ਼ੂ ਤੇ ਚਲਾ ਜਾਂਦਾ ਹੈ ਤੇ ਇਸ ਪਾਸੇ ਘਟ ਜਾਂਦਾ ਹੈ ਇਸ਼ੂ। ਲੇਕਿਨ ਅਗਰ ਆਪਣੀ ਉਹਨਾਂ એનર્ਜੀ ਨੂੰ ਥੋੜਾ ਬਹੁਤ ਚੈਨਲ ਕਰਕੇ ਅਗਰ ਇਸ ਪਾਸੇ ਲੈ ਕੇ ਆਵੇ, ਤੇ ਮੇਰੇ ਹਿਸਾਬ ਦੇ ਨਾਲ ਉਹਦਾ ਦੁੱਖ ਜਿਹੜਾ ਵਾ, ਦੁੱਖ ਤੇ ਦੁੱਖ ਹੀ ਰਹਿੰਦਾ ਉਸ ਬੰਦੇ ਦੇ ਅੰਦਰ, ਪਰ ਉਸ ਦੁੱਖ ਨੂੰ ਮਹਿਸੂਸ ਘੱਟ ਹੁੰਦਾ ਉਸ ਬੰਦੇ ਨੂੰ, ਕਿਉਂਕਿ ਉਹ ਬੰਦਾ ਐਕਸੈਪਟ ਕਰ ਲੈਂਦਾ ਹੈ ਕਿ ਇਹ ਜੋ ਮੇਰੇ ਨਾਲ ਹੋ ਰਿਹਾ ਹੈ ਇਹ ਮੇਰੇ ਨਾਲ ਬੈਸਟ ਹੀ ਹੋ ਰਿਹਾ, ਇਸ ਤੋਂ ਬੈਸਟ ਨਹੀਂ ਹੋ ਸਕਦਾ। ਇਹ ਕਹਿਣਾ ਈਜ਼ੀ ਹੈ ਬੜਾ, ਔਰ ਕਰਨਾ ਬੜਾ ਮੁਸ਼ਕਿਲ ਹੈ। ਪਰ ਬਾਣੀ 'ਚ ਵਰਡ ਆਏ ਹਨ ਕਿ ਦੁੱਖ ਦਾਰੂ ਸੁਖ ਰੋਗ ਭਇਆ, ਇਹ ਕਈ ਵਾਰੀ ਇਹਨਾਂ ਦੁੱਖਾਂ ਤੋਂ, ਕਈ ਵਾਰੀ ਇਹਨਾਂ ਤਕਲੀਫਾਂ ਤੋਂ ਪ੍ਰਮਾਤਮਾ ਨੇੜੇ ਆ ਜਾਂਦਾ। ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ, ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਇੱਕ ਬੁੱਕ ਹੈ, ਯਾਦ ਨਹੀਂ ਆ ਰਿਹਾ, ਤੁਹਾਨੂੰ ਪਤਾ, ਉਹਦੇ ਚਿੱਠੀਆਂ ਦੇ ਜਵਾਬ ਭਾਈ ਸਾਹਿਬ ਨੇ ਲਿਖੇ ਨੇ। ਇਫ ਸਮਬਡੀ ਰਿਮੈਂਬਰਸ ਐਂਡ ਆਈ ਕੰਪਲੀਟਲੀ ਫੋਰਗਾਟ ਮੇਰੇ ਕਿ ਬੁੱਕ ਦਾ ਕੀ ਨਾਮ ਹੈ ਉਹਦਾ। ਪਤਰਾਵਲੀ। ਹਾਂਜੀ, ਪਤਰਾਵਲੀ। ਇੱਕ ਅਮਰ ਗੁਰਮਤਿ ਸਿੱਖਿਆ ਜੀ। ਹਾਂਜੀ, ਗੁਰਮਤਿ ਸਿੱਖਿਆ ਹਾਂ, ਪਤਰਾਵਲੀ ਹੋ ਗਈ, ਗੁਰਮਤਿ ਸਿੱਖਿਆ ਹੈ, ਛੋਟੀ ਜਿਹੀ ਕਿਤਾਬ ਹੈ। ਉਹਦੇ 'ਚ ਇੱਕ ਚਿੱਠੀ ਹੈ, ਉਹ ਚਿੱਠੀ ਪਤਾ ਨਹੀਂ ਬੜੀ ਵਾਰੀ ਪੜ੍ਹੀ ਹੈ ਮੈਂ ਚਿੱਠੀ, ਉਹ ਬੜੀਆਂ ਚਿੱਠੀਆਂ ਨੇ, ਪਰ ਇੱਕ ਚਿੱਠੀ ਬੜੀ ਸਪੈਸ਼ਲ ਹੈ ਉਹਦੇ 'ਚ, ਮੇਰੇ ਹਿਸਾਬ ਦੇ ਨਾਲ ਬੜੀਆਂ ਚਿੱਠੀਆਂ ਹੋਣੀਆਂ। ਤੇ ਉਹ ਚਿੱਠੀ ਆਈ ਥਿੰਕ ਅੰਮ੍ਰਿਤਸਰ 1920s ਜਾਂ 30s ਦੀ ਡੇਟਡ ਇੱਕ ਚਿੱਠੀ ਹੈ ਉਹਦੇ 'ਚ। ਤੇ ਭਾਈ ਸਾਹਿਬ ਕੋਲ ਕਿਸੇ ਨੇ ਕੁਐਸਚਨ ਕੀਤਾ ਕਿ ਮੇਰਾ ਜਵਾਨ ਬੱਚਾ ਚਲਾ ਗਿਆ, ਬਹੁਤ ਵਿਆਕੁਲ ਤੇ ਦੁਖੀ ਹਾਂ। ਆਈ ਥਿੰਕ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ, ਕਿਸੇ ਦੇ ਆਪਣੇ ਬੱਚੇ ਨਾਲ ਤਕਲੀਫ ਹੋ ਜਾਣੀ, ਤੇ ਜਾਂ ਰੋਗ ਲੱਗ ਜਾਣਾ, ਜਾਂ ਬੱਚੇ ਤਕਲੀਫ ਹੋ ਜਾਣੀ। ਹੁਣ ਇਸ ਕੇਸ ਵਿੱਚ ਅਲਟੀਮੇਟ ਦੁੱਖ ਆਇਆ ਕਿ ਉਹ ਬੱਚਾ ਚਲਾ ਹੀ ਗਿਆ, ਮਤਲਬ ਹੈ ਹੀ ਨਹੀਂ, ਮਤਲਬ ਕਿ ਹੀ ਇਜ਼ ਗੋਨ, ਹੀ ਇਜ਼ ਨੋ ਲੋਂਗਰ ਦੇਅਰ ਇਨ ਦਿਸ ਵਰਲਡ ਐਨੀਮੋਰ। ਤੇ ਉਸਨੇ ਆਪਣੀ ਵਿਆਕੁਲਤਾ ਨੂੰ ਅੱਗੇ ਰੱਖਿਆ ਕਿ ਮੇਰੇ ਕੋਲ ਬੜੀ ਮੁਸ਼ਕਿਲ ਆ ਰਹੀ ਹੈ ਮੈਨੂੰ ਇਸ ਦੁੱਖ ਸਹਾਰਨ ਵਿੱਚ, ਮੈਨੂੰ ਮੇਰੀ ਮਦਦ ਕਰੋ, ਤੁਸੀਂ ਹੈਲਪ ਕਰੋ ਮੇਰੀ। ਧੰਨ ਸਨ ਭਾਈ ਸਾਹਿਬ, ਦੇਖੋ ਕੌਣ ਕਿਸੇ ਦੇ ਦੁੱਖ ਦੂਰ ਕਰਦਾ ਹੈ, ਕੋਈ ਬੰਦਾ, ਇੱਕ ਆਥਰ ਮੈਨੂੰ ਦੱਸ ਦਿਓ ਜਿਨ੍ਹਾਂ ਨੇ ਇਹ ਕੰਮ ਕਰਦਾ ਹੋਵੇ, ਜਿਹੜਾ ਕਿ ਜਿਹਨੂੰ ਤਕਲੀਫ ਹੋਏ ਮੈਨੂੰ ਚਿੱਠੀ ਲਿਖੋ ਤੇ ਮੈਂ ਤੁਹਾਨੂੰ ਚਿੱਠੀ ਲਿਖ ਕੇ ਤੁਹਾਡੇ ਗੁਰਬਾਣੀ ਅਨੁਸਾਰ ਦੁੱਖ ਦੂਰ ਕਰਾਂਗਾ। ਕੋਈ ਦੱਸੋ, ਹੈ ਕੋਈ? ਮੈਨੂੰ ਨਹੀਂ ਪਤਾ ਕੋਈ ਹੋਰ ਆਥਰ ਹੋਵੇ ਜਿਸਨੇ ਕੀਤਾ ਹੋਵੇ ਕੰਮ, ਇਹੋ ਜਿਹੇ ਕੰਮ ਕੀਤੇ ਹੋਣ। ਉਹ ਭਾਈ ਸਾਹਿਬ ਆਪ ਕਿਤਨੇ ਬਿਜ਼ੀ ਹੋਣੇ ਲਿਖਣ ਵਿੱਚ, ਆਪਣੇ ਕੰਮ, ਆਪਣੀ ਉਸ ਮਸਰੂਫੀਅਤ ਦੇ ਵਿੱਚੋਂ ਟਾਈਮ ਕੱਢ ਕੇ ਕਿਸੇ ਨੂੰ ਚਿੱਠੀਆਂ ਲਿਖਣਾ,
तो चिट्ठी का जवाब देंदे ने भाई साहब ते किसी दे आई थिंक ऑन है हले ਤੇ ਚਿੱਠੀ ਦਾ ਜਵਾਬ ਇਹ ਦਿੰਦੇ ਨੇ ਕਿ ਜਿਹੜੀ ਅਵਸਥਾ ਤੁਸੀਂ ਪਹੁੰਚੇ ਹੋਏ ਹੋ ਨਾ ਹੁਣ ਇਸ ਵੇਲੇ ਜਿਸ ਦੁੱਖ ਦੀ ਅਵਸਥਾ ਤੁਸੀਂ ਪਹੁੰਚੇ ਹੋਏ ਹੋ ਜਿਹੜੀ ਵਿਰਾਗ ਦੀ ਅਵਸਥਾ ਤੁਸੀਂ ਪਹੁੰਚੇ ਹੋਏ ਹੋ ਜਿਸ ਦੁੱਖ ਤੇ ਤੁਸੀਂ ਜਾ ਰਹੇ ਹੋ ਇਹ ਦੁੱਖ ਜਿਹੜੀ ਅੰਦਰੋਂ ਜਿਹੜਾ ਤੁਹਾਡਾ ਬਣਿਆ ਹੋਇਆ ਹੈ ਇਸ ਦੁੱਖ ਨੂੰ ਪੋਜ਼ਿਟਿਵ ਦੁੱਖ ਵਿੱਚ ਕਨਵਰਟ ਕਰ ਲਓ ਇਸ ਦੁੱਖ ਨੂੰ ਜਾਂ ਇਸ ਤਕਲੀਫ ਨੂੰ ਜਾਂ ਇਹ ਵਿਰਾਗ ਵਾਲੀ ਅਵਸਥਾ ਨੂੰ ਤੁਸੀਂ ਪੁੱਤਰ ਦੇ ਵਿਯੋਗ ਦੇ ਨਾਲੋਂ ਹਟ ਕੇ ਪ੍ਰਮਾਤਮਾ ਵਿਯੋਗ ਵਿੱਚ ਕਨਵਰਟ ਕਰ ਲਓ ਇਸ ਦੁੱਖ ਨੂੰ ਤੁਸੀਂ ਵਿਰਾਗ ਰੂਪ ਵਿੱਚ ਕਨਵਰਟ ਕਰੋ ਤੁਸੀਂ ਇਤਨੇ ਨੇੜੇ ਹੋ ਉਸ ਅਵਸਥਾ ਦੇ ਤੁਸੀਂ ਸੋਚੋ ਕਿ ਮੇਰੇ ਪੁੱਤਰ ਦੇ ਵਿਯੋਗ 'ਚ ਨਹੀਂ ਮੈਂ ਰੋ ਰਹੀ ਮੈਂ ਪ੍ਰਮਾਤਮਾ ਵਿਛੜਨ ਦੇ ਵਿਯੋਗ ਵਿੱਚ ਰੋਂਦੀ ਪਈ ਹਾਂ ਉਸ ਤਰ੍ਹਾਂ ਉਸ ਚਿੱਠੀ ਵਿੱਚ ਕਿਤਨੀ ਖੂਬਸੂਰਤੀ ਨਾਲ ਬਾਣੀ ਦੇ ਐਗਜ਼ਾਮਪਲ ਦੇ ਕੇ ਸਮਝਾਇਆ ਉਸਨੇ ਹੁਣ ਉਹ ਕਿੰਨੇ ਕੋ ਫੋਲੋ ਕੀਤਾ ਹੋਣਾ ਉਸਨੇ ਜਾਂ ਨਹੀਂ ਫੋਲੋ ਕੀਤਾ ਹੋਣਾ ਇਹ ਮੇਰੇ 'ਚ ਕੋਈ ਇਨਫੋਰਮੇਸ਼ਨ ਨਹੀਂ ਹੈ ਕੋਈ ਬਟ ਮੈਂ 100% ਵੀਰ ਜੀ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਸ ਬੰਦੇ ਦੇ ਜੀਵਨ ਦੇ ਅੰਦਰ ਦੁੱਖ ਹੋਵੇ ਬਹੁਤਾ ਜਾਂ ਤਕਲੀਫ ਆ ਰਹੀ ਹੋਵੇ ਜਾਂ ਜਿਸ ਦਿਨ ਦੁਖੀ ਹੋਵੇ ਬਹੁਤ ਜ਼ਿਆਦਾ ਉਸ ਦਿਨ ਪਰਮਾਤਮਾ ਨੂੰ ਯਾਦ ਕਰਨਾ ਔਖਾ ਹੋ ਜਾਂਦਾ ਬਿਕਾਜ਼ ਸਾਰੀ એનર્ਜੀ ਤੁਹਾਡੀ ਉਹਦੇ ਵਿੱਚ ਚਲੀ ਜਾਂਦੀ ਹੈ ਬਟ ਇਹਦੇ ਨਾਲ ਇਹਦੀ ਇੱਕ ਹੋਰ ਮੈਂ ਗੱਲ ਕਹਾਂ ਜੋ ਬਾਣੀ ਚ ਆਈ ਹੈ ਉਸ ਦਿਨ ਦਾ ਬੰਦਾ ਇੰਤਜ਼ਾਰ ਨਾ ਕਰੇ ਕਿਉਂਕਿ ਇਹ ਦਿਨ ਕਿਸੇ ਦਿਨ ਚ ਆ ਸਕਦਾ ਹੈ ਸੋ ਉਸ ਦਿਨ ਦੀ ਪ੍ਰਿਪਰੇਸ਼ਨ ਵਾਸਤੇ ਪਹਿਲੇ ਕੰਮ ਸ਼ੁਰੂ ਕਰੇ ਜੇ ਪਹਿਲੇ ਹੀ ਬਾਣੀ ਨਾਲ ਬਹੁਤਾ ਪਿਆਰ ਹੋਏਗਾ ਜੇ ਪਹਿਲੇ ਹੀ ਕਿਸੇ ਨਾਲ ਜ਼ਿਆਦਾ ਪਿਆਰ ਹੋਏਗਾ ਬਾਣੀ ਦੀ ਰੋਹ ਦੇ ਵਿੱਚ ਰਹੇਗਾ ਬੰਦਾ ਤੇ ਦੁੱਖ ਸੁੱਖ ਜ਼ਿੰਦਗੀ ਜਦੋਂ ਆਣਗੇ ਤੇ ਈਜ਼ੀਲੀ ਹੈਂਡਲ ਕਰ ਸਕੋਗੇ ਤੁਸੀਂ ਇਹ ਮੈਂ ਗੱਲ ਦੱਸ ਦਿਆਂ ਤੁਹਾਨੂੰ ਦੇਖੋ ਜੇ ਇੱਕ ਬੰਦੇ ਦਾ ਆਸਰਾ ਤੁਹਾਡੇ ਬੱਚੇ ਨਾ ਹੋਵਣ ਇੱਕ ਤੁਹਾਡੇ ਆਸਰਾ ਤੁਹਾਡੀ ਵਾਈਫ ਤੇ ਹਸਬੈਂਡ ਨਾ ਹੋਵੇ ਪ੍ਰਮਾਤਮਾ ਹੋਵੇ ਔਰ ਇਹ ਤੁਸੀਂ ਕਾਫੀ ਦਿਨਾਂ ਤੋਂ ਆਪਣੀ ਲਾਈਫ ਅੰਦਰ ਇਸ ਚੀਜ਼ ਨੂੰ ਕਨਸੈਪਟ ਨੂੰ ਗ੍ਰਹਿਣ ਕਰਨਾ ਸ਼ੁਰੂ ਕਰਦੇ ਹੋ ਅੱਗੇ ਜਾ ਕੇ ਜੋ ਤਕਲੀਫਾਂ ਆਣਗੀਆਂ ਉਹ ਤੁਸੀਂ ਆਰਾਮ ਨਾਲ ਸਹਿ ਸਕਦੇ ਹੋ ਉਹਨੂੰ ਸਹਿਣ ਵਿੱਚ ਆਸਾਨੀ ਹੋਏਗੀ ਸਾਰਿਆਂ ਨੂੰ ਤੇ ਜਦੋਂ ਤਕਲੀਫ ਸਿਰ ਤੇ ਆ ਜਾਏ ਜਦੋਂ ਸਿਰ ਤੇ ਬੈਠ ਕੇ ਤੁਹਾਡੇ ਸਿਰ ਤੇ ਬੈਠ ਜਾਏ ਉਹ ਤਕਲੀਫ ਆ ਕੇ ਉਸ ਵੇਲੇ ਕਰਨਾ ਮੁਸ਼ਕਿਲ ਹੈ ਬੜਾ ਤਾਂ ਹੀ ਬਾਣੀ ਬਾਰ-ਬਾਰ ਤਾਕੀਦ ਹੈ ਕਿ ਉਸ ਦਿਨ ਦੀ ਵੇਟ ਨਾ ਕਰੋ ਜਦੋਂ ਦੁੱਖ ਤੁਹਾਡੇ ਸਿਰ ਦੇ ਉੱਤੇ ਆ ਜਾਣ ਪਹਿਲੇ ਤਿਆਰੀ ਕਰੋ ਆਪਣੀ ਪਹਿਲੇ ਇਸ ਪਾਸੇ ਲੱਗ ਜਾਓ ਪਹਿਲੇ ਇਸ ਨੂੰ ਆਪਣੀ ਦੇਖੋ ਵੀਰ ਜੀ ਜਦ ਤਕਲੀਫਾਂ ਤਦ ਤੱਕ ਹੈ ਜਦ ਤੱਕ ਬੰਦਾ ਸੋਚਦਾ ਹੈ ਕਿ ਮੇਰਾ ਪਿਆਰ ਪ੍ਰਮਾਤਮਾ ਤੋਂ ਜ਼ਿਆਦਾ ਮੇਰੇ ਕਿਸੇ ਹੋਰ ਚੀਜ਼ ਨਾਲ ਹੈ ਪੈਸੇ ਨਾਲ ਹੈ ਜਾਂ ਪੁੱਤਰਾਂ ਧੀਆਂ ਨਾਲ ਹੈ ਜਾਂ ਹਸਬੈਂਡ ਵਾਈਫ ਨਾਲ ਹੈ ਜਾਂ ਕਿਸੇ ਹੋਰ ਚੀਜ਼ ਨਾਲ ਹੈ ਜਦੋਂ ਪਿਆਰ ਤੁਹਾਡਾ ਉਸ ਨਾਲ ਹੋਏਗਾ ਜ਼ਿਆਦਾ ਉਹ ਅਗਰ ਜ਼ਿਆਦਾ ਇੰਪੋਰਟੈਂਟ ਤੁਹਾਡੀ ਲਾਈਫ ਵਿੱਚ ਹੋਏਗਾ ਤੇ ਬਾਕੀ ਚੀਜ਼ਾਂ ਨਾਲ ਅਗਰ ਘੱਟ ਵੀ ਜਾਏਗਾ ਜਾਂ ਨਹੀਂ ਵੀ ਹੋਏਗਾ ਕੋਈ ਇਸ਼ੂਜ਼ ਆਣਗੇ ਤੇ ਉਹ ਤੁਹਾਡੇ ਵਾਸਤੇ ਹੈਂਡਲ ਕਰਨਾ ਈਜ਼ੀ ਹੋ ਜਾਏਗਾ ਦੁੱਖ ਦੂਰ ਹੋਣ ਨਾ ਹੋਣ ਲੇਕਿਨ ਦੁੱਖ ਘੱਟ ਲੱਗਣਗੇ ਤੁਹਾਨੂੰ ਇਹ ਮੇਰਾ ਵੀ ਦਾਵਾ ਹੈ ਗੁਰਬਾਣੀ ਬਾਰ-ਬਾਰ ਕਹਿੰਦੀ ਹੈ ਇਸ ਟੌਪਿਕ ਦੇ ਉੱਤੇ ਬਟ ਹੈ ਔਖਾ ਕੰਮ ਇਹ ਹੈ ਕਿ ਫਿਰ ਕੇ ਅੱਗੇ ਰੱਖੀਏ ਇਹ ਇਸ਼ੂ ਹੈ ਕਿ ਅੱਗੇ ਹੁਣ ਕੀ ਕਰਾਂ ਮੈਂ ਦੇਖੋ ਦੇ ਤੁਸੀਂ ਕੋਈ ਸਕਦੇ ਨਹੀਂ ਕਿਉਂਕਿ ਦਿੱਤਾ ਹੋਇਆ ਉਹਨੇ ਸਾਰਾ ਕੁਝ ਹੈ ਤਾਣ ਤੁਹਾਡੇ 'ਚ ਕੁਝ ਹੈ ਨਹੀਂ ਤੁਹਾਡੇ 'ਚ ਉਹ ਦਵੇ ਤੇ ਤੁਹਾਨੂੰ ਮਿਲ ਸਕਦੇ ਹੈ ਹੁਣ ਬੰਦਾ ਕਿੰਨੀ ਖੁਸ਼ ਕਰੇ ਉਸਨੂੰ ਹੁਣ ਕੀ ਕਵੇ ਉਸਨੂੰ ਕੀ ਕਰੇ ਬੰਦਾ ਕੀ ਕਰ ਲੋਗੇ ਤੁਸੀਂ ਆਮ ਬੰਦਾ ਤੇ ਕਹਿੰਦਾ ਆਈ ਡੋਨਟ ਨੀਡ ਟੂ ਡੂ ਐਨੀਥਿੰਗ ਮੋਸਟ ਆਫ ਅਸ ਜਸਟ ਰੀਡ ਦਿਸ ਸਟਫ ਮੋਸਟ ਆਫ ਅਸ ਜਪਜੀ ਦੇ ਨਾਲ ਕੋਈ ਇਹੋ ਜਿਹੀ ਰਿਲੇਸ਼ਨਸ਼ਿਪ ਨਹੀਂ ਹੈ ਕਿਸੇ ਦੀ ਕਿ ਫਿਰ ਕੇ ਅੱਗੇ ਰੱਖੀਏ ਦੇ ਉੱਤੇ ਉਹ ਉਸ ਵਿਰਾਗ ਦੀ ਅਵਸਥਾ 'ਚ ਪੂਰਾ ਦਿਨ ਬਿਤਾ ਦੇਵੇ ਉਹ ਅਨਫੋਰਚੂਨੇਟਲੀ ਉਂਝ ਨਹੀਂ ਹੈ ਸਾਡੇ ਜੀਵਨ 'ਚ ਨਹੀਂ ਹੈ ਕੋਈ ਜਪਜੀ ਪੜ੍ਹਦੇ ਹਾਂ ਰੋਜ਼ ਅਸੀਂ ਬਟ ਕਿਤਨੇ ਬੰਦੇ ਰੁਕ ਕੇ ਇਸ ਗੱਲ ਨੂੰ ਪੌਂਡਰ ਕਰਦੇ ਹਨ ਯਾਰ ਮੈਂ ਕੀ ਕਰਾਂ ਇਹਦੇ ਉੱਤੇ ਮੈਂ ਕਿਸ ਤਰ੍ਹਾਂ ਦਾ ਪਿਆਰ ਪ੍ਰਾਪਤ ਕਰ ਲਵਾਂ ਉਹਦਾ ਮੈਂ ਕੀ ਕਰਾਂ ਮੈਂ ਆਪਣੇ ਜੀਵਨ ਦੀ ਕਿਹੜੀ ਬਲੀਦਾਨ ਦੇ ਦਿਆਂ ਮੈਂ ਆਪਣੇ ਜੀਵਨ ਦਾ ਤੇ ਅਗਲੀ ਲਾਈਨ 'ਚ ਹੈ ਕਿ ਮੂੰਹ ਕੇ ਬੋਲਣ ਬੋਲੀਏ ਜਿਸ ਸੁਣ ਧਰੇ ਪਿਆਰ ਮੈਂ ਇੱਕ ਤੇ ਮੈਂ ਕਰਾਂ ਕੀ ਤੇ ਦੂਸਰੀ ਗੱਲ ਮੈਂ ਦਵਾਂ ਕੀ ਤੇ ਦੂਸਰੀ ਹੈ ਮੈਂ ਕੀ ਬੋਲਾਂ ਮੂੰਹੋਂ ਕੀ ਕਵਾਂ ਮੈਂ ਜਿਸ ਕਹਿਣ ਦੇ ਨਾਲ ਤੂੰ ਮੇਰੇ ਨਾਲ ਪਿਆਰ ਦੀ ਨਜ਼ਰ ਨਾਲ ਦੇਖੇ ਉਹ ਤੇ ਸਭ ਦੇ ਨਾਲ ਪਿਆਰ ਦੀ ਨਜ਼ਰ ਨਾਲ ਦੇਖਦਾ ਪਰ ਇੱਥੇ ਪਿਆਰ ਦੀ ਨਜ਼ਰ ਦੇ ਉੱਤੇ ਮੋਖ ਦੁਆਰ ਵਾਲੀ ਨਜ਼ਰ ਹੈ ਇਸ ਪਿਆਰ ਦੀ ਨਜ਼ਰ ਵਿੱਚ ਤੇ ਆਮ ਪਿਆਰ ਦੀ ਨਜ਼ਰ 'ਚ ਫਰਕ ਹੈ ਇੱਕ ਪਿਆਰ ਦੀ ਨਜ਼ਰ ਤੇ ਸਾਰਿਆਂ ਦੇ ਉੱਤੇ ਨਜ਼ਰ ਹੈ ਉਹਦੀ ਲੇਕਿਨ ਭਗਤਾਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਨਜ਼ਰ ਜਿਹੜੀ ਮੋਖ ਦੁਆਰ ਵਾਲੀ ਜਿਹੜੀ ਹੈ ਜਿਹੜੀ ਉਹ ਮੋਖ ਦੁਆਰ ਵਾਲੀ ਜਿਹੜੀ ਨਜ਼ਰ ਹੈ ਉਹ ਨਜ਼ਰ ਅਲੱਗ ਹੈ ਉਹ ਨਜ਼ਰ ਮੈਂ ਕਿੰਝ ਲੈ ਕੇ ਆਵਾਂ ਆਪਣੇ ਅੰਦਰ ਉਹ ਤੁਹਾਨੂੰ ਮੈਂ ਕੀ ਬੋਲਾਂ ਮੈਂ ਕੁਐਸਚਨ ਹੈ ਦੋ ਇੱਥੇ ਇੱਕ ਮੂੰਹ ਕੇ ਬੋਲਣ ਬੋਲੀਏ ਇੱਕ ਫਿਰ ਕੇ ਅੱਗੇ ਰੱਖੀਏ
ਕੀ ਅੱਗੇ ਮੈਂ ਰੱਖਾਂ, ਕੀ ਭੇਟਾ ਕਰਾਂ ਤੇਰੇ ਅੱਗੇ। ਤੇ ਦੂਸਰੀ ਗੱਲ ਹੈ ਕਿ ਮੈਂ ਕੀ ਮੂੰਹੋਂ ਬੋਲਾਂ, ਜੋ ਬੋਲ ਕੇ ਤੈਨੂੰ ਖੁਸ਼ ਕਰ ਲਾਵਾਂ, ਹੈ ਨਾ। ਮੈਂ ਬੋਲ ਕੇ ਤੁਸੀਂ ਰਿਝ ਜਾਓ ਮੇਰੇ ਤੇ, ਮੈਂ ਤੁਹਾਡੀ ਨਜ਼ਰਾਂ 'ਚ ਆ ਜਾਵਾਂ, ਜੋ ਮੈਂ ਕਵਾਂ ਜਾਂ ਕਰਾਂ ਤੁਸੀਂ ਮੇਰੇ ਤੇ ਖੁਸ਼ ਹੋ ਜਾਓ ਇੱਕ ਵਾਰੀ। ਜੇ ਤੁਸੀਂ ਮੇਰੇ ਤੇ ਖੁਸ਼ ਹੋ ਗਏ ਤੇ ਫਿਰ ਮੇਰੀ ਗੱਲ ਬਣ ਗਈ, ਫਿਰ ਮੈਂ ਸਿੱਧੇ ਰਸਤੇ ਤੇ ਪੈ ਗਿਆ। ਫਿਰ ਮੈਂ, ਪਰ ਆਮ ਬੰਦਾ, ਜਿਹੜਾ ਅਨਲੈਸ ਤੁਸੀਂ ਇਸ ਕੋਟੀ ਦੇ ਜਿਗਿਆਸੂ ਦੇ ਹੋ, ਅਗਰ ਤਦ ਤੁਸੀਂ ਰਿਲੇਟ ਕਰ ਸਕਦੇ ਹੋ। ਜੇ ਇਸ ਕੋਟੀ ਦੇ ਜਿਗਿਆਸੂ ਦੇ ਨਹੀਂ ਹੋ ਤੁਸੀਂ, ਤੇ ਇਹਨਾਂ ਲਾਈਨਾਂ ਨਾਲ ਤੁਹਾਡੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਆਪਸ ਵਿੱਚ, ਕਿਉਂਕਿ ਤੁਸੀਂ ਉਹਨੂੰ ਖੁਸ਼ ਕਰ, ਤੁਸੀਂ ਚੀਜ਼ਾਂ ਮੰਗਣੀਆਂ, ਉਹ ਮੰਗ ਕੇ ਉਹ ਦਿੰਦਾ ਹੀ ਜਾਂਦਾ ਪਿਆ, ਉਹ ਦਿੰਦਾ ਹੀ ਜਾ ਰਿਹਾ, ਉਹ ਦਿੰਦਾ, ਤੁਸੀਂ ਮੁੱਕ ਗਏ ਹੋ, ਤੁਹਾਡੀਆਂ ਮੰਗਾਂ ਮੁੱਕ ਗਈਆਂ, ਤੁਹਾਡਾ ਸਰੀਰ ਮੁੱਕ ਗਿਆ, ਉਹ ਦਿੰਦਾ ਜਾ ਰਿਹਾ। ਲੇਕਿਨ ਤੁਸੀਂ ਤੇ ਕੁਝ ਨਹੀਂ ਮੰਗਿਆ ਨਾ, ਤੁਸੀਂ ਉਹਨੂੰ ਨਹੀਂ ਮੰਗਿਆ। ਉਹ ਇੱਥੇ ਉਸ ਜਿਗਿਆਸੂ ਵਾਸਤੇ ਹੈ ਕਿ ਮੈਂ ਕੀ ਕਰਾਂ। ਔਰ ਅਗਲੀ ਲਾਈਨਾਂ ਅਸੀਂ ਬਾਰ-ਬਾਰ ਪੜ੍ਹਿਆ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਅੰਮ੍ਰਿਤ ਵੇਲਾ ਦੇ ਲੋਕਾਂ ਨੇ ਬੜੇ ਡਿਫਰੈਂਟ ਇੰਟਰਪ੍ਰੀਟੇਸ਼ਨ ਕਰਨੇ ਸ਼ੁਰੂ ਕਰ ਦਿੱਤੇ। ਮੈਂ ਉਹਦੇ ਵਿੱਚ ਜਾਣਾ ਨਹੀਂ। ਅੱਜ ਕੱਲ ਹਰ ਬੰਦਾ ਆਪਣੇ ਨਜ਼ਰੀਏ ਨਾਲ ਬਾਣੀ ਨੂੰ ਖੋਜਦਾ, ਮੈਂ ਉਹਨਾਂ ਚੱਕਰਾਂ 'ਚ ਨਹੀਂ ਜਾਣਾ। ਮੈਂ ਵੈਸੇ ਵੀ ਮੇਰੀ ਨੌਲੇਜ ਸਾਰੀ ਸੈਕੰਡ ਹੈਂਡ ਹੈ, ਮੇਰੀ ਕੋਈ ਫਸਟ ਹੈਂਡ ਨੌਲੇਜ ਨਹੀਂ ਹੈ। ਮੈਂ ਜੋ ਪੜ੍ਹ ਕੇ ਤੁਹਾਨੂੰ ਸੁਣਾਉਂਦਾ ਹਾਂ, ਮੇਰੇ ਕੋਲ ਇੰਨਾ ਦਿਮਾਗ ਨਹੀਂ ਪਰਮਾਤਮਾ ਦਿੱਤਾ ਮੈਨੂੰ ਕਿ ਆਪੇ ਸੋਝੀ ਹੋਵੇ ਮੈਨੂੰ ਬਾਣੀ ਦੀ, ਆਪ ਸੋਚ ਕੇ ਮੈਂ ਸੋਝੀ ਲਵਾਂ, ਜਾਂ ਮੇਰੇ ਹਿਸਾਬ ਨਾਲ ਕੀ ਰਾਈਟ ਹੈ ਤੇ ਕੀ ਰੋਂਗ ਹੈ। ਉਹ ਮੇਰੇ ਜੋ ਵੱਡਿਆਂ ਕੋਲੋਂ ਸਿੱਖਿਆ ਹੈ, ਜੋ ਵੱਡਿਆਂ ਨੂੰ ਪੜ੍ਹਿਆ, ਉਹ ਤੁਹਾਡੇ ਅੱਗੇ ਰੱਖਿਆ। ਹੁਣ ਅੰਮ੍ਰਿਤ ਵੇਲਾ ਸਟੈਂਡਰਡ ਡੈਫੀਨੇਸ਼ਨ ਜਿਹੜੀ ਹੈ ਕਿ ਰਾਤ ਦਾ ਅਖੀਰਲਾ ਪਹਿਰ ਜਿਹੜਾ ਹੈ, ਉਹ ਬੜੀਆਂ ਰਿਸਰਚਸ ਹੋਈਆਂ ਨੇ ਇਸ ਟੌਪਿਕ ਦੇ ਉੱਤੇ। ਹਿੰਦੂਆਂ ਦੇ ਵੀ, ਮੁਸਲਮਾਨਾਂ ਨੇ ਵੀ ਬੜੀਆਂ ਕੀਤੀਆਂ ਟੌਪਿਕ ਤੇ ਰਿਸਰਚ ਜੀ। ਉਸ ਵੇਲੇ ਕਿਹੜੀ ਮੈਜੀਕਲ ਮੂਮੈਂਟ ਹੋਏਗੀ, ਕੋਈ ਮੈਜੀਕਲ ਮੂਮੈਂਟ ਕੋਈ ਮੈਨੂੰ ਨਹੀਂ ਪਤਾ। ਜਿਹੜੇ ਉੱਠਦੇ ਨੇ, ਜਿਹੜੇ ਮੇਰੇ ਵਰਗਿਆਂ ਨੂੰ ਕੀ ਪਤਾ, ਜਿਹੜੇ ਉੱਠਦੇ ਨੇ, ਜਿਹੜੇ ਕਰਦੇ ਨੇ, ਉਹਨਾਂ ਨੂੰ ਪਤਾ ਉਹ ਮੈਜੀਕਲ ਮੂਮੈਂਟ ਕੀ ਹੈ। ਪਰ ਕੁਝ ਤੇ ਹੈ ਉਸ ਮੂਮੈਂਟ ਵਿੱਚ ਜ਼ਰੂਰ। ਇਸਲਾਮ ਵਿੱਚ ਵੀ ਬਹੁਤ ਇੰਪੋਰਟੈਂਸ ਹੈ ਉਸ ਮੂਮੈਂਟ ਦੀ, ਬਾਏ ਦਾ ਵੇ। ਇਨਫੈਕਟ ਮੈਂ ਦੱਸ ਦਿਆਂ, ਇਸਲਾਮ ਵਿੱਚ ਨਮਾਜ਼ਾਂ, ਜਿਹੜੀ ਪਹਿਲੀ ਨਮਾਜ਼ ਹੈ ਜਿਹੜੀ ਫਜਰ ਦੀ, ਉਹ ਨਮਾਜ਼ ਦੀ ਟ੍ਰਾਂਸਲੇਸ਼ਨ ਪੜ੍ਹੋਗੇ ਤੇ ਗਦਗਦ ਹੋ ਜਾਓਗੇ ਪੜ੍ਹ ਕੇ, ਕਿਉਂਕਿ ਸਵੇਰੇ ਉੱਠ ਕੇ ਉਸ ਪਰਵਰਦਿਗਾਰ, ਉਸ ਅੱਲਾ, ਉਸ ਪ੍ਰਮਾਤਮਾ ਦੀ ਯਾਦ ਵਿੱਚ, ਉਹਦੇ ਪਿਆਰ ਵਿੱਚ ਬੈਠਣੇ ਦੀ ਜਿਹੜੀ ਇੱਕ ਰੋਹ ਹੈ, ਜਿਹੜੀ ਇਸਲਾਮ ਨੇ ਉਸਨੂੰ ਗਲਵਕੜੀ 'ਚ ਪਾਇਆ ਹੈ। ਉਸਨੂੰ ਇਸਲਾਮ ਉਹਨਾਂ ਨੇ ਐਕਸੈਪਟ ਕੀਤਾ ਹੈ। ਇਸਲਾਮ ਨੇ, ਹਿੰਦੂਇਜ਼ਮ ਵਿੱਚ ਐਕਸੈਪਟਡ ਹੈ। ਸਾਰੇ ਰਿਸ਼ੀ ਮੁਨੀ, ਪਹਿਲੇ ਰਿਸ਼ੀ ਜਿਹੜੇ ਸਨ, ਸਵੇਰ ਦਾ ਜਿਹੜਾ ਟਾਈਮ ਹੈ ਉਹ ਸਪੈਸ਼ਲ ਹੈ। ਪਰ ਇਹਦੇ 'ਚ ਕੋਈ ਸੰਕੋਚ ਨਹੀਂ ਹੈ ਮੈਨੂੰ ਕਹਿਣ ਦੇ ਵਿੱਚ ਕਿ ਕਈਆਂ ਦੀ ਜ਼ਿੰਦਗੀ ਵਿੱਚ ਉਹ ਕਰਨਾ ਬੜਾ ਮੁਸ਼ਕਿਲ ਹੈ। ਦੇਖੋ ਜੀ, ਸਵੇਰੇ ਜਿਸਨੇ 6:37 ਉੱਠ ਕੇ ਸਵੇਰੇ ਜਿਸਨੇ ਆਫਿਸ ਜਾਣਾ, ਉਹਦੇ ਵਾਸਤੇ ਬੜਾ ਮੁਸ਼ਕਿਲ ਹੈ ਕਰਨਾ ਹੈ। ਇਟਸ ਨਾਟ ਦੈਟ ਈਜ਼ੀ ਟੂ ਡੂ, ਬਿਕਾਜ਼ ਇਫ ਯੂ ਗੈਟ ਅਪ ਐਟ practical angle 2:30, 3 o'clock, and if you stay up for an hour and a half or two, then you're done by 4:30, 5 o'clock, then 2 hours later you have to go to work. It's very hard. Mind ਇੰਨਾ concentrate ਨਹੀਂ ਕਰ ਸਕਦਾ। ਤੇ ਜੇ ਨਹੀਂ ਕਰ ਸਕਦੇ ਤੁਸੀਂ, ਬੜੇ ਤਰੀਕੇ ਉਹਦੇ ਵੀ ਆਸ-ਪਾਸ ਹਨ। ਮੈਂ will talk separately one day. I don't want to be a public knowledge ਵਾਸਤੇ ਫੋਰਮ 'ਚ ਨਹੀਂ ਮੈਂ ਕਹਿਣਾ ਚਾਹੁੰਦਾ। ਲੇਕਿਨ ਜਿਹੜੇ ਅਗਰ ਨਹੀਂ ਕਰ ਸਕਦੇ, ਉਹ ਕਿਸੇ ਵੇਲੇ ਵੀ ਕਰ ਸਕਦੇ। ਇਹ ਜ਼ਰੂਰੀ ਨਹੀਂ ਹੈ ਕਿ ਇਹਦੇ 'ਚ ਕੋਈ ਇਹ ਨਾ ਰੱਖਣਾ ਕਿ I can't get up, so there's no way out for me. That is not true at all. Okay ਜੀ, ਕੋਈ ਵੀ ਟਾਈਮ ਅੰਮ੍ਰਿਤ ਵੇਲਾ ਹੈ। ਜਿਸ ਵੇਲੇ ਉਸਨੂੰ ਯਾਦ ਕਰਿਓ, ਉਹ ਅੰਮ੍ਰਿਤ ਵੇਲਾ ਬਣ ਸਕਦਾ ਹੈ ਤੁਹਾਡੇ ਵਾਸਤੇ। ਲੇਕਿਨ ਉਹ ਅੰਮ੍ਰਿਤ ਵੇਲਾ ਜਿਹੜੇ ਜਪਜੀ 'ਚ ਜਿਹੜੇ ਅੰਮ੍ਰਿਤ ਵੇਲਾ ਆਏ ਹਨ ਵਰਡ, ਹੁਣ ਕਈਆਂ ਨੇ ਅੰਮ੍ਰਿਤ ਵੇਲੇ ਦੀ ਜਿਹੜੀ ਟ੍ਰਾਂਸਲੇਸ਼ਨ ਕੀਤੀ, ਉਹ ਕਹਿੰਦੇ ਕਿ ਉਹ ਟਾਈਮ ਜਿਸ ਟਾਈਮ ਪਰਮਾਤਮਾ ਨੂੰ ਯਾਦ ਕਰੇ, ਉਹ ਸਾਰਾ ਹੀ ਅੰਮ੍ਰਿਤ ਵੇਲਾ ਹੈ। ਠੀਕ ਹੈ, ਉਸ ਆਪਣੀ ਇੰਟਰਪ੍ਰੀਟੇਸ਼ਨ ਦੇ ਹਿਸਾਬ ਦੇ ਨਾਲ ਜਦੋਂ ਉਸਨੂੰ ਯਾਦ ਕਰੋ, ਉਹ ਟਾਈਮ ਸਭ ਤੋਂ ਬੈਸਟ ਹੈ। ਪਰ ਜਪਜੀ ਵਿੱਚ ਅੰਮ੍ਰਿਤ ਵੇਲੇ ਜਿਹੜੇ ਵਰਡ ਆਏ ਹਨ, ਉਹ ਸਰਟਨ ਟਾਈਮ ਇਨ ਦਾ ਮਾਰਨਿੰਗ ਆਏ ਹਨ ਵਰਡ। ਹਾਂਜੀ, ਜਿਹੜੇ ਐਕਸੈਪਟੇਬਲ ਜਿਹੜੀਆਂ ਟ੍ਰਾਂਸਲੇਸ਼ਨ ਜਿਹੜੀਆਂ ਹਨ, ਤੇ ਜਿਹੜੇ ਨਹੀਂ ਉੱਠ ਸਕਦੇ ਸਵੇਰੇ, ਉਹ ਠੀਕ ਹੈ, ਉਹ ਆਪਣੀਆਂ ਮਜਬੂਰੀਆਂ, ਉਹ ਕਿਸੇ ਵੀ ਟਾਈਮ ਕਰੇ। ਫਿਰ ਇਹੀ ਹੈ ਕਿ ਇਸ ਵੇਲੇ people tell me and other people have told me and I have seen it my own life, ਆਪਣੇ ਐਕਸਪੀਰੀਐਂਸਸ ਹਿਸਾਬ ਦੇ ਨਾਲ ਵੀ ਇਸ ਟਾਈਮ ਤੇ ਤੁਹਾਡੀ ਪ੍ਰੋਬੇਬਿਲਿਟੀ ਧਿਆਨ ਜੋੜਨ ਦੀ ਬੈਟਰ ਹੈ ਹੋਰਾਂ ਟਾਈਮਾਂ ਨਾਲ। ਤੇ ਵਡਿਆਈ ਨੂੰ ਵਿਚਾਰਨਾ ਦੇ ਮਤਲਬ ਹੈ
ਉਸ ਪਰਮਾਤਮਾ ਨਾਲ ਪ੍ਰੇਮ ਕਰਨਾ, ਉਸ ਪਰਮਾਤਮਾ ਨੂੰ ਯਾਦ ਕਰਨਾ ਤੇ ਯਾਦ ਪ੍ਰੇਮ ਨਾਲ ਕਰਨਾ ਉਹਨੂੰ। ਪਰ ਪ੍ਰੇਮ ਦੇ ਨਾਲ ਹੁਣ ਕਿਸੇ ਦੀ ਯਾਦ ਬਹੁਤੀ ਸਤਾਂਦੀ ਹੋਵੇ ਤੇ ਸਵੇਰੇ ਉੱਠ ਕੇ ਬੈਠ ਜਾਏ ਤੇ ਉਸਨੂੰ ਯਾਦ ਕਰਨਾ ਸ਼ੁਰੂ ਕਰ ਦੇਵੇ, ਤੇ ਯਾਦ ਬੰਦਾ ਕਿੰਜ ਕਰੇ? ਤੇ ਯਾਦ ਬੰਦਾ ਕਰੇ, ਮੈਂ ਇੱਥੇ ਹੁਣ ਭਾਈ ਸਾਹਿਬ ਦੀ ਮੈਂ I'm going to read a paragraph here though, ਕਿ ਯਾਦ ਬੰਦਾ ਇਸ ਤਰ੍ਹਾਂ ਕਰੇ ਕਿ ਉਹਨਾਂ ਦੇ ਗੁਣ ਨੂੰ ਬਾਰ-ਬਾਰ ਦੁਹਰਾਏ। ਹਾਂਜੀ, ਉਸਨੂੰ, ਕਿਉਂਕਿ ਉਹਨੂੰ ਦੇਖਿਆ ਤੇ ਕਿਸੇ ਨੇ ਨਹੀਂ, ਉਹਦੇ ਹੱਥ ਪੈਰ ਵੀ ਨਹੀਂ ਹੈ, ਉਹਦੇ ਕੋਈ ਮੂੰਹ ਅੱਖ ਨਹੀਂ ਹੈ, ਕੋਈ ਉਹਦੇ ਕੋਈ ਸਰੀਰ ਨਹੀਂ ਹੈ, ਕੋਈ ਰੂਪ ਰੇਖ ਤੋਂ ਅਲੱਗ ਹੈ ਉਹ। ਪਹਿਲੀ ਗੱਲ ਤੇ ਇਹੋ ਜਿਹੀ ਐਂਟੀਟੀ ਨਾਲ ਪਿਆਰ ਕਰਨਾ ਬੜਾ ਮੁਸ਼ਕਿਲ ਹੈ, ਕਿਉਂਕਿ ਤੁਸੀਂ ਨੂੰ ਦੇਖਿਆ ਨਹੀਂ ਤੁਸੀਂ। ਪਰ ਜੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਸ ਬੰਦੇ ਦੇ ਅੰਦਰ ਰੋਹ ਲੱਗ ਗਈ ਹੈ ਤੇ ਉਹ ਰੋਹ ਫਿਰ ਸਵੇਰੇ ਉੱਠ ਕੇ ਕੀ ਕਰੇ? ਸਵੇਰੇ ਉੱਠ ਕੇ ਉਹ ਪਿਆਰ ਸਹਿਤ ਉਸ ਪ੍ਰਮਾਤਮਾ ਨੂੰ ਯਾਦ ਕਰੇ। ਤੇ ਯਾਦ ਕਿੰਜ ਕਰੇ? ਯਾਦ ਕਰਨ ਦੇ ਬੜੇ ਤਰੀਕੇ ਹਨ। ਇੱਕ ਯਾਦ ਕਰਨ ਦਾ ਤਰੀਕਾ ਹੈ ਬਾਰ-ਬਾਰ ਇੱਕ ਵਰਡ ਨੂੰ ਦੁਹਰਾਉਣਾ, ਯਾਨੀ ਇਹ ਐਕਸੈਪਟ ਕੀਤਾ ਹੈ, ਕੋਈ ਤਰੀਕਾ ਮਾੜਾ ਨਹੀਂ ਹੈ। ਸੋ ਡੋਂਟ ਗੈਟ ਮੀ ਆਲ ਰੋਂਗ। ਸੋ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਇੱਕ ਕਿਸਮ ਦਾ ਯਾਦ ਹੈ, ਧਿਆਨ ਹੈ ਇੱਕ ਕਿਸਮ ਦਾ। ਇੱਕ ਵਰਡ ਕਹਿਣਾ ਤੇ ਉਸ ਵਰਡ ਵਿੱਚ ਉਸ ਪ੍ਰਮਾਤਮਾ ਦਾ ਪਿਆਰ ਭਰਿਆ ਅੰਦਰੋਂ ਨਜ਼ਰੀਆ ਤੁਹਾਡੇ ਅੰਦਰ ਬੈਠੇ ਉਹਦੇ ਅੰਦਰ, ਇਹ ਇੱਕ ਤਰੀਕਾ ਹੈ। ਦੂਸਰਾ ਤਰੀਕਾ ਹੈ ਗੁਰਬਾਣੀ ਦੇ ਕਿਸੇ ਤੁਕ ਨੂੰ ਲੈ ਕੇ ਉਸ ਗੁਰਬਾਣੀ ਦੇ ਤੁਕਾਂ ਨੂੰ ਪੜ੍ਹਨਾ ਜਿਹਦੇ ਵਿੱਚ ਉਹਦੇ ਗੁਣ ਕਥਨ ਕੀਤੇ ਗਏ ਹਨ। ਤੀਸਰਾ ਤਰੀਕਾ ਹੈ ਉਸ ਬਾਣੀ ਦਾ ਕੀਰਤਨ ਦੇ ਵਿੱਚ ਸਵੇਰੇ ਸਵੇਰੇ ਉੱਠ ਕੇ ਜੁੜ ਜਾਣਾ, ਉਹ ਵੀ ਗੁਣ ਗਾਇਨ ਹੈ, ਉਹ ਵੀ ਵਡਿਆਈ ਵਿਚਾਰ ਹੈ। ਬਾਣੀ ਦਾ ਵਿਚਾਰ ਸੁਣਨਾ, ਉਹ ਵੀ ਬਾਣੀ ਦੇ ਜਿਹੜੇ ਹੈ ਗੁਣ ਕਥਨ ਕਰਦੀ ਹੈ ਬਾਣੀ ਉਹਦੇ ਚ। ਲੇਕਿਨ ਕਣੀ ਗੁਰਬਾਣੀ ਹੈ ਸਾਰਿਆਂ ਵਿੱਚ, ਗੱਲ ਮੈਂ ਯਾਦ। and let me just read few lines here. I'm reading from instead of me explaining this, I thought it would be better for me to just read it from Santhya. Let me ਇਹ under quotation ਹੈ ਜੀ ਸਾਰਾ, ਇਹ ਉਹਨਾਂ ਦੀ ਆਪਣੀ ਲਿਖੀ ਹੋਈ ਸੰਥਿਆ ਦੇ ਪਹਿਲੀ ਵੋਲਿਊਮ ਦੀ ਜਿਹੜੀ ਚੌਥੀ ਪੌੜੀ ਦੀ ਜਿੱਥੇ ਵਰਡ ਵਿਆਖਿਆ ਆਏ ਹਨ, ਉਹਦੇ ਅਬਾਊਟ 7ਵਾਂ ਕੀ 8ਵੇਂ ਪੈਰਾਗ੍ਰਾਫ ਦੇ ਵਿੱਚ ਇਹ ਪੈਰਾਗ੍ਰਾਫ ਆਂਦਾ ਹੈ। ਤੇ ਮੈਂ ਭਾਈ ਸਾਹਿਬ ਜੀ ਦੀ ਲੈਂਗੁਏਜ ਤੋਂ ਤੁਹਾਨੂੰ ਖੁਦ ਪੜ੍ਹ ਕੇ ਤੁਹਾਨੂੰ ਸੁਣਾਉਣਾ ਕੀ ਲਿਖਿਆ ਉਹਨਾਂ ਨੇ। ਵਡਿਆਈ ਵਿਚਾਰ ਦੀ ਵਿਆਖਿਆ ਕਰਦੇ ਨੇ ਭਾਈ ਸਾਹਿਬ, ਤੇ ਭਾਈ ਸਾਹਿਬ ਸਮਝਾਉਂਦੇ ਹਨ ਕਿ ਵਡਿਆਈ ਵਿਚਾਰ ਕੀ ਹੈ। Let me read it out to you. ਵਡਿਆਈ ਵਿਚਾਰ ਤੋਂ ਭਾਵ ਵਾਹਿਗੁਰੂ ਜੀ ਦੇ ਗੁਣ ਸਿਮਰਨ ਤੋਂ ਹੈ। I'm going to repeat it again. ਵਡਿਆਈ ਵਿਚਾਰ ਤੋਂ ਭਾਵ ਵਾਹਿਗੁਰੂ ਜੀ ਦੇ ਗੁਣ ਸਿਮਰਨ ਤੋਂ ਹੈ। ਗੁਣ ਸਿਮਰਨ ਕਰਨਾ ਵਡਿਆਈ ਵਿਚਾਰ ਹੈ। ਸਿਮਰਨ ਯਾਦ ਹੈ, ਗੁਣ ਉਹਦੀਆਂ ਕੁਆਲਿਟੀਆਂ ਹਨ। ਹਾਂਜੀ, ਤੇ ਇੱਥੇ ਹੁਣ ਗੁਣ ਸਿਮਰਨ ਤੇ ਉਹਦੀ ਰਜ਼ਾ ਵਿੱਚ ਚੱਲਣ ਚ ਕੋਈ ਬਹੁਤਾ ਫਰਕ ਨਹੀਂ ਹੈ, ਆਲਮੋਸਟ ਸਿਮਿਲਰ ਗੱਲ ਹੈ ਸਾਰੀ। ਗੁਣ ਤੇ ਹੁਣ ਗੁਣ ਕਿੱਥੋਂ ਪਤਾ ਲੱਗਣਗੇ ਤੁਹਾਨੂੰ? ਗੁਣ ਕਿੱਥੋਂ ਆਏ? ਤਾਂ ਅਗਲੀ ਲਾਈਨ ਚ ਕਲੈਰਿਟੀ ਦਿੰਦੇ ਹਨ। ਵਡਿਆਈ ਵਿਚਾਰ ਤੋਂ ਭਾਵ ਵਾਹਿਗੁਰੂ ਜੀ ਦੇ ਗੁਣ ਸਿਮਰਨ ਤੋਂ ਹੈ। ਗੁਣ ਸਭ ਤੋਂ ਸੋਹਣੀ ਤਰ੍ਹਾਂ ਬਾਣੀ ਵਿੱਚ ਵਰਣਨ ਹਨ ਤੇ ਬਾਣੀ ਗੁਰੂ ਦੀ ਪੱਕੀ ਬਾਣੀ ਹੈ। ਸੋ ਇਸ ਦਾ ਤਾਤਪਰਯ ਇਹ ਹੈ ਕਿ ਗੁਰਬਾਣੀ ਦੁਆਰਾ ਸਾਈਂ ਦੇ ਗੁਣ ਕਥਨੇ ਕਰਨੇ ਚਾਹੀਏ। ਤੇ ਗੁਣ ਗੁਰਬਾਣੀ ਵਿੱਚ ਵਰਣਨ ਹਨ, ਇਸ ਵਾਸਤੇ ਗੁਰਬਾਣੀ ਵਿੱਚ ਜੇ ਗੁਣ ਹਨ ਤੇ ਜੇ ਗੁਰਬਾਣੀ ਦੇ ਪਾਠ ਜਾਂ ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਨੂੰ ਬਾਰ-ਬਾਰ ਜਾਂ ਗੁਰਬਾਣੀ ਦੀ ਵਾਰਮਥ ਲਏਗਾ ਤੇ ਗੁਣ ਕਥਨ ਆਪਣੇ ਆਪ ਹੋ ਜਾਣਗੇ। ਉਸਨੂੰ ਕੁਝ ਬਾਹਰ ਜਾਣ ਦੀ ਲੋੜ ਨਹੀਂ ਹੈ। ਹਾਂਜੀ, ਕਿਸੇ ਦੂਸਰੇ ਧਰਮ ਵਾਲੇ ਨੂੰ ਭਟਕਣ ਦੀ ਲੋੜ ਹੈ, ਜਦੋਂ ਮੈਂ ਕਿਹਦੇ ਗੁਣ ਕਥਨ ਕਰਾਂ, ਕੀ ਮੈਂ ਸਵੇਰੇ ਕਰਾਂ? ਸਾਨੂੰ ਤੇ ਉਹ ਇਸ਼ੂ ਨਹੀਂ ਹੈ, ਕੋਈ ਸਾਨੂੰ ਤਾਂ ਦਿੱਤਾ ਗਿਆ ਸਾਰਾ ਕੁਝ। ਬਾਣੀ ਦਾ ਪਾਠ ਬਾਣੀ ਵਿੱਚ ਧਿਆਨ ਦੇ ਕੇ ਪਿਆਰ ਨਾਲ ਕਰਨਾ ਚਾਹੀਏ, ਜੈਸਾ ਕਿ ਹੁਕਮ ਹੈ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਰਾਗ ਰਾਮਕਲੀ ਵਿੱਚ ਦਖੜੀ ਓਂਕਾਰ ਦੀ ਲਾਈਨ ਹੈ ਵਾਲੀ। ਸੋ ਮੈਂ ਦੁਬਾਰਾ ਉਸ ਬਾਣੀ ਨੂੰ ਪੜ੍ਹ ਦਿਆਂ। ਬਾਣੀ ਦਾ ਪਾਠ ਬਾਣੀ ਵਿੱਚ ਧਿਆਨ ਦੇ ਕੇ ਪਿਆਰ ਨਾਲ ਕਰਨਾ ਚਾਹੀਏ, ਜੈਸਾ ਕਿ ਹੁਕਮ ਹੈ। ਕਿਉਂ? ਕਿਉਂਕਿ ਅੱਗੇ ਲਿਖਦੇ ਹਨ ਭਾਈ ਸਾਹਿਬ, ਬਾਣੀ ਪਰਮੇਸ਼ਰ ਗੁਰੂ ਸੰਤ ਸਤਸੰਗ ਦੇ ਨਾਮ ਦੀ ਮਹਿਮਾ ਦੱਸਦੀ ਹੈ ਤੇ ਪ੍ਰੇਮ ਵਧਾਉਂਦੀ ਹੈ। ਬਸ ਇਹ ਸਭ ਤੋਂ ਕ੍ਰਿਟੀਕਲ ਲਾਈਨ ਹੈ। ਬਾਣੀ ਪ੍ਰੇਮ ਵਧਾਉਂਦੀ ਹੈ, ਬਾਣੀ ਦੱਸਦੀ ਹੈ ਪ੍ਰਮਾਤਮਾ ਕੌਣ ਹੈ, ਤੇ ਗੁਰਬਾਣੀ ਤੁਹਾਡੇ ਅੰਦਰ ਪ੍ਰੇਮ ਦੀ ਲੋ ਲਗਾਉਂਦੀ ਹੈ। ਗੁਰਬਾਣੀ ਦੀ ਵਾਰਮਥ ਤੁਹਾਨੂੰ ਇਨਕਰੇਜ ਕਰਦੀ ਹੈ ਕਿ ਤੁਹਾਡੇ ਅੰਦਰ ਪ੍ਰਮਾਤਮਾ ਮਿਲਣ ਦੀ ਤਪਸ਼ ਪੈਦਾ ਹੋਵੇ। ਗੁਰਬਾਣੀ ਦੀ ਹਰ ਇੱਕ ਲਾਈਨ ਤੁਹਾਨੂੰ ਇਨਕਰੇਜ ਕਰੇਗੀ। ਤੇ ਜਦੋਂ ਉਸ ਰਿਸ਼ਤਾ ਬੜਾ ਗਹਿਰਾ ਜੁੜੇਗਾ ਗੁਰਬਾਣੀ ਨਾਲ, ਔਰ ਗੁਰਬਾਣੀ ਦੇ ਸਿਵਾਏ ਤੁਹਾਡਾ ਕੋਈ ਫਰੈਂਡ ਨਹੀਂ ਹੈ, ਤੇ ਬਲੀਵ ਮੀ, ਟਰਸਟ ਮੀ ਔਨ ਦਿਸ ਵਨ।
ਉਸ ਤੋਂ ਇਲਾਵਾ ਤੁਹਾਨੂੰ ਕੋਈ ਤੁਹਾਡਾ ਸਵਾਰ ਨਹੀਂ ਸਕਦਾ ਗੁਰਬਾਣੀ ਸਿਵਾਏ। ਤੇ ਇੱਥੇ ਮੈਂ ਦੁਬਾਰਾ ਪੜ੍ਹਦੀ ਹਾਂ ਇਸ ਲਾਈਨ ਨੂੰ। ਬਾਣੀ ਪਰਮੇਸ਼ਰ ਗੁਰੂ ਸੰਤ ਸਤਸੰਗ ਦੇ ਨਾਮ ਦੀ ਮਹਿਮਾ ਦੱਸਦੀ ਹੈ, ਗੁਰੂ ਦੀ ਮਹਿਮਾ ਦੱਸਦੀ ਹੈ ਤੇ ਉਸਦੇ ਜੁੜੇ ਹੋਏ ਜਨ ਜਿਹੜੇ ਹਨ ਉਹਦੀ ਮਹਿਮਾ ਵੀ ਦੱਸਦੀ ਹੈ। ਉਹ ਗੁਰੂ ਸੰਤ ਸਤਸੰਗ ਦੇ ਨਾਮ ਦੀ ਮਹਿਮਾ ਦੱਸਦੀ ਹੈ, ਪ੍ਰੇਮ ਵਧਾਉਂਦੀ ਹੈ। ਬਾਣੀ ਪੜ੍ਹਨੇ ਨਾਲ ਬਾਣੀ ਪੜ੍ਹਨੇ ਵਾਲੇ ਵਿੱਚ ਦੈਵੀ ਗੁਣ ਪ੍ਰਵੇਸ਼ ਕਰਾਉਂਦੀ ਹੈ। ਫਿਰ ਦੈਵੀ ਗੁਣ ਆਪਣੇ ਆਪ ਪਰਮੇਸ਼ਰ ਹੋ ਜਾਂਦੇ ਹਨ। ਨਿਮਰਤਾ ਖੁਦ ਬਖੁਦ ਆ ਕੇ ਟਿਕ ਜਾਂਦੀ ਹੈ, ਅੰਦਰ ਕਰਨਾ ਨਹੀਂ ਪੈਂਦਾ ਕੁਝ। ਸਚਾਈ ਖੁਦ ਬਖੁਦ ਆ ਕੇ ਅੰਦਰ ਟਿਕ ਜਾਂਦੀ ਹੈ। ਗੁਣ ਗਾਇਨ ਦੀ ਸ਼ੌਕ ਖੁਦ ਬਖੁਦ ਆ ਕੇ ਟਿਕ ਜਾਂਦਾ ਹੈ। ਹਾਂਜੀ, ਓਨੈਸਟੀ ਵਾਲਾ ਜੀਵਨ ਖੁਦ ਬਖੁਦ ਮਿਲ ਜਾਂਦਾ ਹੈ ਉਸਨੂੰ। ਇਹ ਦੈਵਿਕ ਗੁਣ ਉਹਦੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ। ਕ੍ਰੋਧ ਘਟ ਜਾਂਦਾ ਹੈ, ਉਹਦੇ ਅੰਦਰ ਗ੍ਰੀਡ ਘਟ ਜਾਂਦੀ ਹੈ, ਉਹਦੇ ਅੰਦਰ ਮੋਹ ਘਟ ਜਾਂਦਾ ਹੈ, ਉਹਦੇ ਅੰਦਰ ਵਾਈਸਸ ਘਟਣੀਆਂ ਸ਼ੁਰੂ ਹੋ ਜਾਂਦੀਆਂ ਖੁਦ ਬਖੁਦ। ਕੁਝ ਕਰਨ ਦੀ ਲੋੜ ਨਹੀਂ ਤੁਹਾਨੂੰ। ਇਹ ਐਸਾ ਜਾਦੂ ਹੈ ਗੁਰਬਾਣੀ ਦੀ ਵਾਰਮਥ ਦਾ, ਐਸਾ ਜਾਦੂ ਹੈ ਕੀਰਤਨ ਦਾ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਹੈ। ਹੁਣ ਜੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਤੇ ਕਰਕੇ ਦੇਖ ਲਓ, ਤੁਹਾਨੂੰ ਪਤਾ ਲੱਗੇਗਾ। ਇਹਦੀ ਵਾਰਮਥ ਨਾਲ ਖੁਦ ਬਖੁਦ ਵਾਈਸਸ ਘਟਣੀਆਂ ਸ਼ੁਰੂ ਹੋ ਜਾਂਦੀਆਂ ਤੇ ਖੁਦ ਬਖੁਦ ਉਹ ਦੈਵਿਕ ਗੁਣ ਤੁਹਾਡੇ ਅੰਦਰ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਅਜ਼ਮਾਈ ਹੋਈ ਗੱਲ ਹੈ, ਤੁਸੀਂ ਅਜ਼ਮਾ ਕੇ ਦੇਖ ਲੋਗੇ। ਤੇ ਜਿਨ੍ਹਾਂ ਦੇ ਅੰਦਰ ਨਹੀਂ ਹੋਈ ਉਹਨਾਂ ਨੇ ਪਿਆਰ ਨਾਲ ਪੜ੍ਹਿਆ ਨਹੀਂ ਗੁਰਬਾਣੀ ਨੂੰ, ਉਹਨਾਂ ਨੇ ਪਿਆਰ ਸਹਿਤ, ਉਹਨਾਂ ਨੇ ਪ੍ਰੇਮ ਸਹਿਤ ਨਹੀਂ ਪੜ੍ਹਿਆ, ਉਹਨਾਂ ਨੇ ਪ੍ਰੇਮ ਸਹਿਤ ਇਸ ਗੱਲ ਨੂੰ ਐਕਸੈਪਟ ਨਹੀਂ ਕੀਤਾ। ਤੇ ਮੈਂ ਅੱਗੇ ਇਹ ਪੂਰਾ ਪੈਰਾਗ੍ਰਾਫ ਨੂੰ ਵੈਸੇ ਤੇ ਮੈਂ ਕਹਿੰਦਾ ਦੀਵਾਰ ਤੇ ਲਗਾ ਲੈਣਾ ਚਾਹੀਦਾ ਇਸ ਲਾਈਨ ਨੂੰ। ਤੇ ਦਿਨ ਵਿੱਚ 4 ਵਾਰੀ ਪੜ੍ਹੇ ਇਹਨਾਂ ਲਾਈਨਾਂ ਨੂੰ, ਮੇਰੇ ਹਿਸਾਬ ਦੇ ਨਾਲ 5 ਵਾਰੀ ਪੜ੍ਹੇ। ਮੈਨੂੰ ਯਾਦ ਹੈ ਅਸੀਂ ਇੱਕ ਇਜ਼ਰਾਈਲ ਦਾ ਟ੍ਰਿਪ ਲਿੱਤਾ ਅੱਜ ਤੋਂ ਥੋੜੀ ਦੇਰ ਪਹਿਲੇ, ਤੇ ਉੱਥੇ ਟੋਰਾ ਦੀ ਇੱਕ ਲਾਈਨ ਹੈ, ਉਹਨਾਂ ਦੀ ਧਰਮ ਪੁਸਤਕ ਹੈ ਜੂਡਾਇਜ਼ਮ ਵਿੱਚ ਟੋਰਾ, ਤੇ ਉਹਦੇ ਚ ਇੱਕ ਲਾਈਨ ਹੈ ਕਿ ਪਰਮਾਤਮਾ ਨੂੰ ਯਾਦ ਹਮੇਸ਼ਾ ਰੱਖ ਤੇ ਪਰਮਾਤਮਾ ਹਰ ਵੇਲੇ ਤੇਰੇ ਨਾਲ ਹੈ ਤੇ ਹਰ ਜਗ੍ਹਾ ਮੌਜੂਦ ਹੈ। ਤੈਨੂੰ ਦਿਸ ਨਹੀਂ ਰਿਹਾ, ਡਜ਼ਨਟ ਮੈਟਰ, ਦ੍ਰਿਸ਼ਟ ਅੰਦ੍ਰਿਸ਼ਟ ਵਿੱਚ ਉਹ ਪਰਮਾਤਮਾ ਬੈਠਾ ਹੋਇਆ ਹੈ। ਤੇ ਉੱਥੇ ਮੈਂ ਦੁਕਾਨਾਂ ਤੇ ਉਹ ਦੇਖੇ, ਉਹ ਲਾਈਨਾਂ ਲਿਖੀਆਂ ਹੋਈਆਂ 2-3 ਦੁਕਾਨਾਂ ਦੇ ਕਿਤੇ ਲਿਖੇ ਦੇਖਿਆ ਕਿ ਘਰਾਂ 'ਚ ਲੋਕ ਦੀਵਾਰਾਂ ਤੇ ਲਗਾਉਂਦੇ ਨੇ, ਹਰ ਘਰ ਵਿੱਚ, ਕਿ ਸਵੇਰੇ ਉੱਠਦੇ ਨਜ਼ਰ ਆਉਣ ਲਾਈਨਾਂ ਇਹ ਵਧੀਆ ਕਿ ਉਹ ਹੈ, ਉਹਦੀ ਹੋਂਦ ਹੈ ਔਰ ਉਹ ਪਿਆਰ ਵਾਲਾ ਹੈ ਔਰ ਤੈਨੂੰ ਨਜ਼ਰ ਨਹੀਂ ਆਉਂਦਾ, ਡਜ਼ਨਟ ਮੈਟਰ, ਉਹ ਹਰ ਜਗ੍ਹਾ ਮੌਜੂਦ ਹੈ ਤੇਰੇ ਨਾਲ, ਉਹ ਤੇਰੇ ਨਾਲ ਬੈਠਾ ਹੋਇਆ ਹੈ ਹਮੇਸ਼ਾ। ਤੇ ਇਹ ਲਾਈਨਾਂ ਵੀ ਉਸੇ ਤਰੀਕੇ ਦੀਆਂ ਹਨ, ਕਿਸੇ ਕਿਸਮ ਦੀਆਂ। ਬਾਣੀ ਪੜ੍ਹਨੇ ਵਾਲੇ ਵਿੱਚ ਦੈਵਿਕ ਗੁਣ ਪ੍ਰਵੇਸ਼ ਕਰਾਉਂਦੀ ਹੈ ਔਰ ਉਸ ਨੂੰ ਪਰਮੇਸ਼ਰ ਦੀ ਨਜ਼ਰ ਵਿੱਚ ਪ੍ਰਵਾਨ ਅਯੋਗ ਕਰਦੀ ਹੈ। ਇੱਕ ਤੇ ਦੈਵਿਕ ਗੁਣ ਪ੍ਰਵੇਸ਼ ਕਰਾਉਂਦੀ ਹੈ, ਤੇ ਦੂਸਰੀ ਗੱਲ ਇਹ ਹੈ ਬਾਣੀ ਬਹੁਤੀ ਪੜ੍ਹਨ ਨਾਲ, ਬਾਣੀ ਨਾਲ ਪ੍ਰੇਮ ਕਰਨ ਨਾਲ ਤੁਹਾਡੇ ਅੰਦਰ ਦੈਵਿਕ ਗੁਣ ਜਿਹੜੇ ਪ੍ਰਵੇਸ਼ ਕਰਾਉਂਦੀ ਹੈ ਤੇ ਪ੍ਰਮਾਤਮਾ ਤੁਹਾਨੂੰ ਆਪਣੇ ਨੇੜੇ ਲੈ ਕੇ ਆਉਂਦੇ ਹਨ, ਨੇੜੇ ਹੋ ਜਾਂਦਾ ਹੈ, ਉਹਦੇ ਵਿੱਚ ਪ੍ਰਵਾਨ ਯੋਗ ਕਰ ਦਿੰਦੀ ਹੈ। ਪ੍ਰਵਾਨ ਯੋਗ ਦਾ ਕੀ ਮਤਲਬ ਹੁੰਦਾ ਹੈ? ਪ੍ਰਵਾਨ ਯੋਗ ਦਾ ਮਤਲਬ ਹੁੰਦਾ ਤੁਹਾਨੂੰ ਉਸ ਲਾਇਕ ਕਰ ਦਿੰਦੀ ਹੈ ਕਿ ਤੁਸੀਂ ਉਹਦੇ ਨਜ਼ਰਾਂ ਵਿੱਚ ਆਣੇ ਸ਼ੁਰੂ ਹੋ ਜਾਓ, ਤੁਹਾਨੂੰ ਉਸ ਕਾਬਿਲ ਬਣਾ ਦੇ। ਦੇਖੋ ਡਾਕਟਰ ਬਣ ਜਾਂਦਾ, ਡਾਕਟਰ ਤੇ ਪਹਿਲੇ ਜਦੋਂ ਡਾਕਟਰ ਬਣਨਾ ਨਹੀਂ ਹੈ ਤਦ ਤੇ ਡਾਕਟਰ ਨਹੀਂ ਹੁੰਦਾ, ਤਦ ਤੇ ਆਮ ਇਨਸਾਨ ਹੀ ਹੁੰਦਾ ਨਾ। ਤੇ 4, 5, 6, 7, 8 ਸਾਲ ਬਾਅਦ ਕਹਿੰਦੇ ਜੀ ਫਲਾਣਾ ਡਾਕਟਰ ਬਣ ਗਿਆ। ਹੁਣ ਕਿਉਂ ਬਣ ਗਿਆ? ਕਿਉਂਕਿ ਉਹਨੂੰ ਗਿਆਨ ਮਿਲ ਗਿਆ, ਉਹ ਗਿਆ ਸਕੂਲ, ਉਸਨੇ ਸਾਰੇ ਐਗਜ਼ਾਮ ਪਾਸ ਕੀਤੇ, ਉਹ ਟੀਚਰ ਦੀ ਗੱਲ ਸੁਣੀ, ਨੇ ਸਾਰੇ ਐਗਜ਼ਾਮ ਦਿੱਤੇ, ਕਲਾਸ 'ਚ ਬੈਠਾ ਹੈ, ਉਹਨੇ ਰੈਜ਼ੀਡੈਂਸੀ ਕੀਤੀ ਹੈ, ਵਟਐਵਰ ਹੀ ਹੈਡ ਟੂ ਡੂ, ਤਾਂ ਫਿਰ ਉਹ ਡਾਕਟਰ ਬਣ ਗਿਆ। ਇੱਥੇ ਵੀ ਉਹੀ ਹੈ, ਬਾਣੀ ਪੜ੍ਹਨ ਦੇ ਨਾਲ ਉਸ ਯੋਗ ਬਣ ਜਾਂਦਾ ਬੰਦਾ। ਤੇ ਬਾਣੀ ਦੇ ਭਜਨੀਕ ਸਿੰਘ ਅਰ ਪੁਰਾਤਨ ਮਹਾਤਮਾ ਤੋਂ ਪਤਾ ਲੱਗਦਾ ਹੈ ਕਿ ਬਾਣੀ ਦਾ ਅਭਿਆਸ ਵਿਚਾਰ ਸੰਯੁਕਤ ਦ੍ਰਿੜ ਹੋਣ ਤੇ ਨਾਮ ਦ੍ਰਿੜ ਕਰੀਦਾ ਹੈ। ਨਾਮ ਦੀ ਦ੍ਰਿੜਤਾ ਬਾਣੀ ਦੀ ਦ੍ਰਿੜਤਾ ਤੋਂ ਆਣੀ ਹੈ। ਇਹ ਗੱਲ ਪੱਲੇ ਬੰਦ ਲਓ। ਅੱਜ ਤੁਹਾਡੇ ਕੋਈ ਹੋਰ ਮਦਦ ਨਹੀਂ ਕਰ ਸਕਦਾ ਗੁਰਬਾਣੀ ਸਿਵਾਏ। ਜਿਤਨੇ ਮਰਜੀ ਕੋਈ ਕਹਿ ਦੇ ਤੁਹਾਨੂੰ ਆ ਕੇ, ਕੋਈ ਇਹ ਕਰ ਲਓ, ਉਹ ਕਰ ਲਓ, ਫਲਾਣੀ ਚੀਟਿੰਗ ਆਣ ਕਰ ਲਓ, ਸਿਵਾਏ ਗੁਰਬਾਣੀ ਦੇ ਤੁਹਾਡਾ ਕੋਈ ਸਵਾਰ ਨਹੀਂ ਸਕਦਾ ਕੰਮ। ਇਹ ਮੰਨ ਲਓ ਤੇ ਪੱਲੇ ਬੰਨ ਲਓ ਇਹ ਵਾਲੀ ਗੱਲ। ਗੁਰਬਾਣੀ ਦੀ ਵਾਰਮਥ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਹੈ ਔਰ ਕੋਈ ਚੀਜ਼ ਤੁਹਾਨੂੰ ਅੱਗੇ ਲੈ ਕੇ ਨਹੀਂ ਜਾ ਸਕਦੀ। ਤੇ ਜਿਨ੍ਹਾਂ ਨੇ ਆਰਾਧਨਾ ਕੀਤੀ ਹੈ ਬਾਣੀ ਦੇ ਭਜਨੀਕ ਸਿੰਘ, ਉਹਨਾਂ ਦੀ ਐਗਜ਼ਾਮਪਲ ਦੇ ਕੇ ਦੱਸਦੇ ਹਨ। ਤੇ ਬਾਣੀ ਪੜ੍ਹੇ ਬਿਨ ਹਿਰਦਾ ਸਾਫ਼ ਨਹੀਂ ਹੁੰਦਾ, ਇਹ ਭਾਈ ਸਾਹਿਬ ਲਿਖ ਰਹੇ ਹਨ। ਬਾਣੀ ਪੜ੍ਹੇ ਬਿਨ ਹਿਰਦਾ ਸਾਫ਼ ਨਹੀਂ ਹੁੰਦਾ,
ਨਾਮ ਮੈਲੇ ਹਿਰਦੇ ਵਿੱਚ ਰਹਿ ਨਹੀਂ ਸਕਦਾ। ਇਸ ਲਈ ਪਹਿਲਾਂ ਬਾਣੀ ਦਾ ਅਭਿਆਸ ਹੋਵੇ। ਜਦ ਇਸ ਅਭਿਆਸ ਮਗਰੋਂ ਹਿਰਦੇ ਨਾਮ ਆ ਟਿਕੇ ਤਦ ਬਾਣੀ ਵਿੱਚ ਉਸ ਵਿੱਚ ਪ੍ਰੇਮ ਅਧਿਕ ਕਰਦੀ ਹੈ। ਇਸ ਕਰਕੇ ਦੋਹਾਂ ਦਾ ਪਰਸਪਰ ਸੰਯੋਗ ਹੈ। ਇੱਕ ਬਾਣੀ ਤੇ ਇੱਕ ਪ੍ਰੇਮ। ਬਾਣੀ ਪੜ੍ਹਨ ਨਾਲ ਪਰਮਾਤਮਾ ਨੂੰ ਮਿਲਣ ਦੀ ਆਸ, ਪਰਮਾਤਮਾ ਨੂੰ ਮਿਲਣ ਦੀ ਅੰਦਰੋਂ ਇੱਕ ਜਿਹੜਾ ਲੋਹ ਹੈ ਉਹ ਵਧਾਉਂਦੀ ਹੈ ਬਾਣੀ, ਨੰਬਰ 1। ਨੰਬਰ 2 ਦੈਵਿਕ ਗੁਣ ਪੈਦਾ ਕਰਦੀ ਹੈ। ਨੰਬਰ 3 ਵਾਈਸਸ ਘਟਾਉਂਦੀ ਹੈ। ਤੇ ਨੰਬਰ 4 ਨਾਮ ਨਾਲ ਜੋੜਦੀ ਹੈ। ਉਸ ਪਰਮਾਤਮਾ ਦੀ ਸ਼ਕਤੀ ਨਾਲ ਤੁਹਾਨੂੰ ਰਿਲੇਸ਼ਨਸ਼ਿਪ ਤੁਹਾਡੀ ਸਟਰੋਂਗ ਕਰਾਉਂਦੀ ਹੈ ਗੁਰਬਾਣੀ। ਇਹ ਵਡਿਆਈ ਵਿਚਾਰ ਗੁਰਬਾਣੀ ਨੇ ਕਰਾਉਣਾ ਹੈ ਤੁਹਾਡਾ। ਤੇ ਅੱਗੇ ਦੇਖੋ, ਤੇ ਮੈਂ ਦੁਬਾਰਾ ਪੜ੍ਹਦਿਆਂ ਉਸ ਲਾਈਨ ਨੂੰ। ਜਦ ਇਸ ਅਭਿਆਸ ਮਗਰੋਂ ਹਿਰਦੇ ਵਿੱਚ ਨਾਮ ਆ ਟਿਕੇ ਤਦ ਬਾਣੀ ਉਸ ਵਿੱਚ ਪ੍ਰੇਮ ਅਧਿਕ ਕਰਦੀ ਹੈ। ਇਸ ਕਰਕੇ ਦੋਹਾਂ ਦਾ ਪਰਸਪਰ ਸੰਯੋਗ ਹੈ। ਇੱਕ ਬੜੇ ਸਿੰਘ ਮਹਾਤਮਾ ਦਾ ਖਤ ਪੜ੍ਹਨੇ ਵਿੱਚ ਆਇਆ ਹੈ। ਭਾਈ ਸਾਹਿਬ ਬੜੀ ਵਾਰੀ ਲਿਖਦੇ ਨੇ ਇਸ ਬਾਰੇ, ਕੋਈ ਕਿਸੇ ਦੀ ਚਿੱਠੀ ਆਈ ਹੈ ਮੈਨੂੰ, ਕੋਈ ਕਿਸੇ ਮਹਾਤਮਾ ਦੀ। ਦੇਖੋ ਉਹ ਇਤਨੇ ਲੱਕੀ ਸਨ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਨਾਨਾ ਜੀ। ਔਰ ਇਸ ਵਾਸਤੇ ਕਿਉਂਕਿ ਬਚਪਨ ਤੋਂ ਉਹਨਾਂ ਦੀ ਲਾਈਫ ਵਿੱਚ ਇਹੋ ਜਿਹੇ ਵੱਡੇ ਬੰਦਿਆਂ ਦਾ ਰੋਹ ਉਹਨਾਂ ਦੀ ਜ਼ਿੰਦਗੀ 'ਚ ਪਿਆ, ਤੇ ਉਹ ਸ਼ੁਰੂ ਤੋਂ ਲੱਗ ਗਏ ਇਸ ਪਾਸੇ, ਤੇ ਅੱਗੇ ਕਿੱਥੇ ਕਿੱਥੇ ਪਹੁੰਚ ਕੇ ਸਾਨੂੰ ਰੋਸ਼ਨੀ ਦੇਣ ਵਾਲੇ ਬਣ ਗਏ ਹੁਣ। ਤੇ ਉਹਨਾਂ ਦੀ ਜ਼ਿੰਦਗੀ 'ਚ ਬੜੇ ਇਹੋ ਜਿਹੇ ਲਾਈਫ ਆਏ ਹੋਣੇ। ਮੇਰੀ ਜ਼ਿੰਦਗੀ 'ਚ ਬੜੇ ਲਾਈਫ ਇਹੋ ਜਿਹੇ ਆਏ ਹਨ ਬੰਦੇ, ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ ਹੋਏ, ਜਿਨ੍ਹਾਂ ਨੂੰ ਬਾਣੀ ਨਾਲ ਇਸ ਤਰੀਕੇ ਦਾ ਪ੍ਰੇਮ ਸੀ। ਸਾਡੇ ਘਰ ਵਿੱਚ ਸਨ ਉਹ ਜਿਹੇ ਬੰਦੇ ਹਨ, ਮੈਂ ਦੇਖੇ ਹੋਏ ਮੈਂ ਆਪਣੀ ਫੈਮਿਲੀ ਵਿੱਚੋਂ। ਉਹਨਾਂ ਦੀ ਲਾਈਫ ਵਿੱਚੋਂ ਮੈਂ ਬੜਾ ਸਿੱਖਿਆ, ਉਹਨਾਂ ਦੇ ਵਿੱਚੋਂ ਜਿਨ੍ਹਾਂ ਦੀ ਬਾਣੀ ਨਾਲ ਇਹੋ ਜਿਹਾ ਗਹਿਰਾ ਰਿਸ਼ਤਾ ਸੀ ਜਿਨ੍ਹਾਂ ਦਾ। ਉਸ ਵਿੱਚ ਉਹਨਾਂ ਦੀ ਐਗਜ਼ਾਮਪਲ ਦਿੰਦੇ ਹਨ ਕਿ ਉਸ ਵਿੱਚ ਉਹ ਇੱਕ ਪ੍ਰੇਮੀ ਨੂੰ ਇਸ ਪ੍ਰਕਾਰ ਦੀ ਤਾਕੀਦ ਕਰਦੇ ਸਨ। ਕੀ ਤਾਕੀਦ ਕਰਦੇ ਸਨ? ਕਹਿੰਦੇ ਸਨ, ਦੇਖੀ ਕਦਾਚਿਤ ਬਾਣੀ ਵਿਸਾਰੋ, ਬਾਣੀ ਗੋਦ ਮਾਤਾ ਦੀ ਹੈ, ਮਾਤਾ ਦੀ ਹੈ। ਬਾਣੀ ਗੋਦ ਮਾਤਾ ਦੀ ਹੈ, ਨਾਮ ਤੋਂ ਜ਼ਰਾ ਸ਼ੋਕ ਘਟੇ, ਝਟ ਬਾਣੀ ਸਹਾਰਾ ਦੇਵੇਗੀ। ਮਤਲਬ ਕਿ ਜਿਸ ਤਰ੍ਹਾਂ ਮਾਤਾ ਦੀ ਗੋਦ ਬੱਚੇ ਵਾਸਤੇ ਇੱਕ ਸਹਾਰਾ ਹੁੰਦੀ ਹੈ, ਜਿੰਨਾ ਮਰਜ਼ੀ ਤਕਲੀਫ ਬੰਦਾ ਬੈਠਾ ਹੋਏ, ਮਾਤਾ ਦੀ ਗੋਦ ਵਿੱਚ ਆ ਜਾਏ ਤੇ ਸਾਰੀਆਂ ਤਕਲੀਫਾਂ ਭੁੱਲ ਜਾਂਦਾ ਹੈ। ਉਸੇ ਤਰ੍ਹਾਂ ਨਾਮ ਤੋਂ ਜ਼ਰਾ ਸ਼ੋਕ ਘਟੇ, ਝਟ ਬਾਣੀ ਸਹਾਰਾ ਦੇਵੇਗੀ। ਜੇ ਬਾਣੀ ਛੱਡ ਬੈਠੇ ਤਦ ਉਲਟ ਚੱਕਰ ਵੇਲੇ ਕਿਸਨੂੰ ਹੱਥ ਪਾਓਗੇ? ਜੋ ਪਹਿਲੇ ਵੀਰ ਜੀ ਨੇ ਗੱਲ ਕਹੀ ਸੀ। ਤੇ ਜੇ ਬਾਣੀ ਦਾ ਸਹਾਰਾ ਪਹਿਲੇ ਹੀ ਲੈ ਲਵੋਗੇ, ਤੇ ਜੇ ਤੁਹਾਡੀ ਜ਼ਿੰਦਗੀ ਤਕਲੀਫ ਆ ਜਾਏਗੀ ਤੁਹਾਨੂੰ, ਜਿਸ ਤਰ੍ਹਾਂ ਵੀਰ ਜੀ ਪਹਿਲੇ ਮੈਂਸ਼ਨ ਕਰ ਰਹੇ ਸਨ, ਤੇ ਉਸ ਤਕਲੀਫ ਵਿੱਚ ਤੁਸੀਂ ਈਜ਼ੀਅਰ ਹੋ ਜਾਏਗਾ ਤੁਹਾਡਾ ਪਾਥ, ਉਸਨੂੰ ਹੈਂਡਲ ਕਰਨ ਵਿੱਚ ਤੁਸੀਂ ਈਜ਼ੀ ਮਹਿਸੂਸ ਕਰੋਗੇ ਉਸਨੂੰ। ਤੇ ਜੇ ਨਹੀਂ ਕਰੋਗੇ ਤੇ ਤੁਹਾਨੂੰ ਮੁਸ਼ਕਿਲ ਆਏਗੀ ਤੁਹਾਡੇ ਵਿੱਚ। ਤੁਹਾਨੂੰ ਬਾਣੀ ਦੀ ਗੋਦ ਵਿੱਚ ਨਾਮ ਨੂੰ ਖਿਡਾਓ। ਕਿੰਨੀ ਸੋਹਣੀ ਲਾਈਨ ਹੈ, ਦੇਖੋ, ਬਾਣੀ ਦੀ ਗੋਦ ਵਿੱਚ ਨਾਮ ਨੂੰ ਖਿਡਾਓ। ਜਦ ਕਦੀ ਫਰੋਟੀ ਲੱਗੂ, ਜੋ ਜਿਗਿਆਸ ਨੂੰ ਅਨੇਕ ਵਾਰਾਂ ਲੱਗਦੀਆਂ ਹਨ, ਜੋ ਵੀਰ ਜੀ ਪਹਿਲੇ ਕਹਿ ਰਹੇ ਸਨ। ਫਰੋਟੀ ਲੱਗੂ ਮਤਲਬ ਜਦ ਕੋਈ ਤਕਲੀਫ ਆ ਜਾਏ, ਜੇ ਕੋਈ ਇਹੋ ਜਿਹੀ ਕੋਈ ਮੁਸ਼ਕਿਲ ਪੈਦਾ ਹੋ ਜਾਏ ਤੁਹਾਡੀ ਲਾਈਫ ਵਿੱਚ, ਜੋ ਹਰ ਇੱਕ ਇਨਸਾਨ ਵਿੱਚ ਲੱਗਦੀ ਹੈ, ਜੇ ਫਰੋਟੀ ਲੱਗੂ ਜੋ ਜਿਗਿਆਸ ਨੂੰ ਅਨੇਕਾਂ ਵਾਰੀ ਲੱਗਦੀਆਂ ਹਨ, ਤਦ ਬਾਣੀ ਬਚਾ ਲਏਗੀ। ਤਾਂ ਉਸ ਵੇਲੇ ਕੋਈ ਠਾਹਰ ਨਹੀਂ। ਮੈਂ ਤੇ ਪੂਰੀ ਬੁੱਕ ਪੜ੍ਹ ਸਕਦਾ ਤੁਹਾਨੂੰ ਇਹ ਵਾਲੀ। ਉਸ ਵੇਲੇ ਕੋਈ ਠਾਹਰ ਨਹੀਂ, ਮਨੇ ਉਸ ਵੇਲੇ ਤੁਹਾਨੂੰ ਫਿਰ ਕੌਣ ਤੁਹਾਡੀ ਹੈਲਪ ਕਰੇਗਾ? ਉਸ ਵੇਲੇ ਤੁਹਾਨੂੰ ਕੌਣ ਬਚਾਏਗਾ ਆ ਕੇ? ਜੇ ਹੁਣ ਸਹਾਰਾ ਲਵੋਗੇ, ਔਰ ਇਹ ਕੋਈ ਸਟਾਰਟਿੰਗ ਪੁਆਇੰਟ ਨਹੀਂ ਹੈ ਕਿ ਉਹ ਕੱਲ ਸ਼ੁਰੂ ਕਰਨਾ ਚਾਹੀਦਾ ਸੀ, ਜਾਂ ਅੱਜ ਨਹੀਂ ਸ਼ੁਰੂ ਕਰ ਸਕਦੇ, ਜਾਂ ਅੱਜ ਦੁੱਖ ਆ ਗਏ, ਕੋਈ ਗੱਲ ਨਹੀਂ, ਦੁੱਖ ਆ ਗਿਆ ਤਾਂ ਵੀ ਕੋਈ ਗੱਲ ਨਹੀਂ। ਲੇਕਿਨ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਦੇ ਅਸਲੀ ਜਿਹੜਾ ਰੂਪ ਜਿਹੜਾ ਹੈ ਪਿਛਲਾ, ਜਾਂ ਇਸ ਨੂੰ ਇਨਕਰੇਜ ਕਰਨ ਵਾਲਾ ਜਿਹੜਾ ਰੂਪ ਹੈ, ਉਹ ਗੁਰਬਾਣੀ। ਗੁਰਬਾਣੀ ਪੜ੍ਹਨ ਨਾਲ, ਗੁਰਬਾਣੀ ਵਿਚਾਰਨ ਨਾਲ, ਕੀਰਤਨ ਕਰਨ ਨਾਲ, ਕੀਰਤਨ ਸਿਖਾਉਣ ਨਾਲ, ਸਿੱਖਣ ਨਾਲ, ਕੀਰਤਨ ਸੁਣਨ ਨਾਲ, ਇਹ ਦੈਵਿਕ ਗੁਣ ਬਾਣੀ ਅੰਦਰ ਆਪ ਪ੍ਰਵੇਸ਼ ਕਰਾਂਦੀ ਹੈ। ਤੇ ਉਸ ਉੱਚ ਕੋਟੀ ਦੀ ਜਿਗਿਆਸੂ ਨੂੰ ਆਪ ਪਰਮਾਤਮਾ ਆਪਣੇ ਅੰਦਰ ਲਾਉਣ ਵਿੱਚ ਸਹਾਈ ਹੁੰਦੇ ਹਨ ਆਪ। ਔਰ ਇਸ ਦਾ ਸਭ ਤੋਂ ਵੱਡਾ ਪ੍ਰੂਫ ਇਸੀ ਪੌੜੀ ਦੀ ਅਖੀਰਲੀ ਲਾਈਨ ਵਿੱਚ ਹੈ, ਨਾਨਕ ਇਹਵੇ ਜਾਣੀਏ ਸਭ ਆਪੇ ਸਚਿਆਰ। ਇਹ ਅਵਸਥਾ, ਇਹ ਨਾਨਕ ਇਹਵੇ ਜਾਣੀਏ
ਸਭ ਆਪੇ ਸਚਿਆਰ ਵਾਲੀ ਬੜੀ ਉੱਚ ਕੋਟੀ ਵਾਲੀ ਜਿਗਿਆਸੂ ਦੀ ਅਵਸਥਾ ਹੈ ਵਾਲੀ। ਇਹ ਕੋਈ ਛੋਟੇ ਮੋਟੇ ਜਿਗਿਆਸੂ ਦੀ ਅਵਸਥਾ ਨਹੀਂ ਹੈ। ਉਸ ਵੇਲੇ ਬੰਦੇ ਨੂੰ ਇਸ ਗੱਲ ਦਾ ਗਿਆਤ ਹੋ ਜਾਂਦਾ। ਮੈਂ ਪੂਰੀ ਪੌੜੀ ਦੀ ਖਤਮ ਨਹੀਂ ਹੋਇਆ, ਮੈਨੂੰ ਕੰਟੀਨਿਊ ਦਿਸ ਨੈਕਸਟ ਵੀਕ ਦੋ। ਇਸ 9:32 ਮਾਈ ਟਾਈਮ ਇਜ਼ ਅਪ। ਬਟ ਹੁਣ ਪ੍ਰੋਬਲਮ ਹੁੰਦਾ ਕਿ ਜਿਸ ਨੂੰ ਗੁਰਬਾਣੀ ਪੜ੍ਹਨ ਦਾ ਸ਼ੌਕ ਨਹੀਂ ਹੈ, ਜਿਸ ਨੂੰ ਗੁਰਬਾਣੀ ਵਿੱਚ ਰਸ ਨਹੀਂ ਆਉਂਦਾ, ਤੇ ਕੋਈ ਮੂਵੀ ਚੱਲ ਰਹੀ ਹੋਵੇ, ਫॉर ਐਗਜ਼ਾਮਪਲ ਕੋਈ ਮੂਵੀ ਦੇਖਣੀ ਹੋਵੇ ਕਿਸੇ ਦੀ, ਜੋ ਜੇਮਸ ਬੌਂਡ ਦੀ ਹੋਵੇ, ਕੋਈ ਰੋਮਾਂਟਿਕ ਕਾਮੇਡੀ ਹੋਵੇ, ਕੋਈ ਹਿੰਦੀ ਹੋਵੇ ਜਾਂ ਬਾਲੀਵੁੱਡ ਹੋਵੇ ਜਾਂ ਹਾਲੀਵੁੱਡ, ਡਜ਼ਨਟ ਮੈਟਰ, ਤੇ ਉਸ ਮੂਵੀ ਜੇਕਰ ਦੇਖਣ ਦਾ ਸ਼ੌਕ ਇੱਕ ਹੁੰਦਾ, ਯਾਰ ਉਹ ਲੱਗੀ ਹੈ ਦੇਖ ਕੇ ਆਈਏ ਫਟੋਫਟ। ਫਿਰ ਜਦੋਂ ਦੇਖਦਾ ਹੈ ਸਕਰੀਨ ਦੇ ਉੱਤੇ ਤਾਂ ਧਿਆਨ ਦੇਖੋ ਉਹ 2.5 ਘੰਟੇ ਕਿਸ ਤਰ੍ਹਾਂ ਬੀਤਦੇ ਹਨ ਉਹਦੇ, ਸਪੈਸ਼ਲੀ ਅਗਰ ਮੂਵੀ ਥੀਏਟਰ 'ਚ ਬੈਠਾ ਹੋਵੇ ਤੇ, ਹੈਨਾ। there is a very big probability ਕਿ ਤੁਹਾਡਾ ਪੂਰਾ ਫੋਕਸ ਉੱਥੇ ਹੈ, ਪੂਰੇ ਸਾਰੀਆਂ ਦਿਮਾਗ ਦੀਆਂ ਚੈਨਲਸ ਉੱਥੇ ਤੁਹਾਡੇ ਫੋਕਸ ਹੁੰਦਾ ਉਸ ਉਹਦੇ ਉੱਤੇ। ਤੇ ਇਹ ਜਿਹੜੀ ਚੀਜ਼ ਜਿਹੜੀ ਭਗਤਾਂ ਦੇ ਅੰਦਰ ਵਿੱਚ ਗੁਰਬਾਣੀ ਜਦੋਂ ਸ਼ੌਕ ਹੋਵੇ ਅੰਦਰ ਕਰਨ ਦਾ, ਜਿਹਦੇ ਅੰਦਰ ਸੱਚੀ ਲੋ ਹੋਵੇ, ਮੈਂ ਵੇਟ ਕਰਾਂ ਕਦਨ ਦਖਣੀ ਓਂਕਾਰ ਮੈਂ ਸਮਝਾਂ, ਮੈਂ ਵੇਟ ਨਹੀਂ ਕਰ ਸਕਦਾ ਕਦਨ ਸਿੱਧ ਗੋਸ਼ ਮੈਨੂੰ ਸਾਰੀ ਸਮਝ ਆ ਜਾਏ ਜਾਂ ਮੈਂ ਪੜਾਂ ਉਸ ਬਾਣੀ ਨੂੰ। ਹੁਣ ਇਹ ਜਿਹੜੀ ਲੋ ਜਿਹੜੀ ਹੈ ਇਹ ਤੁਹਾਨੂੰ 2 ਤਰੀਕੇ ਨਾਲ ਮਿਲ ਸਕਦੀ ਹੈ, ਹੋਰ ਤੀਸਰਾ ਕੋਈ ਤਰੀਕਾ ਨਹੀਂ। ਮੈਂ ਗੱਲ ਕਲੀਅਰ ਕਰ ਦਿਆਂ ਇਸ ਗੱਲ ਨੂੰ। ਔਰ ਉਹ 2 ਤਰੀਕੇ ਹਨ, ਇੱਕ ਹੈ ਅਰਦਾਸ, ਇੱਕ ਹੈ ਉਹਦੇ ਅੱਗੇ ਨੱਕ ਰਗੜਨਾ ਕਿ ਹੇ ਮੇਰੇ ਦਾਤਾ, ਮੈਨੂੰ ਨਹੀਂ ਹੈ ਸ਼ੌਕ ਜਪਜੀ ਪੜ੍ਹਨ ਦਾ, ਮੈਂ ਪੜ੍ਹਦਾ ਤੇ ਰੋਜ਼ ਹਾਂ, ਪਹਿਲੇ ਦੇ ਭਾਵ ਦੇ ਉੱਤੇ ਤੇ ਮੈਂ ਚੱਲਿਆ ਹੀ ਨਹੀਂ। ਮੇਰੀ ਉਮਰ 60-62 ਸਾਲ ਦੀ ਹੋ ਗਈ ਹੈ, ਮੈਂ ਇਹਨਾਂ ਭਾਵਾਂ ਨੂੰ, ਇਸ ਭਾਵ ਦੇ ਉੱਤੇ ਤੇ ਮੈਂ ਚੱਲਿਆ ਹੀ ਨਹੀਂ ਕਦੀ। ਮੈਨੂੰ ਚਲਾਓ, ਤੁਸੀਂ ਕਿਰਪਾ ਕਰੋ, ਤੇ ਕਿਰਪਾ ਕਰਕੇ ਮੈਨੂੰ ਇਸ ਬਾਣੀ ਦੀ ਰੋਸ਼ਨੀ ਵਿੱਚ ਮੈਨੂੰ ਲੈ ਕੇ ਆਓ। ਤੁਸੀਂ ਮੇਰੇ ਕੋਲ ਸਿਰਫ ਬਾਣੀ ਸਵੇਰੇ ਨਿਤਨੇਮ ਦੀਆਂ ਬਾਣੀਆਂ ਪੜ੍ਹਾਓ ਨਾ, ਮੈਨੂੰ ਜਪਜੀ ਨੂੰ ਆਪਣਾ ਮੇਰਾ ਅੰਗ ਬਣਾ ਦਿਓ, ਮੈਨੂੰ ਸ਼ੌਕ ਪੈਦਾ ਹੋ ਜਾਵੇ ਤੁਹਾਡੀ ਬਾਣੀ ਪੜ੍ਹਨ ਦਾ। ਇਹ ਸਟਾਰਟਿੰਗ ਹੈ। ਇੱਕ ਇਹ ਤਰੀਕਾ ਹੈ ਅਰਦਾਸ ਦਾ, ਜਿਹੜੀ ਹਰ ਬ੍ਰੈਥ ਵਿੱਚ ਨਿਕਲੇ ਤੁਹਾਡੇ ਕੋਲੋਂ। ਤੇ ਦੂਸਰੀ ਹੈ ਜੁੜੀਆਂ ਹੋਇਆਂ ਦੀ ਸੰਗਤ ਵਿੱਚ ਜਾਣਾ, ਜੁੜੀਆਂ ਹੋਇਆਂ ਦੇ ਸੰਗ ਪ੍ਰਾਪਤ ਹੋ ਜਾਣਾ। ਜਿਹੜੇ ਜੁੜੇ ਹੋਏ ਹਨ, ਜਿਹੜੇ ਉਹਨਾਂ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰਨੀ, ਉਹਨਾਂ ਨਾਲ ਰਿਸ਼ਤਾ ਰੱਖਣਾ। ਜੁੜਿਆਂ ਹੋਇਆਂ ਦੇ ਵਿੱਚੋਂ ਹੀ ਇਹ ਦਾਤ ਮਿਲਣੀ ਹੈ ਤੁਹਾਨੂੰ। ਇਹ ਦਾਤ ਹੈ ਬਾਣੀ ਨਾਲ ਜੁੜਨ ਵਾਲੀ, ਇਹ ਦਾਤ ਹੈ ਗੁਰਬਾਣੀ ਦੀ ਰੋਸ਼ਨੀ ਵਿੱਚ ਆਉਣ ਵਾਲੀ, ਗੁਰਬਾਣੀ ਦੀ ਰੋਸ਼ਨੀ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦੇਣ ਵਾਲੀ ਸ਼ੌਕ ਨਾਲ। ਤੇ ਇਹ ਅਨਫੋਰਚੂਨੇਟਲੀ ਤੁਹਾਨੂੰ ਹੋਰ ਕਿਧਰੋਂ ਨਹੀਂ ਮਿਲ ਸਕਦੀ, ਸਿਵਾਏ ਉਹਨਾਂ ਤੋਂ ਜਿਹੜੇ ਆਪ ਇਸ ਰੋਸ਼ਨੀ ਵਿੱਚ ਜਿੰਦੇ ਹਨ, ਤੇ ਜਿਹੜੇ ਆਪ ਇਸ ਰੋਸ਼ਨੀ ਵਿੱਚ ਜਿੰਦੇ ਨਹੀਂ ਹਨ, ਜਿਹੜੇ ਸਿਰਫ ਨੌਲੇਜ ਵੰਡਦੇ ਹਨ ਜਪਜੀ ਦੀ, ਉਹਨਾਂ ਕੋਲੋਂ ਇਹ ਦਾਤ ਨਹੀਂ ਮਿਲ ਸਕਦੀ। ਤੁਸੀਂ ਲੱਖ ਕੋਸ਼ਿਸ਼ ਕਰਕੇ ਦੇਖ ਲਓ, ਤੁਹਾਨੂੰ ਕਦੀ ਇਹ ਦਾਤ ਮਿਲੇਗੀ ਨਹੀਂ। ਤੁਹਾਨੂੰ ਦਾਤ ਉਹਨਾਂ ਕੋਲੋਂ ਹੀ ਮਿਲੇਗੀ ਜਿਹੜੇ ਇਸ ਰੋਸ਼ਨੀ ਵਿੱਚ ਜਿੰਦੇ ਹਨ। ਜਪਜੀ ਦੇ ਕਿਤਨੇ ਟੀਕੇ ਤੁਸੀਂ ਪੜ੍ਹ ਲਵੋ, ਮੈਨੂੰ ਇੱਕ ਟੀਕਾ ਦਿਖਾ ਦਿਓ ਜਪਜੀ ਦਾ ਜਿਹਦੇ ਵਿੱਚ ਇਹੋ ਜਿਹੇ ਵਰਡ ਕਿਸੇ ਨੇ ਲਿਖੇ ਹੋਣ ਜੋ ਭਾਈ ਸਾਹਿਬ ਨੇ ਲਿਖੇ ਨੇ। ਕਰ ਲਓ ਜੀ, ਮੈਂ ਬੜੇ ਟੀਕੇ ਪੜ੍ਹੇ ਜਪਜੀ ਦੇ, ਬਹੁਤ ਟੀਕੇ ਪੜ੍ਹੇ ਮੈਂ, ਆਲਮੋਸਟ ਜਿਤਨੇ ਲਿਖੇ ਮੈਂ ਕੋਸ਼ਿਸ਼ ਕਰਦਾ ਜਿਤਨੇ ਲਿਖੇ ਸਾਰੇ ਪੜ੍ਹਾਂ ਮੈਂ, ਕਿਉਂਕਿ ਪੜ੍ਹਾਉਣਾ ਸਮਝਾਉਣਾ ਹੁੰਦਾ ਹੈ। ਆਈ ਵਾਂਟ ਟੂ ਬੀ ਐਜ਼ knowledgeable as humanly possible, because ਮੈਨੂੰ ਲੱਗਦਾ ਕਿ ਮੈਂ ਦੂਸਰਿਆਂ ਨੂੰ ਸਮਝਾਉਣਾ ਹੈ। I should know what others have written on it. ਇੱਕ ਜਪਜੀ ਦੇ ਟੀਕੇ ਵਿੱਚ ਇਹੋ ਜਿਹੇ ਪਿਆਰ ਵਾਲੀਆਂ ਲਾਈਨਾਂ ਮੈਨੂੰ ਦੱਸ ਦਿਓ ਕਿਸੇ ਹੋਰ ਨੇ ਲਿਖੀਆਂ ਹੋਣ, ਨਹੀਂ ਲਿਖੀਆਂ ਹੋਈਆਂ ਕਿਸੇ ਨੇ ਹੋਰ, ਟਰਸਟ ਕਰ ਮੈਨੂੰ। ਕਿਉਂ? ਮੋਸਟ ਆਫ ਦੇ ਟੀਕਾਕਾਰਾਂ ਦੀ ਜਿਹੜੀਆਂ ਟ੍ਰਾਂਸਲੇਸ਼ਨ ਜਿਹੜੀਆਂ ਹਨ ਉਹ ਸਿਰਫ ਨੌਲੇਜ ਤੱਕ ਸੀਮਿਤ ਹਨ ਸਾਰੀਆਂ, ਔਰ ਅੱਗੇ ਕੁਛ ਨਹੀਂ ਹੈ ਅੱਗੇ। ਸੋ ਇਹ ਜਿਹੜੇ ਖੁਦ ਜੁੜੇ ਹੋਏ ਹਨ, ਜਿਹੜੇ ਉਹ ਹੀ ਜੋੜ ਸਕਦੇ ਹਨ, ਹੋਰ ਕੋਈ ਨਹੀਂ ਜੋੜ ਸਕਦੇ। ਇਹ 2 ਸੋਰਸਸ ਹਨ ਤੁਹਾਡੇ ਕੋਲ, ਇਹ 2 ਸੋਰਸਸ ਹਨ ਗੁਰਬਾਣੀ ਨਾਲ ਮੇਰਾ ਪਿਆਰ ਵਧਣ ਦੀਆਂ ਸੋਰਸਸ। ਇੱਕ ਅਰਦਾਸ ਔਰ ਇੱਕ ਜੁੜੀਆਂ ਹੋਇਆਂ ਦੀ ਸੰਗਤ। ਤੇ ਜੁੜੀਆਂ ਹੋਇਆਂ ਦੀ ਸੰਗਤ ਜੇ ਲਾਈਵ ਪਰਸਨ ਨਾਲ ਮਿਲ ਜਾਏ ਤੇ ਨਥਿੰਗ ਲਾਈਕ ਇਟ। ਜੇ ਲਾਈਵ ਪਰਸਨ ਤੁਹਾਡੀ ਹੋ ਜਾਏ ਤੇ ਉਹਦੇ ਫਿਰ ਵਾਵਾ ਹੈ ਬਹੁਤ ਜ਼ਿਆਦਾ। ਤੇ ਜੇ ਲਾਈਵ ਨਾ ਮਿਲ ਸਕੇ ਤੇ ਫਿਰ ਸੰਥਿਆ ਤੇ ਬੰਦਾ ਪੜ ਸਕਦਾ ਹੈ, ਭਾਈ ਗੁਰਦਾਸ ਨੂੰ ਤੇ ਬੰਦਾ ਪੜ ਸਕਦਾ ਹੈ ਨਾ, ਕਲਗੀਧਰ ਚਮਤਕਾਰ ਤੇ ਪੜ ਸਕਦਾ ਹੈ, ਗੁਰੂ ਨਾਨਕ ਚਮਤਕਾਰ ਤੇ ਪੜ ਸਕਦਾ ਹੈ ਨਾ, ਭਾਈ ਨੰਦ ਲਾਲ ਨੂੰ ਤੇ ਪੜ ਸਕਦੇ ਹੋ ਨਾ, ਉਹ ਤੇ ਕਿਤੇ ਉਹ ਤੇ ਬੈਠੇ ਹੋਏ ਨਾ, ਉਹਨਾਂ ਦੇ ਕਲਾਮ ਤੇ ਪੜ ਸਕਦੇ ਹੋ ਨਾ ਤੁਸੀਂ। ਸੋ ਅਗੇ ਮੈਂ ਹਲੇ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਦੇ ਉੱਤੇ ਵੀ ਵਿਲ ਟਾਕ ਅਬਾਊਟ ਇਟ ਨੈਕਸਟ ਵੀਕ, ਬਟ ਫੋਕਸ ਤੁਸੀਂ
ਆਪਣੇ ਉੱਤੇ ਕਰਨਾ ਹੈ ਕਿ ਇੱਕ ਤੇ several steps ਹਨ ਇਹਦੇ ਚ ਇਨਵੋਲਵ। ਨੰਬਰ 1 ਸਟੈਪ ਹੈ ਕਿ ਮੇਰੇ ਅੰਦਰ ਪਹਿਲੇ ਪ੍ਰਭੂ ਮਿਲਾਪ ਦੀ ਇੱਛਾ ਪੈਦਾ ਹੋਣੀ, ਉਹ ਮਿਲਾਪ ਦੀ ਇੱਛਾ ਪੈਦਾ ਹੋਣ ਵਾਲੀ ਗੁਰਬਾਣੀ ਹੈ, ਗੁਰਬਾਣੀ। ਤੇ ਦੂਸਰਾ ਕਿ ਗੁਰਬਾਣੀ ਦਾ ਸ਼ੌਕ ਮੇਰੇ ਅੰਦਰ ਕਿੰਝ ਪੈਦਾ ਹੋਵੇ, ਮੇਰੇ ਅੰਦਰ ਕਿਸ ਤਰ੍ਹਾਂ ਲੋ ਜਗੇ ਕਿ ਮੈਂ ਨਾਲ ਜੁੜਾ, ਉਹ ਅਰਦਾਸ ਤੇ ਜੁੜਿਆ ਹੋਇਆਂ ਦੀ ਸੰਗਤ ਜਿਹੜੀ ਹੈ, ਉਹ ਜੁੜਿਆ ਹੋਇਆਂ ਦੇ ਸੰਗਤ ਵਿੱਚੋਂ ਤੁਹਾਨੂੰ ਇਨਕਰੇਜਮੈਂਟ ਮਿਲੇਗੀ। ਟਰਸਟ ਕਰ ਲਿਓ, ਹੋਰ ਕਿਧਰੋਂ ਨਹੀਂ ਮਿਲ ਸਕਦੀ ਤੁਹਾਨੂੰ ਇਹ ਇਨਕਰੇਜਮੈਂਟ ਬਗੈਰ ਉਹਨਾਂ ਤੋਂ ਜਿਹੜੇ ਖੁਦ ਜੁੜੇ ਹੋਏ ਹਨ, ਜਿਹੜੇ ਖੁਦ ਨੌਲੇਜ ਬੇਸਡ ਹਨ, ਜਿਹੜੇ ਸਿਰਫ ਉਸ ਐਕੈਡੈਮਿਕ ਦਾਇਰੇ ਦੇ ਜਿਹੜੇ ਅੰਦਰ ਹਨ, ਖਾਲੀ ਪਿਆਰ ਵਾਲੇ ਨਹੀਂ ਹਨ, ਜਿਹੜੇ ਉਹਨਾਂ ਤੋਂ ਨਹੀਂ ਮਿਲ ਸਕਦੀ ਇਨਕਰੇਜਮੈਂਟ, ਬਹੁਤ ਮੁਸ਼ਕਿਲ ਹੈ। ਉਹਨਾਂ ਤੋਂ ਨੌਲੇਜ ਮਿਲ ਜਾਏਗੀ ਤੁਹਾਨੂੰ, ਪਰ ਨੌਲੇਜ ਨਾਲ ਪ੍ਰਮਾਤਮਾ ਨਹੀਂ ਮਿਲਦਾ ਅਨਫੋਰਚੂਨੇਟਲੀ। ਉਹ ਪਹਿਲੇ ਲਾਈਨਾਂ ਆ ਚੁੱਕੀ ਕਿ ਸਹਿ ਸਿਆਣਪ ਲੱਖ ਹੋਵੇ, ਸੋ ਉਹ ਉਹਦੇ ਨਾਲ ਮਿਲਦਾ ਨਹੀਂ ਉਹਦੇ ਨਾਲ। I'm going to stop here and my class ends here ਅੱਜ ਦੀ। We'll continue this body next time, but I'm going to stop here and see if somebody has any questions and comments. ਸੋ ਵੀਰ ਜੀ, ਇੱਕ ਦੁੱਖਾਂ ਦੇ ਬਾਰੇ ਗੱਲ ਕਰ ਰਹੇ ਸੀ, ਤੇ ਜਦੋਂ ਖੁਸ਼ੀ ਹੋਵੇ, ਜਦੋਂ ਕੋਈ ਚੰਗਾ ਮਾਹੌਲ ਹੋਵੇ, ਤੇ ਉਸ ਵੇਲੇ ਪ੍ਰਮਾਤਮਾ ਕਈ ਵਾਰ ਯਾਦ ਨਹੀਂ ਆਉਂਦਾ। ਸੋ ਦੁੱਖ ਕਈ ਵਾਰੀ ਕਾਰਨ ਬਣ ਜਾਂਦਾ ਹੈ ਕਿ ਉਸ ਪ੍ਰਮਾਤਮਾ ਨਾਲ ਜੁੜਨ ਦਾ ਯਾਦ ਆ ਜਾਂਦੀ ਹੈ, ਤੇ ਫਿਰ ਅੱਗੇ ਚੱਲ ਕੇ, ਜਦੋਂ ਉਸ ਰਸਤੇ ਤੇ ਚੱਲ ਕੇ ਫਿਰ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਦੁੱਖ ਨਾਲ ਪਰਮਾਤਮਾ ਨੂੰ ਜੁੜਨ ਦੀ ਬਹਾਨਾ ਵੀ it's a starting point sometimes. ਬਿਲਕੁਲ ਠੀਕ ਤੁਸੀਂ ਕਿਹਾ, 100%। On the other hand ਵੀਰ ਜੀ, ਕਈ ਵਾਰੀ ਦੁੱਖ ਬਹੁਤੇ ਆਉਣ ਨਾਲ ਬੰਦਾ ਉਹਨਾਂ ਦੁੱਖਾਂ ਵਿੱਚ ਹੀ ਡਿੱਗ ਜਾਂਦਾ ਹੈ ਤੇ ਪ੍ਰਮਾਤਮਾ ਨੂੰ ਯਾਦ ਜਿਹੜੀ ਹੈ ਉਹ ਭੁੱਲ ਜਾਂਦੀ। ਕਈ ਵਾਰੀ ਉਹ ਵੀ ਹੁੰਦਾ, ਬੰਦਾ ਡਿਪਰੈਸ਼ਨ ਚਲਾ ਜਾਂਦਾ ਹੈ, ਬੰਦਾ ਕਿਸੇ ਪਾਸੇ ਫੋਕਸ ਨਹੀਂ ਕਰ ਸਕਦਾ। ਮੈਂ ਆਪਣੀ ਜ਼ਿੰਦਗੀ ਦੇਖਿਆ ਹੋਇਆ, ਆਪਣੀ ਲਾਈਫ 'ਚ ਬੜੇ ਇਵੈਂਟਸ ਆਏ ਹਨ ਪਿਛਲੇ 3-4 ਸਾਲਾਂ 'ਚ ਕਿ ਕਈ ਵਾਰੀ ਬੰਦਾ ਉਸ ਗਿਰਾਵਟ ਵਿੱਚ ਵੀ ਚਲਾ ਜਾਂਦਾ ਹੈ, ਤੇ ਆਪਣੇ ਆਪ ਨੂੰ ਫਿਰ ਹੋੜਨਾ ਪੈਂਦਾ, ਬਹੁਤ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਹੈ, ਫਿਰ ਅਰਦਾਸਾਂ ਕਰਨੀਆਂ ਪੈਂਦੀਆਂ ਹਨ ਕਿ ਇਹ ਮੇਰੇ ਦਾਤਾ, ਤੁਸੀਂ ਜਿਹੜੇ ਦੁੱਖ ਦਿੱਤੇ ਹਨ, ਤੁਸੀਂ ਦੁੱਖ ਦੂਰ ਕਰੋਗੇ, ਹੋਰ ਕੋਈ ਦੁੱਖ ਦੂਰ ਕਰਨ ਵਾਲਾ ਨਹੀਂ ਹੈ। ਤੁਸੀਂ ਹੈਲਪ ਕਰੋਗੇ, ਤੁਸੀਂ ਆਪ ਸਹਾਈ ਬਣੋਗੇ। ਤੇ ਭਰੋਸਾ ਜਿਹੜਾ ਹੈ, ਮੈਨੂੰ ਯਾਦ ਕਰਾਇਆ ਹੋਇਆ ਸੀ ਨਾ, ਕੀਰਤਨ ਵਰਕਸ਼ਾਪ ਚਲਦੀਆਂ ਪਈਆਂ ਅੱਜ ਕੱਲ, ਤੇ ਉਹਦੇ ਅੱਜ ਇੱਕ ਸ਼ਬਦ ਜਿਹੜਾ ਸਿੱਖਣਾ, ਉਹਦੇ ਵਿੱਚ ਮੇਨ ਉਸ ਟੌਪਿਕ ਜਿਹੜਾ ਹੈ ਉਹ ਪਰਮਾਤਮਾ ਦੇ ਭਰੋਸੇ ਵਾਲਾ ਟੌਪਿਕ ਹੈ, ਅੱਜ ਕੀ ਵਿਸ਼ਵਾਸ ਕੀ ਹੈ ਬੰਦੇ ਦਾ। I'll try to discuss that shabad next Sunday in class, which is an important shabad to go over, ਤੇ ਭਰੋਸਾ ਜਿਹੜਾ ਹੈ ਉਹ ਵੀ ਬਾਣੀ ਦੀ ਰੋਸ਼ਨੀ ਦੇ ਅੰਦਰ ਜਿਹੜਾ ਬਹੁਤਾ ਜ਼ਿੰਦਗੀ ਜੀਏ ਉਸਨੂੰ ਭਰੋਸਾ ਬੰਦਾ। ਪਰ ਨਰਿੰਦਰ ਵੀਰ ਜੀ, ਇੰਪੋਰਟੈਂਟ ਗੱਲ ਹੈ ਕਿ ਬਹੁਤੇ ਦੁੱਖ ਆਉਣ ਨਾਲ ਕਈ ਵਾਰੀ ਬੰਦਾ ਡਿਪਰੈਸ਼ਨ ਵਿੱਚ, ਤੇ ਕਈ ਵਾਰੀ ਬੰਦਾ ਪ੍ਰਮਾਤਮਾ ਨੂੰ ਭੁਲਾ ਵੀ ਦਿੰਦਾ, ਉਹ ਵੀ ਉਹਦਾ ਬੜਾ ਵੱਡਾ ਖਤਰਾ ਹੈ। ਸੋ ਉਸ ਲੈਵਲ ਤੱਕ ਆਉਣ ਤੋਂ ਪਹਿਲੇ ਅਗਰ ਆਪਣੇ ਆਪ ਦੀ ਤਿਆਰੀ ਕਰ ਲਵੇ ਤੇ ਉਹ ਫਿਰ ਬੈਟਰ ਹੈ, is what I feel। ਹਾਂਜੀ anybody else? ਹਾਂਜੀ ਵਿਕ ਵੀਰ ਜੀ। ਜਦੋਂ ਤੁਸੀਂ ਵਡਿਆਈ ਵਿਚਾਰਨ ਦੀ ਸਮਝਾ ਰਹੇ ਸੀ, ਤੇ ਇੱਕ ਆਸਾ ਦੀ ਵਾਰ ਦੀ ਪੌੜੀ ਯਾਦ ਆਈ, ਉੱਥੇ ਸਤਿਗੁਰੂ ਵੱਡਾ ਕਰ ਸਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। I think it so fits this definition of ਵਡਿਆਈ ਵਿਚਾਰਨ ਦੇ ਫਾਇਦੇ ਕਿੰਨੇ ਨੇ, ਤੇ ਸਤਿਗੁਰੂ ਵੱਡਾ ਕਰ ਸਲਾਈ ਹੈ, ਤੇ ਫਿਰ ਕਰ ਹੁਕਮ ਮਸਤਕ ਹੱਥ ਧਰ, ਮਾਰ ਕੱਢੀਆਂ ਵਡਿਆਈਆਂ। ਉਹ ਚੇਂਜੇ ਤੁਸੀਂ ਰੋਕ ਨਹੀਂ ਸਕਦੇ ਨਰਿੰਦਰ ਵੀਰ ਜੀ। ਗੁਰਬਾਣੀ ਦੀ ਰੋਸ਼ਨੀ ਵਿੱਚ ਜੀਣ ਵਾਲੇ ਨੂੰ ਪਾਪ ਕਰਨੇ ਬਹੁਤ ਮੁਸ਼ਕਿਲ ਹਨ। ਉਹਦੇ ਵਾਸਤੇ ਝੂਠ ਬੋਲਣਾ ਉਤਨਾ ਹੀ ਮੁਸ਼ਕਿਲ ਹੈ ਜਿੰਨੇ ਵਾਸਤੇ ਝੂਠੇ ਬੰਦੇ ਵਾਸਤੇ ਸੱਚ ਬੋਲਣਾ ਮੁਸ਼ਕਿਲ ਹੈ। ਉਹਦੇ ਮੂੰਹ ਝੂਠ ਨਿਕਾਲਣਾ ਬੜਾ ਮੁਸ਼ਕਿਲ ਹੋਏਗਾ, ਕਿਉਂਕਿ ਗੁਰਬਾਣੀ ਰੋਕ ਲੇਗੀ, ਤੁਹਾਨੂੰ ਨਹੀਂ ਕਰਨ ਦੇਗੀ ਕੰਮ ਬੁਰੇ। ਉਸ ਬੰਦੇ ਨੂੰ ਬੜਾ ਮੁਸ਼ਕਿਲ ਹੈ, ਉਸ ਬੰਦੇ ਵਾਸਤੇ ਝੂਠ ਬੋਲਣਾ। ਉਸ ਬੰਦੇ ਨੂੰ ਬੜਾ ਮੁਸ਼ਕਿਲ ਹੋ ਜਾਏਗਾ ਗਰੀਡ ਵਿੱਚ ਰਹਿਣਾ। ਉਸ ਬੰਦੇ ਨੂੰ ਦੂਸਰੇ ਦੀ ਤਕਲੀਫ ਦੇਖ ਕੇ ਆਪਣੀਆਂ ਤਕਲੀਫਾਂ ਭੁੱਲ ਕੇ ਦੂਸਰਿਆਂ ਦੀਆਂ ਤਕਲੀਫਾਂ ਦੂਰ ਕਰਨ ਦਾ ਮਨ ਕਰਨ ਦੀ ਭਾਵਨਾ ਉਹ ਨੈਚੁਰਲੀ ਪੈਦਾ ਹੋ ਜਾਂਦੀ ਹੈ ਵੀ ਜੀ ਉਹਨਾਂ 'ਚ। ਇਹ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਨਾ,
ਜਿਹੜੇ ਆਏ ਨੂੰ ਉਸ ਰੋਸ਼ਨੀ ਚ ਉਹਨਾਂ ਨੂੰ ਪਤਾ। ਗੁਰਿੰਦਰ ਜੀ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ, there is a filter which comes into you. ਬਿਲਕੁਲ ਬਿਲਕੁਲ That just filters everything that you don't do wrong. ਔਰ Yeah. ਹੱਥ ਰੋਕ ਲਿੱਤਾ ਜਾਂਦਾ ਹੈ. That ਬਿਲਕੁਲ is what it is. ਹਾਂਜੀ। ਇੱਕ ਮੈਂ ਗੱਲ I want to add something to just Kamalveer ji what said, but Vikveer ji ਤੁਸੀਂ go ahead, you first ask your question. I want to add something to what Kamalveer ji said, you know, ਜਪਜੀ ਦੀ ਰੋਸ਼ਨੀ ਦੇ ਥੱਲੇ। ਹਾਂਜੀ ਉਹ Thank you, Veerji. Thank you for really wonderful explanation. I had two questions. One, ਜਿਹੜੀ ਤੁਸੀਂ ਗੁਣ ਸਿਮਰਨ ਦੀ ਜਿਹੜੀ quotation ਤੁਸੀਂ ਕਹਿ ਰਹੇ ਸੀਗੇ ਕਿ it's worth framing and putting on the wall. You know, I would really appreciate because ਇਹ ਤੁਸੀਂ I mean ਇੱਕ ਨਿਚੋੜ ਹੈਗਾ ਜਿਹੜਾ ਤੁਸੀਂ you know from your readings you have come across such lines. ਇਸ ਤਰ੍ਹਾਂ ਦੀ ਅਗਰ ਹੋਰ nichore type the lines that are worth framing and looking at regularly, you know, if you could share you know a few more as we go along, I think that would be really nice. Sure. ਨਹੀਂ ਥੈਂਕ ਯੂ ਵੀਰ ਜੀ। ਯਾ ਬੜੀਆਂ ਹਨ ਇਹੋ ਜੀਆਂ you know ਭਾਈ ਨੰਦ ਲਾਲ ਜੀ ਬਾਣੀਆਂ ਵਿੱਚੋਂ, ਉਹਨਾਂ ਵਿੱਚੋਂ ਬੜੀਆਂ ਹਨ, ਬੰਦਗੀ ਨਾਮਾ ਵਿੱਚੋਂ you know ਬੰਦਗੀ ਨਾਮਾ ਵਿੱਚੋਂ ਬੜੀਆਂ ਇਹੋ ਜਿਹੀਆਂ ਲਾਈਨਾਂ ਹਨ। ਭਾਈ ਸਾਹਿਬ ਦੀ ਰਾਈਟਿੰਗ ਵਿੱਚ ਬਹੁਤ ਹਨ ਇਹੋ ਜਿਹੀਆਂ ਲਾਈਨਾਂ। ਬਟ ਥੈਂਕ ਯੂ ਫॉर pointing that out and I'll definitely keep that in mind. ਮੈਂ ਕਮਲਵੀਰ ਜੀ ਦੀ ਲਾਈਨ ਨੂੰ ਮੈਂ ਇੱਕ ਲਾਈਨ ਅੱਗੇ ਪਹੁੰਚਾ ਦਿਆਂ। ਵੀਰ ਜੀ ਸੈਡ ਕਿ ਫਿਲਟਰ ਲੱਗ ਜਾਂਦਾ, ਬਿਲਕੁਲ ਠੀਕ ਗੱਲ ਹੈ। ਬਾਣੀ ਦਾ ਫਿਲਟਰ ਲੱਗ ਜਾਂਦਾ ਕਿਉਂਕਿ ਦਿਮਾਗ 'ਚ ਗੱਲ ਆਉਣ ਤੋਂ ਪਹਿਲੇ ਫਿਲਟਰ ਹੋ ਜਾਂਦੀ ਹੈ। ਪਰ ਦੋ ਸਟੇਜਸ ਹਨ। ਇੱਕ ਸਟੇਜ ਹੈ ਮੇਰੇ ਮਨ 'ਚ ਬੁਰਾ ਵਿਚਾਰ ਆਇਆ, ਫਿਲਟਰ ਲੱਗਿਆ, ਦੂਰ ਹੋ ਗਿਆ, ਆਇਆ ਲੇਕਿਨ ਪਹਿਲੇ ਬੁਰਾ ਵਿਚਾਰ, ਲੇਕਿਨ ਉਹ ਕੀਤਾ ਨਹੀਂ ਕਿਉਂਕਿ ਬਾਣੀ ਨੇ ਰੋਕ ਲਿੱਤਾ ਉਸਨੂੰ। ਇੱਕ ਸਟੇਜ ਹੈ ਕਦੀ ਖਿਆਲ ਮਾੜਾ ਆਂਦਾ ਹੀ ਨਹੀਂ, ਸੋ ਫਿਲਟਰ ਹੁਣ ਫਿਲਟਰ ਲੱਗੇ ਨਾ ਲੱਗੇ ਇਟ ਡਸਨਟ ਮੈਟਰ, ਹੁਣ ਉਹ ਆਣਾ ਹੀ ਬੰਦ ਹੋ ਗਿਆ। ਹਾਂਜੀ, ਇਹ ਦੋ ਵੱਖਰੀਆਂ ਜਿਹੜੀਆਂ ਸਟੇਜਸ ਜਿਹੜੀਆਂ, ਇੱਕ ਆਇਆ ਤੇ ਬਾਣੀ ਨੇ ਹੋਲਡ ਦਿੱਤਾ, ਬਾਣੀ ਨੇ ਰੋਕ ਲਿੱਤਾ ਉਸਨੂੰ, ਸੋ ਅੱਗੇ ਨਹੀਂ ਜਾਣ ਦਿੱਤਾ, ਸੋ ਉਹਦਾ ਅਸਰ ਨਹੀਂ ਪਿਆ ਉਸ ਜ਼ਿੰਦਗੀ ਦੇ ਉੱਤੇ। ਇੱਕ ਇਹ ਸਟੇਜ ਹੈ ਤੇ ਦੂਸਰੀ ਸਟੇਜ ਹੈ ਆਇਆ ਹੀ ਨਹੀਂ। ਤੇ ਇਹਨਾਂ ਦੋਨਾਂ ਸਟੇਜਸ ਦਾ ਕਿਤਨੀ ਖੂਬਸੂਰਤੀ ਨਾਲ ਵਰਣਨ ਹੈ ਜਪਜੀ ਵਿੱਚ। ਇੱਕ ਸੁਣਿਆ ਤੇ ਇੱਕ ਮੰਨਿਆ ਵਾਲੀ ਅਵਸਥਾ ਵਿੱਚ। ਸੁਣਿਆ ਵਾਲੀ ਅਵਸਥਾ ਵਿੱਚ ਵਿਚਾਰ ਆਉਂਦੇ ਹਨ ਲੇਕਿਨ ਹੋੜ ਲੈਂਦਾ ਹੈ, ਲੱਗੇ ਉਹ ਅਸਰ ਨਹੀਂ। ਇਸ ਵਾਸਤੇ ਸੁਣਿਆ ਦੁੱਖ ਪਾਪ ਦਾ ਨਾਸ ਹੈ, ਕਿਉਂਕਿ ਸੁਣਿਆ ਦੁੱਖ ਪਾਪ ਦਾ ਨਾਸ ਹੈ, ਸਾਡੇ ਵਿੱਚ ਨਹੀਂ ਆਇਆ ਦੁੱਖ ਪਾਪ ਦਾ ਨਾਸ, ਉਹ ਅਲੱਗ ਹੈ। ਅਸੀਂ ਨਹੀਂ ਕਰ ਸਕੇ ਦੁੱਖ ਪਾਪ ਦਾ ਨਾਸ, ਉਹ ਤੁਹਾਡਾ ਇਸ਼ੂ ਹੈ। लेकिन सुनिया दुख पाप का नाश है जरूर, लेकिन उत्थे विचार आए हैं, लेकिन बाणी रोक लेंदी है। बाणी दे फिल्टर बड़े स्ट्रांग हैं, बाणी होल्ड लेंदी है, बाणी बचा लेंदी है उत्थे। लेकिन मन्ने दी अवस्था जो विचार आंदे ही नहीं, खत्म हो गई गल, फिल्टर भी बंद हो गए सारे। ताई मन्ने मुख द्वार है, मन्ने पावे मुख द्वार है, सुने पावे मुख द्वार नहीं है। हमें क्लैरिटी कल दिया जपजी ਦੀਆਂ ਉਹਨਾਂ ਤੁਕਾਂ ਦੀ, ਕਿਉਂਕਿ ਅੱਗੇ ਜਾ ਕੇ ਮੇਬੀ ਵੀ ਵਿਲ ਨਾਟ ਟਾਕ ਅਬਾਊਟ ਇਟ, ਪਰ ਬਾਣੀ ਤੇ ਹੈ ਨਾ, ਮਤਲਬ ਕਿ ਉਹ ਸਟੇਜਸ ਹਨ। ਫਿਲਟਰ ਵਾਲੀ ਸਟੇਜ ਅਲੱਗ ਹੈ, ਉੱਥੋਂ ਗੁਜ਼ਰਨਾ ਹੈ, ਤੁਸੀਂ ਸਾਰਿਆਂ ਨੇ ਗੁਜ਼ਰਨਾ ਹੈ ਫਿਲਟਰ ਵਾਲੀ ਸਟੇਜ ਤੋਂ। ਲੇਕਿਨ ਇੱਕ ਸਟੇਜ ਉਹ ਵੀ ਹੈ ਜਿੱਥੇ ਫਿਲਟਰ ਨਹੀਂ ਹੈ ਕੋਈ, ਇੱਕ ਉਹ ਵੀ ਸਟੇਜ ਹੈ ਜਿੱਥੇ ਸਭ ਕੁਝ, ਜਿੱਥੇ ਆਪੋ ਆਪ ਸਭ ਕੁਝ ਹੈ, ਜਿੱਥੇ ਕੋਈ ਫਿਲਟਰ ਨਹੀਂ, ਜਿੱਥੇ ਕੋਈ ਵਿਚਾਰ ਆਂਦਾ ਹੀ ਨਹੀਂ, ਗੱਲ ਖਤਮ ਹੋ ਗਈ ਗੱਲ ਸਾਰੀ, ਉਸ ਸਟੇਜ ਤੋਂ ਬੰਦਾ ਨਿਕਲ ਗਿਆ। I just want to share that and add that to what Veer ji said, you know. ਸੁਰਿੰਦਰ ਜੀ, ਜਿਹੜੀ ਤੁਸੀਂ ਇਜ਼ਰਾਈਲ ਦੀ ਗੱਲ ਕਰ ਰਹੇ ਸੀ ਨਾ, if you remember when you visited Israel and you were talking about, you know, that little plate which you know you were talking, if you remember. Yeah. Oh man, this actually is, this is what you got. This, you see this? This is what it is. Yeah. I think yeah. So ਇਹ ਉੱਥੇ ਹਰ ਜਗ੍ਹਾ ਵਿਕ ਰਹੀਆਂ ਸਨ ਸਾਰੀਆਂ। ਸੋ ਮੈਂ ਉਹ ਹਿਬਰੂ ਚ ਲਿਖਿਆ, ਮੈਂ ਸਮਝ ਨਾ ਆਇਆ, ਫਿਰ ਮੈਂ ਕਿਹਾ ਇੰਗਲਿਸ਼ ਟ੍ਰਾਂਸਲੇਸ਼ਨ ਕੀ ਹੈ, ਪੜ੍ਹੀ ਤੇ ਮੈਂ ਤੇ ਫਿਰ ਮੇਰੇ ਅੱਖਾਂ ਥਰੂ ਆ ਗਏ, ਯੂ ਨੋ। ਤੇ ਮੈਂ ਕਿਹਾ ਯਾਰ ਇਹ ਤੇ ਬੜੀ ਜ਼ਬਰਦਸਤ ਚੀਜ਼ ਹੈ ਵਾਲੀ, ਯੂ ਨੋ। ਸੋ ਹਰ ਧਰਮ ਵਿੱਚ ਹੈ, ਮੰਨਣ ਨਾ ਮੰਨਣ, ਯੂ ਨੋ, ਪਰਮਾਤਮਾ ਹਰ ਜਗ੍ਹਾ ਹੈ ਤੇ ਸਾਰੇ ਹੀ ਪਿਆਰ ਕਰਦੇ ਹਨ ਨਾ ਉਸਨੂੰ, ਹੈ ਨਾ। ਉਹਨੂੰ ਕੌਣ ਹੈ ਜਿਹੜਾ ਨਹੀਂ ਚਾਹੁੰਦਾ ਉਸਨੂੰ, ਕਿਹੜੇ ਧਰਮ ਦਾ ਜਿਹੜਾ ਨਹੀਂ ਚਾਹੁੰਦਾ। ਵੀਰ ਜੀ ਇਹ ਪਲੇਟ ਖੇਤ ਦੀ ਫੋਟੋ ਖਿੱਚ ਕੇ ਪਾ ਸਕਦੇ ਹੋ WhatsApp ਤੇ? Okay, But you know,
It doesn't matter, you know. ठीक है, हाँ जी वीर जी. I'll put it. One more question I had. We've got to end this in 2-3 minutes, हाँ जी. Last. So the question is about ਜਿਹੜੇ ਨਰਿੰਦਰ ਵੀਰ ਜੀ ਨੇ ਹੋਰ ਤੁਸੀਂ you touched upon it, ਦੁੱਖ ਦਾਰੂ ਸੁਖ ਰੋਗ ਭਇਆ, ਤੇ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਡਿਪਰੈਸ਼ਨ ਦੇ ਨਾਲ ਕਈ ਵਾਰੀ ਬੰਦਾ ਕਲੋਜ਼ ਆ ਜਾਂਦਾ ਹੈਗਾ ਗੁਰੂ ਦੇ ਨੇੜੇ, ਗੁਰਬਾਣੀ ਦੇ ਨੇੜੇ, and that should be the effort. But then on the other hand ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਬੰਦਾ ਡਿਪਰੈਸ਼ਨ ਚ ਆ ਜਾਂਦਾ ਹੈ. ਬਿਲਕੁਲ. So it is the latter part that my question is about. ਅਗਰ ਕਿਸੇ ਨੂੰ help ਕਰਨਾ ਹੋਵੇ, somebody who's in depression, ਤੇ ਉਹਦੇ related ਗੁਰਬਾਣੀ ਦੇ ਕੁਝ ਮਤਲਬ if you could share some insights. ਗੁਰਬਾਣੀ ਚ ਬੜੀਆਂ ਹੈ, ਲੇਕਿਨ ਸਭ ਤੋਂ ਮੇਰੇ ਹਿਸਾਬ ਨਾਲ ਸਭ ਤੋਂ ਆਸਾਨ ਤਰੀਕਾ ਸੇਵਾ ਹੈ. ਉਹ ਫਿਰ ਕੀ ਕਰੇ ਕਿ ਜਿਹੜੇ ਦੂਸਰੇ ਦੁਖੀ ਹਨ ਨਾ, ਜਿਹੜੇ ਬਹੁਤ, ਉਹਨਾਂ ਨੂੰ ਸੁਖੀ ਕਰਨ ਦੀ ਕੋਸ਼ਿਸ਼ ਕਰੇ. ਫਿਰ ਕਿਸੇ ਐਸੀ ਜਗ੍ਹਾ ਜਾ ਕੇ ਟਾਈਮ ਬਿਤਾਏ ਜਿੱਥੇ ਇਹੋ ਜਿਹੇ ਬੰਦੇ ਬੈਠੇ ਹਨ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਹੈ, ਉਹਨਾਂ ਨੂੰ ਸਹਾਰਾ ਦੇਵੇ. ਹਾਂਜੀ, ਜਿਹਦੇ ਕੈਂਸਰ ਦੇ ਪੇਸ਼ੈਂਟ ਹੋਵਣ ਜਾਂ ਕੋਈ ਵੀ ਇਹੋ ਜਿਹੀ ਗੱਲ ਹੋਵੇ, ਜਿਨ੍ਹਾਂ ਨੂੰ ਜਿਹੜੇ ਬੰਦੇ ਤਕਲੀਫ ਵਿੱਚ ਹੋਵਣ. ਇਹ ਮੇਰਾ ਦਾਅਵਾ ਹੈ ਵੀਰ ਜੀ, ਜੇ ਉਹ ਬੰਦਾ ਬਹੁਤੀ ਸੇਵਾ ਕਰਨੀ ਸ਼ੁਰੂ ਕਰ ਦੇਵੇ, ਉਹਨਾਂ ਦੇ ਦੁੱਖ ਮਿਟਾਣੇ ਸ਼ੁਰੂ ਕਰ ਦੇ, ਪ੍ਰਮਾਤਮਾ ਆਪ ਸਹਾਈ ਹੁੰਦਾ ਉਹਨੂੰ. ਪ੍ਰਮਾਤਮਾ ਉਹਦੇ ਦੁੱਖ ਆਪ ਦੂਰ ਕਰਦਾ ਹੈ. ਤੇ ਸੇਵਾ ਤੋਂ ਵੱਡਾ ਕੋਈ ਹੋਰ ਡਿਪਰੈਸ਼ਨ ਦਾ ਇਲਾਜ ਨਹੀਂ ਹੈ, ਕੋਈ ਹੋਰ. ਚਾਹੇ ਉਹ ਮੇਰੇ ਵਰਗੇ ਨਿਮਾਣਿਆਂ ਨੂੰ ਬਾਣੀ ਦੀ ਸੇਵਾ ਦੀ, ਵੱਡੀ ਸੇਵਾ ਦੀ ਝੋਲੀ ਮੇਰੀ ਝੋਲੀ ਚ ਪਈ ਹੈ. ਉਹ ਸੇਵਾ ਕਿ ਤੂੰ ਜਪਜੀ ਦੀ ਸੇਵਾ ਕਰ ਜਾ ਕੇ, ਤੇ ਮੈਨੂੰ ਕੰਮ ਲਗਾਇਆ ਤੇ ਮੈਂ ਕਰਦਾ ਪਿਆ ਆਪਣਾ ਕੰਮ. ਤੇ ਕਈਆਂ ਨੂੰ ਹੋਰ ਕਿਸਮ ਦੀ ਕੋਈ ਜਿਹਦੀ ਡਿਊਟੀ ਲਗਾਈਆਂ ਇਹਨੂੰ, ਹਰ ਇੱਕ ਦੀਆਂ ਡਿਊਟੀਆਂ ਉਹਨੇ ਲਗਾਈਆਂ ਹੋਈਆਂ, ਸਿਰੇ ਸਿਰ ਧੰਦੇ ਲਾਉਣ ਦਾ. ਮੇਰੀ ਡਿਊਟੀ ਹੋਰ ਪਾਸੇ ਲੱਗੀ ਹੋਈ ਹੈ. ਲੇਕਿਨ ਮੈਂ ਦਾਅਵੇ ਨਾਲ ਕਹਿ ਸਕਦਾ ਵੀਰ ਜੀ, ਉਹ ਬੰਦਾ ਅਗਰ ਜਾ ਕੇ ਦੂਸਰਿਆਂ ਦੀਆਂ ਤਕਲੀਫਾਂ ਵੰਡਣੀਆਂ ਸ਼ੁਰੂ ਕਰ ਦੇਣਾ, ਉੱਥੇ ਜਾ ਕੇ ਵਾਲੰਟੀਅਰ ਕਰਨਾ ਕਰਦੇ ਟਾਈਮ ਆਪਣਾ, ਤੇ ਉਹ ਜਿੱਥੇ ਜਿਹੜੇ ਉਸ ਪੀੜਿਤ ਲੋਕ ਜਾ ਕੇ ਆਪਣੀਆਂ ਦੁੱਖ ਵੰਡੇ ਤੇ ਦੂਸਰਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਕੇ ਉਹਦੇ ਵਿੱਚ ਸ਼ਾਮਿਲ ਹੋ ਜਾਵੇ, ਉਸ ਗਰੁੱਪ ਵਿੱਚ ਆ ਜਾਵੇ ਤੇ ਉਹਨਾਂ ਦੀ ਹੈਲਪ ਕਰੇ, ਤੇ ਮੈਂ ਦਾਅਵੇ ਨਾਲ ਕਹਿੰਦਾ ਵੀਰ ਜੀ ਕਿ ਉਹਨਾਂ ਦੀ ਡਿਪਰੈਸ਼ਨ ਦੇ ਲੈਵਲ ਘਟਣੇ ਸ਼ੁਰੂ ਹੋ ਜਾਣਗੇ. Thank you. ਇਹ ਮੇਰਾ ਇਲਾਜ ਨਹੀਂ ਹੈ, ਬਾਣੀ ਦਾ ਇਲਾਜ ਹੈ ਇਹ ਸਾਰਾ. ਉੱਥੋਂ ਹੀ ਸਿੱਖਿਆ ਮੈਂ ਸਾਰਾ ਕੁਝ. ਐਂਡ ਦਾ ਕਲਾਸ ਜੀ, ਤੇ ਲਾਸਟ ਕੋਈ ਕੁਇਕ ਕੁਐਸਚਨ ਹੋਏ ਤਾਂ ਫਟਾਫਟ ਪੁੱਛ ਲਓ, ਨਹੀਂ ਤੇ ਆਈ ਐਮ ਗੋਇੰਗ ਟੂ ਸੇ ਗੁੱਡ ਬਾਏ ਨਾਓ. ਹਾਂਜੀ, ਕਈਆਂ ਨੇ ਕੁਐਸਚਨ ਪੁੱਛਿਆ ਸੀ ਵੀ ਕਿਹੜੀ ਬੁੱਕ ਤੋਂ ਕੋਟ ਕੀਤਾ ਹੈ. ਕੋਟ ਸੰਥਿਆ ਹੈ ਬੁੱਕ ਦਾ ਨਾਮ, ਭਾਈ ਸਾਹਿਬ ਭਾਈ ਵੀਰ ਸਿੰਘਾਂ ਦੀ ਲਿਖੀ ਹੋਈ, ਤੇ ਵੋਲਿਊਮ ਨੰਬਰ 1 ਦੇ ਜਪਜੀ ਦੀ ਵਿਆਖਿਆ ਜਿੱਥੇ ਕੀਤੀ ਨੇ ਭਾਈ ਸਾਹਿਬ ਦੇ, ਉੱਥੇ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ. ਔਰ ਅਗਲੇ ਹਫਤੇ ਫਿਰ ਮੈਂ ਥੋੜਾ ਹੋਰ ਕੁਝ ਪੜ੍ਹ ਕੇ ਸੁਣਾਉਣਾ ਹੈ ਉਹਨਾਂ ਲਾਈਨਾਂ ਵਿੱਚੋਂ. I want to read few more things and I think I should not mince his words. I should just read it the way they are. Hanji, it's better that. Vijay, it's page number 57 of the new edition. Okay, page number 57 of the new edition. Thank you ji, thank you. ਬੜਾ ਕੁਝ ਪਾਉਂਦੇ ਆ ਚੈਟ ਗਰੁੱਪ ਤੇ, ਬੜਾ ਕੁਝ ਪਾਇਆ ਜਾਂਦਾ ਹੈ, ਲੇਕਿਨ ਫਰਕ ਕਿਸੇ ਨੂੰ ਪੈਂਦਾ ਹੈ. ਅੱਜ ਕੱਲ ਮੀਡੀਅਮ ਤੇ ਬਹੁਤ ਹਨ, ਹਰ ਜਗ੍ਹਾ ਕੀਰਤਨ ਹੈ, ਹਰ ਜਗ੍ਹਾ ਬੰਦਾ ਦਰਬਾਰ ਸਾਹਿਬ ਤੋਂ ਸੁਣ ਸਕਦਾ ਹੈ. ਔਰ ਮੈਂ ਕਈ ਵਾਰੀ ਐਵੇਂ ਦਿਮਾਗ ਬੜੀ ਵਾਰੀ ਗੱਲ ਆਉਂਦੀ ਹੈ ਕਿ ਜਿਤਨਾ ਹੁਣ ਵਸੀਲਾ ਹੈ ਪਹਿਲੇ ਕਦੀ ਵਸੀਲਾ ਨਹੀਂ ਸੀ, ਹੈ ਨਾ. ਜਿੰਨਾ ਹੁਣ ਕਿਤਾਬਾਂ ਪੜ੍ਹਨ ਦੇ ਵਸੀਲੇ ਹਨ, ਕਥਾ ਕੀਰਤਨ ਸੁਣਨ ਦੇ ਵਸੀਲੇ ਹਨ, ਪਹਿਲੇ ਕਦੀ ਨਹੀਂ ਸੀ. ਔਰ ਜਿਤਨੀ ਹੁਣ ਗਿਰਾਵਟ ਹੈ, ਜਿਤਨੇ ਹੁਣ ਦੂਰ ਹਾਂ ਪ੍ਰਮਾਤਮਾ ਤੋਂ, ਜਿਤਨੇ ਹੁਣ ਘੱਟ ਹਨ ਸਾਡੇ ਵਿੱਚ ਉਹ ਜੇ ਬ੍ਰਹਮ ਗਿਆਨੀ, ਜਿੰਨੇ ਹੁਣ ਪ੍ਰੇਮ ਦਾ ਘਾਟਾ ਹੈ ਪਹਿਲਾਂ ਕਦੀ ਨਹੀਂ ਸੀ. ਸੋ ਕਿਉਂਕਿ ਜਸਟ ਮੀਨਸ ਹੋਣ ਦੇ ਨਾਲ ਇਹ ਨਹੀਂ ਹੁੰਦਾ, ਇਹ ਅੰਦਰੋਂ ਲੋ ਜੱਗੇ ਤਾਂ ਹੁੰਦਾ ਹੈ ਸਾਰਾ ਕੁਝ. ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Thank you for joining. We will see each other everybody next week though, and I'll still stay here for a couple of more minutes just in case somebody